ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਆਸ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ। ਤੁਹਾਡਾ ਅੱਜ ਦੇ ਇਸ ਪ੍ਰੋਗਰਾਮ ਵਿੱਚ ਹਾਰਦਿਕ ਸਵਾਗਤ ਹੈ। ਨਾਜ਼ਰੀਨ, ਜਿਵੇਂ ਕਿ ਅਸੀਂ ਪਹਿਲਾਂ ਵੀ ਟਾਕ ਗੱਲ ਤੇ ਹੱਲ ਦੇ ਵਿੱਚ ਗੱਲ ਕਰਦੇ ਰਹਿੰਦੇ ਹਾਂ ਕਿ ਮਸਲਿਆਂ ਦੇ ਹੱਲ ਲਈ ਸਾਨੂੰ ਗੱਲਬਾਤ ਕਰਨੀ ਬਹੁਤ ਜ਼ਰੂਰੀ ਹੈ। ਮੈਨੂੰ ਯਾਦ ਆ ਰਹੀਆਂ ਨੇ ਕਿ ਕਈ ਵਾਰੇ ਪਹਿਲਾਂ, ਕਈ ਦਹਾਕੇ ਪਹਿਲਾਂ ਮੈਂ ਕਹਿ ਸਕਦਾ, ਸੁਰਜੀਤ ਪਾਤਰ ਉਹਨਾਂ ਨੇ ਕਿਤੇ ਲਿਖਿਆ ਸੀ, ਲੱਗੀ ਨਜ਼ਰ ਪੰਜਾਬ ਨੂੰ ਇਹਦੀ ਨਜ਼ਰ ਉਤਾਰੋ। ਪਿਛਲੇ ਦਿਨਾਂ ਦੇ ਵਿੱਚ ਜਦੋਂ ਅਸੀਂ ਕਿਸਾਨ ਸੰਘਰਸ਼ ਵੇਖਦੇ ਹਾਂ ਤੇ ਲੱਗਦਾ ਜਿਸ ਤਰ੍ਹਾਂ ਪੰਜਾਬ ਦੀ ਖਾਸ ਕਰਕੇ ਸਿੱਖਾਂ ਦੀ ਚੜ੍ਹਤ ਪੂਰੀ ਦੁਨੀਆ ਵਿੱਚ ਬਣੀ ਹੈ, ਜਿਸ ਨੂੰ ਕਿ ਅਸੀਂ ਆਸਟ੍ਰੇਲੀਆ ਦੇ ਵਿੱਚ ਬਹੁਤ ਸ਼ਿੱਦਤ ਨਾਲ ਦੇਖਦੇ ਹਾਂ, ਬਹੁਤ ਗੌਰ ਨਾਲ ਦੇਖਦੇ ਹਾਂ ਤੇ ਮਾਣ ਮਹਿਸੂਸ ਕਰਦੇ ਹਾਂ ਕਿ ਜੋ ਪੰਜਾਬ ਦੇ ਪੰਜਾਬੀਆਂ ਨੇ ਕੀਤਾ, ਖਾਸ ਕਰਕੇ ਨੌਜਵਾਨਾਂ ਨੇ ਕੀਤਾ, ਕਿ ਉਹ ਜਿਹੜੀਆਂ 17 ਪਾਤਰੋ ਸਾਹਿਬ ਨੇ ਕਹੀਆਂ ਸਨ, ਉਹ ਨਜ਼ਰ ਹੁਣ ਉਤਰ ਚੁੱਕੀ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕਿਸਾਨ ਮੋਰਚੇ ਨੇ ਜਾਂ ਕਿਸਾਨ ਸੰਘਰਸ਼ ਜਿਸ ਨੂੰ ਅਸੀਂ ਕਹਿੰਦੇ ਆ, ਉਹਦੀ ਜਿੱਤ ਨੇ ਪੰਜਾਬੀਆਂ ਦੀ ਦਿੱਖ ਵਿੱਚ ਬਹੁਤ ਵੱਡਾ ਇੱਕ ਬਦਲਾਅ ਲਿਆਂਦਾ ਆ। ਤੇ ਇਸੇ ਹੀ ਜਿਹੜੀ ਚੇਂਜ ਔਰ ਬਦਲਾਅ ਦੀ ਇੱਕ ਲੜੀ ਹੈ, ਉਹ ਹੈ ਕਿ ਕਿਸਾਨ ਮੋਰਚੇ ਨੇ ਹੁਣ ਖੁੱਲ੍ਹ ਕੇ ਚੋਣਾਂ ਵਿੱਚ ਸ਼ਮੂਲੀਅਤ ਕਰਨ ਦਾ ਮਨ ਬਣਾਇਆ। ਇਸ ਬਾਰੇ ਵੀ ਕਈ ਤਰ੍ਹਾਂ ਦੇ ਵਿਚਾਰ ਜਿਹੜੇ ਨੇ ਉਹ ਆਸਟ੍ਰੇਲੀਆ ਔਰ ਪੰਜਾਬ ਦੇ ਵਿੱਚ ਲੋਕਾਂ ਦੇ ਵੱਲੋਂ ਆਏ। ਪਰ ਮੈਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਜਿਹੜੇ ਦੋ ਬਹੁਤ ਸਿਆਸੀ ਮਾਹਿਰ, ਜੋ ਸਿਆਸੀ ਮਸਲਿਆਂ ਤੇ ਅਕਸਰ ਗੱਲਬਾਤ ਕਰਦੇ ਰਹਿੰਦੇ ਨੇ ਤੇ ਕਿਸਾਨ ਮੋਰਚਾ ਤੇ ਪੰਜਾਬ ਚੋਣਾਂ ਦੇ ਉੱਤੇ ਖੁੱਲ੍ਹ ਕੇ ਗੱਲ ਕਰਨਾ ਚਾਹੁੰਦੇ ਨੇ। ਸੋ ਗੱਲ ਤੇ ਹੱਲ ਪ੍ਰੋਗਰਾਮ ਦੇ ਵਿੱਚ ਇਹਨਾਂ ਸਾਰੀਆਂ ਗੱਲਾਂ ਬਾਤਾਂ ਦੇ ਵਿੱਚ ਇਹ ਲੜੀ ਜਿਹੜੀ ਗੱਲਬਾਤ ਅਸੀਂ ਸ਼ੁਰੂ ਕਰਾਂਗੇ, ਇਹਨਾਂ ਨੂੰ ਅਸੀਂ ਕਿਸੇ ਨਾ ਕਿਸੇ ਸਾਰਥਕ ਡਾਇਰੈਕਸ਼ਨ ਵੱਲ, ਸਾਰਥਕ ਹੱਲ ਵੱਲ ਲੈ ਕੇ ਜਾਣ ਦੀ ਕੋਸ਼ਿਸ਼ ਕਰਾਂਗੇ। ਸੋ ਅੱਜ ਇਸ ਲੜੀ ਦਾ ਪਹਿਲਾ ਪੂਰ ਤੁਹਾਡੇ ਰੂਬਰੂ ਹੈ। ਮੈਂ ਸਮਝਦਾ ਵੀ ਜਿਹੜੀ ਅੱਜ ਦਾ ਮਜ਼ਮੂਨ ਆ ਸਾਡੀ ਆਪਣੀ ਗੱਲਬਾਤ ਦਾ, ਉਹਦੇ ਵਿੱਚ ਅਸੀਂ ਮੈਂ ਸਮਝਦਾ ਵੀ ਸਾਨੂੰ ਅੱਜ ਤਿੰਨ ਜਿਹੜੇ ਨੁਕਤੇ ਨੇ ਉਹ ਸਾਨੂੰ ਵਿਚਾਰਨੇ ਚਾਹੀਦੇ ਆ। ਪਹਿਲਾ ਨੁਕਤਾ ਤਾਂ ਇਹ ਆ ਵੀ ਕੀ ਜਿਹੜਾ ਸੰਯੁਕਤ ਕਿਸਾਨ ਮੋਰਚਾ ਬਣਿਆ ਕਿ ਇੱਕ ਪੋਲੀਟੀਕਲ ਪਾਰਟੀ ਦੇ ਤੌਰ ਤੇ ਕੀ ਇਹਦੀ ਲੋੜ ਸੀ, ਪਹਿਲਾ ਨੁਕਤਾ। ਦੂਸਰਾ ਨੁਕਤਾ ਇਹ ਚਾਹੀਦਾ ਸਾਨੂੰ ਵਿਚਾਰਨਾ ਕਿ ਜਿਹੜੇ ਇਹਦਾ ਏਜੰਡਾ ਉਹ ਕੀ ਹੋ ਸਕਦਾ, ਕਿਉਂਕਿ ਪੰਜਾਬ ਦੇ ਵਿੱਚ ਬੜੇ ਵੱਡੇ ਮਸਲੇ ਨੇ, ਆਪਾਂ ਸਾਰੇ ਜਾਣਦੇ ਹਾਂ, ਡਿਸਕਸ ਵੀ ਕਰ ਲਾਂਗੇ। ਤੇ ਕੀ ਜਿਹੜੀ ਸਪੇਸ ਪੋਲੀਟੀਕਲ ਪਾਰਟੀਆਂ ਨੇ ਖਾਲੀ ਕੀਤੀ ਹੈ, ਖਾਸ ਤੌਰ ਤੇ ਅਕਾਲੀ ਦਲ ਨੇ, ਕੀ ਇਹ ਉਹਨਾਂ ਨੂੰ ਫਿਲ ਕਰੇਗਾ। ਤੇ ਤੀਸਰਾ ਇਹ ਆ ਵੀ ਜੇ ਇਹ ਪੋਲੀਟੀਕਲ ਪਾਰਟੀ ਦੇ ਤੌਰ ਤੇ ਹਿੱਸਾ ਲੈਂਦੇ ਨੇ ਤਾਂ ਉਹਦੇ ਨਾਲ ਜਿਹੜੇ ਰਿਸਕ ਨੇ, ਜਿਹੜੇ ਖਤਰੇ ਨੇ ਜਾਂ ਸੰਭਾਵਨਾਵਾਂ ਨੇ, ਉਹ ਕੀ ਨੇ। ਔਰ ਖਾਸ ਤੌਰ ਤੇ ਜਦੋਂ ਖਤਰੇ ਦੀ ਗੱਲ ਕਰਦੇ ਆ ਤਾਂ ਜਿਹੜੇ ਕਿਸਾਨੀ ਦੇ ਮਸਲੇ ਨੇ, ਜਿਹੜੇ ਪੰਜਾਬ ਦੇ ਤੇ ਆਲ ਇੰਡੀਆ ਲੈਵਲ ਤੇ ਅਕ੍ਰੋਸ ਦਾ ਸਟੇਟ, ਉਹਨਾਂ ਤੇ ਕੀ ਅਸਰ ਪਏਗਾ। ਸੋ ਇਹ ਮੇਰਾ ਖਿਆਲ ਹੈ ਤਿੰਨ, ਬਾਕੀ ਇਹਦੇ ਨਾਲ ਹੀ ਰਲਦਾ ਤੀਸਰੇ ਦੇ ਨਾਲ ਜਿਹੜਾ ਡਿਸਕਸ ਕਰ ਸਕਦੇ ਆ ਕਿ ਮੋਰਚੇ ਦੀ ਸਮੂਲੀਅਤ ਦੇ ਨਾਲ ਜਿਹੜੀਆਂ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੇ ਉਹਨਾਂ ਦੇ ਉੱਤੇ ਕੀ ਅਸਰ ਪਏਗਾ, ਉਹਨਾਂ ਦੀ ਜਿਹੜੀ ਵੋਟ ਬੈਂਕ ਆ ਜਾਂ ਉਹਨਾਂ ਦੀ ਵਗੈਰਾ। ਸੋ ਇਹ ਚਾਰ ਚੀਜ਼ਾਂ ਨੇ ਜਿਹੜੀਆਂ ਮੇਰਾ ਖਿਆਲ ਹੈ ਸਾਨੂੰ ਸਾਡੀ ਜਿਹੜੀ ਅੱਜ ਦੀ ਗੱਲਬਾਤ ਆ ਇਹਦੇ 'ਚ ਸਾਨੂੰ ਫੋਕਸ ਇਹਨਾਂ ਤੇ ਕਰਨਾ ਚਾਹੀਦਾ। ਔਰ ਮੈਂ ਪਹਿਲੀ ਗੱਲ ਵੱਲ ਆ ਰਿਹਾ, ਉਹਦੇ ਵਿੱਚ ਇਹ ਹੈ ਵੀ ਮੇਰਾ ਖਿਆਲ ਹੈ ਸਿੰਘ ਇਸ ਗੱਲ ਦੇ ਉੱਤੇ ਜ਼ਿਆਦਾ ਡਿਟੇਲ 'ਚ ਗੱਲ ਕਰਨਗੇ, ਪਰ ਮੈਂ ਥੋੜਾ ਜਿਹਾ ਪ੍ਰੀਲਿਮਿਨਰੀ ਇਹ ਗੱਲ ਕਹਾਂਗਾ ਕਿ ਅਸੀਂ ਦੇਖਦੇ ਹਾਂ ਕਿ ਦੋ ਰਾਵਾਂ ਨੇ ਲੋਕਾਂ ਦੇ ਵਿੱਚ ਜਿਹੜੇ ਇਸ ਦੇ ਬਾਰੇ, ਪੰਜਾਬ ਦੀ ਸਿਆਸਤ ਬਾਰੇ ਜਾਂ ਕਿਸਾਨੀ ਮਸਲਿਆਂ ਦੇ ਬਾਰੇ ਇੰਟਰਸਟ ਰੱਖਦੇ ਨੇ, ਦਿਲਚਸਪੀ ਰੱਖਦੇ ਨੇ, ਫਿਕਰਮੰਦ ਨੇ। ਇੱਕ ਤਾਂ ਇਹ ਕਿ ਕੀ ਮੋਰਚੇ ਨੂੰ ਕੀ ਉਹ ਕਿਸਾਨ ਜਥੇਬੰਦੀਆਂ ਜਿਹੜੀਆਂ ਸੰਯੁਕਤ ਕਿਸਾਨ ਮੋਰਚੇ ਦਾ ਹਿੱਸਾ ਸਨ, ਕਿ ਉਹਨਾਂ ਨੂੰ ਪੋਲੀਟੀਕਲ ਜਿਹੜੀ ਪਾਰਟੀ ਦੇ ਤੌਰ ਤੇ ਇੱਕ ਪੰਜਾਬ ਦੀਆਂ ਇਲੈਕਸ਼ਨਾਂ ਜਿਹੜੀਆਂ ਹੁਣ ਫਰਵਰੀ ਦੇ ਵਿੱਚ ਹੋਣਗੀਆਂ, ਮਿਡ ਫਰਵਰੀ 'ਚ, ਉਹਨਾਂ 'ਚ ਹਿੱਸਾ ਲੈਣਾ ਚਾਹੀਦਾ ਕਿ ਨਹੀਂ। ਸੋ ਇਹਦੇ 'ਚ ਦੋ ਸਕੂਲ ਆਫ ਥਾਟ ਕਹਿ ਲਓ, ਦੋ ਧੜੇ ਜਾਂ ਦੋ ਮੁੱਖ ਤੌਰ ਤੇ ਦੋ ਖਿਆਲ ਉੱਭਰ ਕੇ ਆਉਂਦੇ ਨੇ। ਉਹ ਇਹ ਨੇ, ਇੱਕ ਤਾਂ ਇਹ ਕਹਿੰਦਾ ਵੀ ਸਾਨੂੰ ਪੋਲੀਟੀਕਲ ਪਾਰਟੀ ਦੇ ਤੌਰ ਤੇ ਨਹੀਂ ਇਹਦੇ 'ਚ ਹਿੱਸਾ ਲੈਣਾ ਚਾਹੀਦਾ, ਔਰ ਕਿਸਾਨਾਂ ਦੀਆਂ ਕਈ ਜਿਹੜੀ ਜਥੇਬੰਦੀਆਂ ਨੇ
ਉਹਨਾਂ ਨੇ ਇਸ ਖਿਆਲ ਦੀਆਂ ਹੋਣ ਕਰਕੇ ਉਹ ਇਸ ਸਾਂਝਾ ਕਿਸਾਨ ਮੋਰਚੇ ਦਾ ਹਿੱਸਾ ਵੀ ਨਹੀਂ ਬਣੀਆਂ। ਤੇ ਉਹਨਾਂ ਦਾ ਖਿਆਲ ਇਹ ਆ ਕਿ ਸਾਨੂੰ ਇੱਕ ਪ੍ਰੈਸ਼ਰ ਗਰੁੱਪ ਦੇ ਤੌਰ ਤੇ ਜਾਂ ਇੱਕ ਇੰਟਰਸਟ ਗਰੁੱਪ ਦੇ ਤੌਰ ਤੇ ਹੀ ਸਾਨੂੰ ਕੰਮ ਕਰਨਾ ਚਾਹੀਦਾ, ਤਾਂ ਕਿ ਜਿਹੜੀ ਸਾਡੀ ਇਫੈਕਟਿਵਨੈਸ ਹੈ ਇੱਕ ਪ੍ਰੈਸ਼ਰ ਗਰੁੱਪ ਦੇ ਤੌਰ ਤੇ ਜਾਂ ਇੰਟਰਸਟ ਗਰੁੱਪ ਦੇ ਤੌਰ ਤੇ ਉਹ ਕੰਪਰੋਮਾਈਜ਼ ਨਾ ਹੋਵੇ, ਉਹ ਨਾ ਘਟੇ। ਤੇ ਇਸ ਦੇ ਉਲਟ ਦੂਸਰਾ ਵਿਊ ਇਹ ਆ ਕਿ ਪੰਜਾਬ ਦੇ ਜਿਹੜੇ ਲੋਕ ਨੇ ਉਹਨਾਂ ਦਾ ਵਿਸ਼ਵਾਸ ਜਿਹੜਾ ਉਹ ਰਵਾਇਤੀ ਪੋਲੀਟੀਕਲ ਪਾਰਟੀਆਂ ਤੋਂ ਕਾਫੀ ਹੱਦ ਤੱਕ ਉੱਠ ਚੁੱਕਾ। ਤੇ ਦੂਸਰੇ ਪਾਸੇ ਇਹ ਹੈ ਕਿ ਪੰਜਾਬ ਦੇ ਜਿਹੜੇ ਮਸਲੇ ਨੇ ਉਹ ਬਹੁਤ ਹੀ ਗੰਭੀਰ ਤੇ ਡੂੰਘੇ ਨੇ, ਤੇ ਜਿਹੜੀ ਇਸ ਕਰਕੇ ਉਹਨਾਂ ਨੂੰ ਲੱਗਦਾ ਕਿ ਕੋਈ ਇੱਕ ਧਿਰਾ, ਜਿਹੜੀ ਨਵੀਂ ਧਿਰਾ ਉਹ ਆਵੇ ਤੇ ਉਹ ਸਿਆਸਤ ਦੇ ਵਿੱਚ ਹਿੱਸਾ ਲਵੇ। ਸੋ ਇਹ ਦੋ ਖਿਆਲ ਨੇ। ਮੈਂ ਦੋਨਾਂ ਖਿਆਲਾਂ ਦੇ ਬਾਰੇ ਸਿਰਫ ਇੱਕ ਗੱਲ ਹੀ ਕਹਾਂਗਾ ਕਿ ਦੋਨਾਂ ਦੇ ਆਪੋ ਆਪਣੇ ਮੈਰਿਟ ਨੇ। ਜੇ ਕਿਸਾਨ ਜਥੇਬੰਦੀਆਂ ਇੱਕ ਪ੍ਰੈਸ਼ਰ ਗਰੁੱਪ ਦੇ ਤੌਰ ਤੇ ਜਾਂ ਇੱਕ ਇੰਟਰਸਟ ਗਰੁੱਪ ਦੇ ਤੌਰ ਤੇ ਐਕਟ ਕਰਦੀਆਂ ਨੇ, ਤਾਂ ਉਹ ਉਹਨਾਂ ਦੀ ਮਜਬੂਰੀ ਆ ਜਿਹੜੀ, ਜਾਂ ਉਹਨਾਂ ਦੀ ਜਿਹੜੀ ਜ਼ਿੰਮੇਵਾਰੀ ਆ ਜਿਹੜੀ ਨਾ, ਉਹ ਦੂਜੇ ਸੈਕਸ਼ਨਸ ਦੇ ਪ੍ਰਤੀ ਉਹਨਾਂ ਦੀਆਂ ਲੋੜਾਂ ਪੂਰੀਆਂ ਕਰਨ ਤੋਂ ਉਹ ਆਜ਼ਾਦ ਹੁੰਦੇ ਨੇ। ਉਹ ਸਿਰਫ ਕਿਸਾਨਾਂ ਤੇ ਫੋਕਸ ਹੁੰਦੇ ਨੇ, ਪ੍ਰੈਸ਼ਰ ਪਾਉਂਦੇ ਤੇ ਆਪਣੀਆਂ ਗੱਲਾਂ ਉਹ ਮਨਵਾਉਂਦੇ ਨੇ। ਤੇ ਦੂਸਰੇ ਪਾਸੇ ਇਹ ਆ ਕਿ ਜਦੋਂ ਤੁਸੀਂ ਪੋਲੀਟੀਕਲ ਪਾਰਟੀ ਬਣਦੇ ਹੋ, ਹਿੱਸਾ ਲੈਂਦੇ ਹੋ, ਤਾਂ ਤੁਹਾਨੂੰ ਸਿਰਫ ਕਿਸਾਨਾਂ ਦਾ ਨਹੀਂ, ਤੁਹਾਨੂੰ ਜਿਹੜੀ ਸੁਸਾਇਟੀ ਦੇ ਦੂਜੇ ਸੈਕਸ਼ਨ ਨੇ, ਸੋਸ਼ਲ, ਇਕਨੋਮਿਕ, ਉਹਨਾਂ ਦਾ ਵੀ ਤੁਹਾਨੂੰ ਖਿਆਲ ਰੱਖਣਾ ਪੈਂਦਾ, ਤੁਹਾਨੂੰ ਉਹਨਾਂ ਦੀ ਵੀ ਗੱਲ ਕਰਨੀ ਪੈਂਦੀ ਹੈ। ਸੋ ਜਦੋਂ ਤੁਸੀਂ ਉਹਨਾਂ ਦੀ ਵੀ ਗੱਲ ਕਰਦੇ ਹੋ, ਫਿਰ ਤੁਸੀਂ ਕਈ ਦਫਾ ਜਿਹੜੇ ਆਪਣਾ ਜਿਹੜਾ ਤੁਹਾਡਾ ਬੇਸ ਹੁੰਦਾ ਜੀ, ਜਿਹੜੇ ਲੋਕਾਂ ਦੇ ਤੁਸੀਂ ਰਿਪਰੈਜ਼ੈਂਟ ਕਰਦੇ ਹੋ, ਉਹਨਾਂ ਨੂੰ ਕਈ ਦਫਾ ਤੁਸੀਂ ਉਹਨਾਂ ਇਫੈਕਟਿਵਲੀ ਨਹੀਂ ਕਰਦੇ। ਸੋ ਇਹ ਦੋਨੋਂ ਗੱਲਾਂ ਨੇ। ਤੇ ਇਹਦੇ ਵਿੱਚ ਇਹ ਵੀ ਆ ਕਿ ਜੇ ਤੁਸੀਂ ਹਿੱਸਾ ਲੈਂਦੇ ਹੋ ਐਜ਼ ਪੋਲੀਟੀਕਲ ਪਾਰਟੀ, ਤਾਂ ਤੁਹਾਡੇ ਕੋਲ ਪੋਲੀਟੀਕਲ ਪਾਵਰ ਜ਼ਿਆਦਾ ਆ ਜਾਂਦੀ ਹੈ, ਤੇ ਤੁਸੀਂ ਜਿਹੜੀ ਪਾਲਿਸੀ ਤੇ ਪ੍ਰੋਗਰਾਮ ਨੇ ਸਟੇਟ ਦੇ, ਉਹ ਆਪਣੀ ਮਰਜ਼ੀ ਦੇ ਮੁਤਾਬਕ ਤੁਸੀਂ ਉਹਨਾਂ ਵਿੱਚ ਜ਼ਿਆਦਾ ਇਨਫਲੂਐਂਸ ਡਿਸੀਜ਼ਨ ਲੈ ਸਕਦੇ ਹੋ। ਜਦੋਂ ਕਿ ਜੇ ਤੁਸੀਂ ਇੱਕ ਪ੍ਰੈਸ਼ਰ ਗਰੁੱਪ ਦੇ ਤੌਰ ਤੇ ਰਹਿੰਦੇ ਹੋ, ਤਾਂ ਤੁਹਾਡੇ ਕੋਲ ਉਹ ਕੰਟਰੋਲ, ਉਹ ਐਮਪਾਵਰਮੈਂਟ ਤੁਹਾਡੀ ਉਹ ਨਹੀਂ ਹੁੰਦੀ। ਸੋ ਦੋਨਾਂ ਦੀ ਆਪਣੀ ਆਪਣੀ ਮੈਰਿਟ ਆ। ਤੇ ਮੈਂ ਕਹਾਂਗਾ ਵੀ ਸਰਦਾਰ ਕੁਲਦੀਪ ਸਿੰਘ, ਕਿਉਂਕਿ ਇਹ ਬੜੇ ਇਸ ਗੱਲ ਤੇ ਬਹੁਤ ਮਾਹਰ ਨੇ, ਔਰ ਜਿੱਦਾਂ ਪਹਿਲਾਂ ਵੀ ਕਿਹਾ ਕਿ ਪੋਲੀਟੀਕਲ ਸਾਇੰਸ ਦੇ ਔਰ ਪੋਲੀਟੀਕਲ ਮਾਮਲਿਆਂ ਤੇ ਇਹਨਾਂ ਦੀ ਡੂੰਘੀ ਪਕੜ ਆ। ਤੇ ਮੈਂ ਕਹਾਂਗਾ ਵੀ ਡਾਕਟਰ ਕੁਲਦੀਪ ਸਿੰਘ ਇਸ ਮਾਮਲੇ ਦੇ ਬਾਰੇ, ਇਸ ਸਵਾਲ ਦੇ ਬਾਰੇ ਉਹ ਆਪਣੇ ਜਿਹੜੇ ਵਿਚਾਰ ਨੇ ਉਹ ਸਾਂਝੇ ਕਰਨ। ਮਿਹਰਬਾਨੀ ਸੇਖੋਂ, ਤੇ ਧੰਨਵਾਦ ਹਰਜਿੰਦਰ ਸਿੰਘ ਜੀ ਤੁਹਾਡਾ, ਤੁਸੀਂ ਮੈਨੂੰ ਮੌਕਾ ਦਿੱਤਾ ਤੁਹਾਡੇ ਸਰੋਤਿਆਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਦਾ। ਹਰਜਿੰਦਰ ਸਿੰਘ ਉਹਨਾਂ ਨੇ ਕਾਫੀ ਹੱਦ ਤੱਕ ਗੱਲ ਨੂੰ ਸੀਮਿਤ ਕਰ ਦਿੱਤਾ ਹੈ, ਫੋਕਸਡ ਕਰ ਦਿੱਤਾ ਹੈ ਕਿ ਆਪਾਂ ਅੱਜ ਗੱਲ ਕੀ ਕਰਨੀ ਹੈ। ਸੋ ਤਿੰਨ ਚੀਜ਼ਾਂ ਜਿਹੜੀਆਂ ਇਹਨਾਂ ਨੇ, ਤਿੰਨ ਕੇ ਚਾਰ ਚੀਜ਼ਾਂ ਜਿਹੜੀਆਂ ਰੇਜ਼ ਕੀਤੀਆਂ ਨੇ, ਉਹਦੇ ਤੇ ਮੈਂ ਗੱਲ ਕਰਾਂਗਾ। ਤੇ ਗੱਲ ਮੈਂ ਸ਼ੁਰੂ ਕਰਾਂਗਾ ਕਿ ਕੀ ਪੰਜਾਬ ਵਿੱਚ ਸੰਯੁਕਤ ਸਮਾਜ ਮੋਰਚਾ ਜਿਹੜਾ ਕਿ ਪੋਲੀਟੀਕਲ ਪਾਰਟੀ ਬਣ ਜਾ ਰਿਹਾ, ਨਵੀਂ ਪਾਰਟੀ ਬਣ ਜਾ ਰਿਹਾ, ਜਿਹੜੀ ਪਾਰਟੀ ਬਣਨ ਤੋਂ ਬਾਅਦ ਪਹਿਲੀ ਵਾਰ ਪੰਜਾਬ ਵਿੱਚ 5 ਕੋਣਾ ਮੁਕਾਬਲਾ ਹੋਣ ਜਾ ਰਿਹਾ 2022 ਦੀਆਂ ਇਲੈਕਸ਼ਨ ਵਿੱਚ, ਕੀ ਇਸ ਕਿਸਮ ਦੀ ਨਵੀਂ ਪਾਰਟੀ ਦੀ ਕੋਈ ਲੋੜ ਸੀਗੀ? ਉਹ ਕਿਹੜੇ ਕਾਰਨ ਨੇ? ਉਹ ਜਿਹੜੇ ਕਾਰਨਾਂ ਕਰਕੇ ਨਵੇਂ ਪਾਰਟੀ ਦੀ ਜੇਕਰ ਲੋੜ ਸੀਗੀ, ਤੇ ਕੀ ਉਹ ਚੀਜ਼ਾਂ ਇਸ ਨਵੇਂ ਪੋਲੀਟੀਕਲ ਪਾਰਟੀ ਬਣਨ ਨਾਲ ਪੂਰੀਆਂ ਹੋਣਗੀਆਂ? ਜੇ ਨਹੀਂ ਹੋਣਗੀਆਂ, ਕੀ ਕਾਰਨ ਨੇ? ਜੇ ਹੋਣਗੀਆਂ, ਕਿਸ ਹੱਦ ਤੱਕ ਹੋਣਗੀਆਂ? ਜੇ ਰੱਬ ਨਾ ਕਰੇ ਕੱਲ੍ਹ ਨੂੰ ਇਲੈਕਸ਼ਨ ਇੱਕ ਆਪਣੀ ਕਿਸਮ ਦਾ ਮੁੱਦਾ ਹੁੰਦਾ, ਜੇ ਇਹ ਲੋਕ ਚੋਣਾਂ ਵਿੱਚ ਕਾਮਯਾਬ ਨਹੀਂ ਹੁੰਦੇ, ਤੇ ਫਿਰ ਕੀ ਮੀਨਿੰਗ ਕੱਢੇ ਜਾਣਗੇ? ਇਸ ਕਿਸਮ ਦੀਆਂ ਗੱਲਾਂ ਆਪਾਂ ਕਰਾਂਗੇ। ਮੈਂ ਵਾਪਸ ਆਵਾਂ ਜਿੱਥੋਂ ਆਪਾਂ ਗੱਲ ਸ਼ੁਰੂ ਕਰਨੀ ਹੈ। ਦੇਖੋ, ਸੰਯੁਕਤ ਕਿਸਾਨ ਮੋਰਚਾ ਬਣਿਆ, 32 ਜਥੇਬੰਦੀਆਂ ਪੰਜਾਬ ਦੀਆਂ, ਹਿੰਦੁਸਤਾਨ ਦੀਆਂ ਮਿਲਾ ਕੇ 400 ਤੋਂ ਵੀ ਵੱਧ ਕਿਸਾਨਾਂ ਦੀ ਜਥੇਬੰਦੀਆਂ ਇੱਕ ਪਲੇਟਫਾਰਮ ਤੇ ਇਕੱਠੀਆਂ ਹੋਈਆਂ, ਜਿਨ੍ਹਾਂ ਨੇ 3 ਕਾਨੂੰਨਾਂ ਦੇ ਖਿਲਾਫ ਲੜਾਈ ਲੜੀ। ਸੋ ਇਹ ਬਿਲਕੁਲ ਸੱਚ ਹੈ
ਕਿ ਜਦੋਂ 3 ਕਾਨੂੰਨਾਂ ਕੇਂਦਰ ਸਰਕਾਰ ਦੁਆਰਾ ਬਣਾਏ ਹੋਏ 3 ਕਾਨੂੰਨਾਂ ਨੂੰ ਵਾਪਸ ਕਰਾਉਣ ਦੀ ਲੜਾਈ ਲੜੀ ਜਾ ਰਹੀ ਸੀ, ਉਦੋਂ ਕਿਸੇ ਦੇ ਜ਼ਿਹਨ ਵਿੱਚ ਇਹ ਗੱਲ ਨਹੀਂ ਸੀਗੀ ਕਿ ਇੱਕ ਨਵੀਂ ਪਾਰਟੀ ਬਣਾਉਣੀ ਹੈ, ਪਾਰਟੀ ਬਣਾ ਕੇ ਪੰਜਾਬ ਦੀ ਚੋਣ ਲੜਨੀ ਹੈ। ਕਦੇ ਕਦਾਈ ਗੁਰਨਾਮ ਸਿੰਘ ਚਡੂਨੀ ਇਸ ਕਿਸਮ ਦੀ ਗੱਲ ਕਰਦੇ ਸੀ, ਜਦ ਕਿ ਸੰਯੁਕਤ ਕਿਸਾਨ ਮੋਰਚੇ ਵਿੱਚ ਬਹੁਤੇ ਲੋਕ ਇਸ ਗੱਲ ਦੇ ਖਿਲਾਫ ਸੀਗੇ। ਈਵਨ ਰਾਜੇਵਾਲ ਐਂਡ ਕੰਪਨੀ ਨੇ ਵੀ ਉਸ ਵੇਲੇ ਗੁਰਨਾਮ ਸਿੰਘ ਚਡੂਨੀ ਜਦੋਂ ਕਹਿੰਦੇ ਸੀ ਅਸੀਂ ਪੋਲੀਟੀਕਲ ਪਾਰਟੀ ਬਣਾਉਣੀ ਹੈ, ਪਾਵਰ ਐਕਵਾਇਰ ਕਰਨੀ ਹੈ, ਜੇ ਸਾਡੇ ਕੋਲ ਪਾਵਰ ਹੋਏਗੀ, ਜਿਵੇਂ ਕਿ ਹਰਜਿੰਦਰ ਸਿੰਘ ਹੋਣੀ ਕਹਿ ਰਹੇ ਨੇ, ਫਿਰ ਅਸੀਂ ਫੈਸਲੇ ਕਰਨ ਵਾਲੀ ਪੋਜੀਸ਼ਨ ਵਿੱਚ ਹੋਵਾਂਗੇ। ਇਸ ਕਿਸਮ ਦੀ ਦਲੀਲ ਗੁਰਨਾਮ ਸਿੰਘ ਚਡੂਨੀ ਦੀ ਪਹਿਲਾਂ ਕਿਸੇ ਨੇ ਨਹੀਂ ਸੁਣੀ। ਹੁਣ ਸਡਨਲੀ ਪਾਰਟੀ ਬਣ ਗਈ ਹੈ। ਦੇਖੋ, ਜਿੱਥੋਂ ਤੱਕ ਪੰਜਾਬ ਦੀਆਂ ਜਿਹੜੀਆਂ ਟ੍ਰੈਡੀਸ਼ਨਲ ਪੋਲੀਟੀਕਲ ਪਾਰਟੀਜ਼ ਨੇ, ਜਿਹਦੇ ਵਿੱਚ ਕਾਂਗਰਸ, ਅਕਾਲੀ ਦਲ, ਬੀਜੇਪੀ ਸ਼ਾਮਲ ਹੈ ਤੇ ਕੁਛ ਹੱਦ ਤੱਕ ਆਮ ਆਦਮੀ ਪਾਰਟੀ ਵੀ ਸ਼ਾਮਲ ਹੈ। ਮਤਲਬ ਕਿਸੇ ਹੱਦ ਤੱਕ ਅਸੀਂ ਆਮ ਆਦਮੀ ਪਾਰਟੀ ਨੂੰ ਵੀ ਟ੍ਰੈਡੀਸ਼ਨਲ ਪਾਰਟੀ ਕਹਿ ਸਕਦੇ ਹਾਂ। ਕਿਉਂ ਕਹਿ ਸਕਦੇ ਹਾਂ? ਕਿਉਂਕਿ ਆਮ ਆਦਮੀ ਪਾਰਟੀ 2014 ਤੋਂ ਲੈ ਕੇ ਲਗਾਤਾਰ 14, 17, 19, 14 ਤੇ 19 ਲੋਕ ਸਭਾ ਦੀਆਂ ਇਲੈਕਸ਼ਨ, 17 ਪੰਜਾਬ ਵਿਧਾਨ ਸਭਾ ਦੀ ਇਲੈਕਸ਼ਨ ਆਪਣੇ ਪ੍ਰੋਗਰਾਮ ਲੋਕਾਂ ਕੋਲ ਰੱਖ ਚੁੱਕੀ ਹੈ। ਤੇ 14 ਨੂੰ ਛੱਡ ਕੇ 19 ਵਿੱਚ ਲੋਕ ਸਭਾ ਦੀ 1 ਸੀਟ ਆਮ ਆਦਮੀ ਪਾਰਟੀ ਨੇ ਜਿੱਤੀ, 17 ਵਿੱਚ 20 ਸੀਟਾਂ ਵਿਧਾਨ ਸਭਾ ਦੀਆਂ ਜਿੱਤੀਆਂ। ਸੋ ਕੋਈ ਵੱਡੇ ਲੈਵਲ ਤੇ ਪੰਜਾਬ ਦੇ ਲੋਕਾਂ ਦਾ ਮੈਂਡੇਟ ਆਮ ਆਦਮੀ ਪਾਰਟੀ ਨੂੰ ਨਹੀਂ ਮਿਲਿਆ 2014 ਨੂੰ ਛੱਡ ਕੇ। ਜਾਣੀ ਕਿ 2014 ਤੋਂ ਬਾਅਦ ਵਿੱਚ ਆਮ ਆਦਮੀ ਪਾਰਟੀ ਦਾ ਵਿਕਾਰ ਵਧਣ ਦੀ ਬਜਾਏ ਖੁੱਸਿਆ ਹੈ। ਸੋ 14 ਤੋਂ ਲਗਾਤਾਰ ਮੈਦਾਨ 'ਚ ਹੈਗੀ ਹੈ। ਸੋ ਮੈਂ ਬਜਾਤੇ ਖੁਦ ਆਮ ਆਦਮੀ ਪਾਰਟੀ ਨੂੰ ਵੀ ਟ੍ਰੈਡੀਸ਼ਨਲ ਪਾਰਟੀਆਂ ਦੇ ਕੈਟੇਗਰੀ ਵਿੱਚ ਸ਼ਾਮਲ ਕਰਾਂਗਾ। ਚਾਹੇ ਇੱਕ ਕਾਰਨ ਕਰਕੇ ਆਮ ਆਦਮੀ ਪਾਰਟੀ ਦੂਜੀਆਂ ਪਾਰਟੀਆਂ ਤੋਂ, ਦੂਜੀਆਂ ਮੀਨਸ 3 ਮੈਂ ਪਹਿਲਾਂ ਕਹੀਆਂ ਨੇ, ਅਕਾਲੀ ਦਲ, ਕਾਂਗਰਸ, ਈਵਨ ਬੀਜੇਪੀ, ਕਿਉਂਕਿ ਬੀਜੇਪੀ ਜਿਹੜੀ ਪਿਛਲੇ 30 ਸਾਲ ਦੀਆਂ ਪੰਜਾਬ ਦੀਆਂ ਸਰਕਾਰਾਂ ਨੇ, ਉਹ 'ਚ 15 ਸਾਲ ਕਾਂਗਰਸ ਪਾਵਰ 'ਚ ਰਹੀ ਹੈ, 15 ਸਾਲ ਅਕਾਲੀ ਦਲ ਬੀਜੇਪੀ ਅਲਾਇੰਸ ਪਾਵਰ 'ਚ ਰਿਹਾ, ਤੇ ਉਹ ਜਿਹੜੀਆਂ 15 ਸਾਲਾਂ ਦੀਆਂ 3 ਟਰਮਾਂ ਨੇ, ਉਹ 'ਚ ਅਕਾਲੀ ਦਲ ਤੇ ਬੀਜੇਪੀ ਦਾ ਅਲਾਇੰਸ ਰਿਹਾ। ਸੋ ਬੀਜੇਪੀ, ਅਕਾਲੀ ਦਲ, ਕਾਂਗਰਸ 3 ਟ੍ਰੈਡੀਸ਼ਨਲ ਪਾਰਟੀਆਂ ਨੇ। ਆਪ ਦੀ ਤੁਹਾਨੂੰ ਮੈਂ ਗੱਲ ਕਹੀ ਸੀ ਕਿ 14 ਤੋਂ ਬਾਅਦ ਪੰਜਾਬ ਦੇ ਫੀਲਡ ਵਿੱਚ ਹੈਗੀ ਆ, ਪਰੰਤੂ ਆਪ ਨੇ ਚੋਣਾਂ ਜਿੱਤੀਆਂ ਨਹੀਂ। ਇਸ ਕਰਕੇ ਜਿਹੜੀਆਂ ਪੰਜਾਬ ਦੀਆਂ ਪਿਛਲੇ 30 ਸਾਲ ਦੀਆਂ ਸਮੱਸਿਆਵਾਂ ਨੇ, ਉਹਦਾ ਜਿੱਡਾ ਵੱਡਾ ਦੋਸ਼ ਕਾਂਗਰਸ, ਅਕਾਲੀ ਦਲ, ਬੀਜੇਪੀ ਦੇ ਸਿਰ ਤੇ ਮੜਿਆ ਜਾ ਸਕਦਾ, ਓਡਾ ਵੱਡਾ ਦੋਸ਼ ਆਮ ਆਦਮੀ ਪਾਰਟੀ ਤੇ ਲੋਕਾਂ ਦੀਆਂ ਨਜ਼ਰਾਂ ਵਿੱਚ ਨਹੀਂ ਮੜਿਆ ਜਾ ਸਕਦਾ। ਇਹ ਮੈਂ ਤੁਹਾਨੂੰ ਕਿਉਂ ਦੱਸ ਰਿਹਾ? ਇਸ ਕਰਕੇ ਦੱਸ ਰਿਹਾ, ਜਦੋਂ ਅਸੀਂ ਪੰਜਾਬ ਦੇ ਰਾਜਨੀਤਿਕ ਜੋ ਹਾਲਾਤ ਨੇ ਉਹਨਾਂ ਦੀ ਗੱਲ ਕਰਨੀ ਆ, ਜਿਨ੍ਹਾਂ ਹਾਲਾਤਾਂ ਵਿੱਚੋਂ ਮੈਂ ਇਹ ਦਲੀਲ ਦੇਣੀ ਹੈ, ਜੇ ਕਿਹੜੀ ਦਲੀਲ ਦੇਣੀ ਆ ਕਿ ਪੰਜਾਬ ਵਿੱਚ ਇੱਕ ਨਵੀਂ ਪਾਰਟੀ ਬਣਨ ਦੀ ਲੋੜ ਸੀਗੀ। ਕਿਹੜੀ ਪਾਰਟੀ ਬਣਨ ਦੀ ਲੋੜ ਸੀ, ਕਿਹੜੇ ਕਾਰਨਾਂ ਕਰਕੇ ਪਾਰਟੀ ਬਣਨ ਦੀ ਲੋੜ ਸੀ, ਇਹ ਮੈਂ ਦਲੀਲ ਅਜੇ ਦੇਣੀ ਹੈ। ਸੋ ਉਹ ਜਿਹੜੀਆਂ ਟ੍ਰੈਡੀਸ਼ਨਲ ਪਾਰਟੀ ਨੇ ਉਹ ਚੀਜ਼ਾਂ ਪੂਰੀਆਂ ਨਹੀਂ ਕੀਤੀਆਂ, ਉਹ 'ਚ ਆਮ ਆਦਮੀ ਪਾਰਟੀ ਸ਼ਾਮਲ ਨਹੀਂ ਹੈਗੀ। ਯਾਨੀ ਕਿ ਪਿਛਲੇ 30 ਸਾਲ ਦਾ ਜੋ ਪੰਜਾਬ ਦੀਆਂ ਸਮੱਸਿਆਵਾਂ ਨੇ, ਜੋ ਪੰਜਾਬ ਦਾ ਆਰਥਿਕ ਸੰਕਟ ਹੈ, ਉਸ ਸੰਕਟ ਨੂੰ ਵਧਾਉਣ ਘਟਾਉਣ ਵਿੱਚ ਆਮ ਆਦਮੀ ਪਾਰਟੀ ਜ਼ਿੰਮੇਵਾਰ ਨਹੀਂ ਹੈਗੀ। ਅਕਾਲੀ ਦਲ ਹੈਗਾ, ਕਾਂਗਰਸ ਹੈਗਾ, ਬੀਜੇਪੀ ਹੈਗੀ ਆ ਜੀ। ਸੋ ਪਹਿਲੀ ਗੱਲ ਮੈਂ ਇਹ ਕਹਿ ਰਿਹਾ, ਤੁਸੀਂ ਇਸ ਤਰ੍ਹਾਂ ਮੈਨੂੰ ਸਮ ਅਪ ਕਰ ਦਿਓ। ਮੈਂ ਇਹ ਗੱਲ ਕਹੀ ਹੈ ਕਿ ਪੰਜਾਬ ਦੇ ਜੋ ਇਸ ਵੇਲੇ ਹਾਲਾਤ ਨੇ, ਕਰਜ਼ੇ ਵਿੱਚ ਡੁੱਬਿਆ ਹੋਇਆ ਸਟੇਟ, ਜਿਹੜਾ ਆਪਣੇ ਮੁਲਾਜ਼ਮਾਂ ਦੇ ਮੁੱਢਲੇ ਹੱਕ ਨਹੀਂ ਦੇ ਸਕਦਾ, ਜਿਹੜਾ ਮੁਲਾਜ਼ਮਾਂ ਨੂੰ ਤਨਖਾਹ ਨਹੀਂ ਦੇ ਸਕਦਾ, ਜਿਸ ਸੂਬੇ ਵਿੱਚ ਜਿਹੜੀ ਇਕਨੋਮਿਕਸ ਦੀ ਇੱਕ ਟਰਮ ਹੈਗੀ ਹੈ ਨਾ ਕਿ ਤੁਹਾਡੇ ਬਜਟ ਦਾ ਕਿੰਨਾ ਹਿੱਸਾ ਇਨਵੈਸਟਮੈਂਟ ਲਈ ਵਰਤਿਆ ਜਾਂਦਾ ਹੈ, ਕਿ ਜਾਣੀ ਕਿ ਕਿੰਨੀ ਤੁਹਾਡੇ ਸੂਬੇ ਦੀ GDP ਹੈ, ਉਹਦਾ ਕਿੰਨਾ ਹਿੱਸਾ ਤੁਸੀਂ ਇਨਵੈਸਟਮੈਂਟ ਵਿੱਚ ਇਨਵੈਸਟ ਕਰਦੇ ਹੋ, ਉਹ ਪਰਸੈਂਟੇਜ ਨਾ ਵਰਗੀ ਹੈ। ਯਾਨੀ ਕਿ ਪੰਜਾਬ ਦਾ ਕੰਮ ਨਾ ਡੰਗ ਚਲਾਊ ਹੈ। ਟੋਟਲ ਆਮਦਨ ਕਿੱਥੇ ਜਾਂਦੀ ਹੈ? ਜਾਂ ਤਾਂ ਮੁਲਾਜ਼ਮਾਂ ਦੀ ਤਨਖਾਹਾਂ ਲਈ। ਹੁਣ ਇਹ ਨਾ ਸਮਝ ਲਿਓ ਕਿ ਮੁਲਾਜ਼ਮਾਂ ਨੂੰ ਪੰਜਾਬ ਵਿੱਚ ਬਹੁਤ ਤਨਖਾਹ ਮਿਲੀਆਂ, ਕਿਸੇ ਪੰਜਾਬ ਦੇ ਵਰਗ ਨੂੰ ਨਾ ਪ੍ਰੋਪਰ ਪੈਨਸ਼ਨ ਮਿਲੀ, ਨਾ ਪ੍ਰੋਪਰ ਗ੍ਰੇਡ ਮਿਲੀ। ਇਸ ਗੱਲ ਦੇ ਬਾਵਜੂਦ ਮੁਲਾਜ਼ਮਾਂ ਦੀਆਂ ਤਨਖਾਹਾਂ ਪੰਜਾਬ ਦੇ ਸੂਬੇ ਲਈ ਬਹੁਤ ਵੱਡਾ ਭਾਰ ਨੇ, ਕਿਉਂਕਿ ਪੰਜਾਬ ਦੀ ਇਨਕਮ ਹੈ ਨਹੀਂ ਗੀ। ਤੇ ਪੰਜਾਬ ਦੀ ਇਨਕਮ ਦਾ ਬਹੁਤ ਵੱਡਾ ਹਿੱਸਾ, ਜਿਹਨੂੰ ਆਪਾਂ ਡੈਟ ਸਰਵਿਸ ਕਹਿੰਦੇ ਹਾਂ, ਯਾਨੀ ਕਿ ਜਿਹੜਾ ਅਸੀਂ ਕਰਜ਼ਾ ਲਿਆ ਉਹਦੇ 'ਚ ਅਸੀਂ ਮੂਲ ਵਾਪਸ ਕਰਨਾ, ਉਹ 'ਚ ਅਸੀਂ ਵਿਆਜ ਵਾਪਸ ਕਰਨਾ, ਉਹਨੂੰ ਡੈਟ ਸਰਵਿਸ ਇਕਨੋਮਿਕਸ ਵਾਲੇ ਕਹਿ ਦਿੰਦੇ ਨੇ। ਸੋ ਸਾਡੇ ਸੂਬੇ ਦੀ 20 ਤੋਂ 25% ਜਿਹੜੀ ਸਾਡੀ ਟੋਟਲ ਇਨਕਮ ਹੈ, ਉਹ ਡੈਟ ਸਰਵਿਸ ਵਾਲੇ ਪਾਸੇ ਜਾ ਰਿਹਾ। ਇਹ ਜਿਹੜੇ ਹਾਲਾਤ ਨੇ, ਇਹ ਜਿਹੜੇ ਪੰਜਾਬ ਦੇ ਹਾਲਾਤ ਨੇ, ਪਿਛਲੇ 30 ਸਾਲਾਂ ਵਿੱਚ ਪੈਦਾ ਹੋਏ ਨੇ।
ਜਾਣੀ ਕਿ ਪੰਜਾਬ ਪਹਿਲੇ ਨੰਬਰ ਦਾ ਜਦੋਂ ਅਸੀਂ ਸਟੇਟ ਕਹਿੰਦੇ ਸੀ, ਉਹ ਜਿਹੜਾ ਦਰਜਾ ਡੁੱਬਣ ਦੀ ਪ੍ਰਕਿਰਿਆ ਜਦੋਂ ਪੰਜਾਬ ਵਿੱਚ ਪ੍ਰੈਜ਼ੀਡੈਂਸ਼ੀਅਲ ਰੂਲ ਪ੍ਰੈਜ਼ੀਡੈਂਸ਼ੀਅਲ ਰੂਲ ਲਾਇਆ ਗਿਆ, ਜਿਹੜਾ ਬਹੁਤ ਲੰਮਾ ਸਮਾਂ ਰਿਹਾ, ਜਦੋਂ 83 ਵਿੱਚ ਦਰਬਾਰਾ ਸਿੰਘ ਦੀ ਸਰਕਾਰ ਨੂੰ ਡਿਸਮਿਸ ਕਰਨ ਤੋਂ ਬਾਅਦ ਚ ਜਾ ਕੇ ਇਲੈਕਸ਼ਨ ਹੋਈ ਸੀਗੀ, ਆਪਣਾ ਜਦੋਂ 86 ਵਿੱਚ ਜਿਹੜੀ ਚੋਣ ਲੜੀ ਸੀਗੀ, ਜਦੋਂ ਸੁਰਜੀਤ ਸਿੰਘ ਬਰਨਾਲਾ ਬਣੇ ਸੀਗੇ, ਬਾਅਦ 'ਚ ਫਿਰ ਉਸ ਸਰਕਾਰ ਨੂੰ ਡਿਸਮਿਸ ਕਰ ਦਿੱਤਾ ਗਿਆ ਸੀ, ਫਿਰ ਪ੍ਰੈਜ਼ੀਡੈਂਸ਼ੀਅਲ ਰੂਲ ਬਣ ਗਿਆ, ਫਿਰ ਜਾ ਕੇ 93 'ਚ ਪਾਪੂਲਰ ਸਰਕਾਰ ਬਣੀ। ਸੋ ਜਿਹੜਾ ਲੰਮਾ ਸਮਾਂ ਪ੍ਰੈਜ਼ੀਡੈਂਸ਼ੀਅਲ ਰੂਲ ਰਿਹਾ, ਇਸ ਪੀਰੀਅਡ ਵਿੱਚ ਸੂਬੇ ਦੀਆਂ ਆਰਥਿਕ ਸਮੱਸਿਆਵਾਂ ਨੇ ਗੰਭੀਰ ਰੂਪ ਧਾਰਨ ਕਰ ਗਿਆ। ਸੋ 80 ਦੇ ਦਹਾਕੇ ਵਿੱਚ ਪਹਿਲੀ ਵਾਰ ਪੰਜਾਬ ਦਾ ਬਜਟ ਸਰਪਲਸ ਤੋਂ ਡੈਫੀਸਿਟ ਹੋਇਆ। ਸੋ ਇਹ ਸਿਲਸਿਲਾ ਸ਼ੁਰੂ ਹੋ ਕੇ ਹੁਣ ਕਿੱਥੇ ਪਹੁੰਚ ਗਿਆ, ਜਿਹੜੀ ਗੱਲ ਮੈਂ ਪਹਿਲਾਂ ਕੀਤੀ ਹੈ। ਸੋ ਇਸ ਕਰਕੇ ਪੰਜਾਬ ਦੇ ਲੋਕ, ਹੁਣ ਆਪਾਂ ਅਸਲੀ ਗੱਲ ਤੇ ਆ ਰਿਹਾ, ਪੰਜਾਬ ਦੇ ਲੋਕਾਂ ਦੇ ਦੀਆਂ ਨਿਗਾਹਾਂ ਵਿੱਚ ਪੰਜਾਬ ਦੇ ਜਿਹੜੇ ਵਾਚਰ ਨੇ, ਜਿਹੜੇ ਪੰਜਾਬ ਤੇ ਲਿਖਦੇ ਨੇ, ਜਿਹੜੇ ਪੰਜਾਬ ਦੀ ਇਕੋਨਮੀ ਤੇ ਰਾਜਨੀਤੀ ਨੂੰ ਵਿਚਾਰਦੇ ਨੇ, ਉਹਨਾਂ ਦੇ ਮੁਤਾਬਕ ਜਿਹੜੀਆਂ ਪਾਰਟੀਆਂ ਪਿਛਲੇ 30 ਸਾਲ ਤੋਂ ਪੰਜਾਬ ਵਿੱਚ ਰਾਜ ਕਰ ਰਹੀਆਂ ਨੇ, ਉਹਨਾਂ ਦੀ ਇਹ ਸਭ ਤੋਂ ਵੱਡੀ ਫੇਲਿਅਰ ਹੈ ਕਿ ਤੁਸੀਂ ਸੂਬੇ ਨੂੰ ਇਸ ਕਿਸਮ ਦੇ ਹਾਲਾਤ ਵਿੱਚ ਲਿਆ ਕੇ ਖੜਾ ਕਰ ਦਿੱਤਾ ਹੈ ਜਿੱਥੇ ਸੂਬੇ ਕੋਲ ਇਨਵੈਸਟਮੈਂਟ ਲਈ ਕੋਈ ਪੈਸਾ ਹੀ ਨਹੀਂ ਹੈਗਾ। ਬਾਕੀ ਸਮੱਸਿਆਵਾਂ ਬਹੁਤ ਨੇ, ਉਹਨਾਂ ਦਾ ਜੇਕਰ ਜੇ ਕਰੀਏ ਫਿਰ ਬਹੁਤ ਸਮਾਂ ਲੱਗ ਜਾਏਗਾ। ਤੁਸੀਂ ਜਿਵੇਂ ਆਪਾਂ ਗੱਲ ਕੀਤੀ ਹੈ ਕਿ ਕਿਸਾਨਾਂ ਨੇ ਤਾਂ ਮੋਰਚਾ ਲਾਇਆ ਕਾਨੂੰਨ ਵਾਪਸ ਕਰਵਾਉਣ ਲਈ, ਤੇ ਕਿਸਾਨ ਬੇਸਿਕਲੀ ਇੱਕ ਪ੍ਰੈਸ਼ਰ ਗਰੁੱਪ ਨੇ ਜਿਹੜੇ ਕਿਸਾਨਾਂ ਦੇ ਹਿੱਤਾਂ ਦੀ ਲੜਦੇ ਨੇ। ਤੇ ਬਾਕੀ ਗੱਲਾਂ ਛੱਡੀਏ, ਜੇ ਕਿਸਾਨ ਜਥੇਬੰਦੀਆਂ ਨੇ ਇਸ ਗੱਲ ਤੇ ਬੈਠ ਕੇ ਵਿਚਾਰ ਕਰਨੀ ਹੋਵੇ ਕਿ ਜੇ ਅਸੀਂ ਕੇਂਦਰ ਨੂੰ ਛੱਡ ਕੇ ਪੰਜਾਬ ਕੋਲੋਂ ਕਿਸਾਨਾਂ ਦੀ ਭਲਾਈ ਲਈ ਕੋਈ 4 ਪੈਸੇ ਖਰਚ ਕਰਵਾਉਣੇ ਨੇ, ਜੇ ਕੋਈ MSP ਵਰਗੀ ਚੀਜ਼ ਪੰਜਾਬ ਵਿੱਚ ਪੈਦਾ ਕਰਨੀ ਹੈ, ਜਿਹੜਾ MSP ਤੇ ਪਰਚੇਜ ਦਾ ਗੈਪ ਹੈ, ਜੋ ਉਹਦੇ ਲਈ ਪੰਜਾਬ ਨੇ ਕੋਈ ਸਹਾਇਤਾ ਦੇਣੀ ਹੈ, ਤੇ ਜੇ ਪੰਜਾਬ ਵਿੱਚ ਪੰਜਾਬ ਦੇ ਲੈਵਲ ਤੇ ਫਸਲਾਂ ਦੇ ਬਦਲਵੇਂ ਰੂਪ ਲਈ ਕੋਈ ਇਨੀਸ਼ੀਏਟਿਵ ਲੈਣਾ, ਤੇ ਸਾਧਨ ਕਿੱਥੇ ਨੇ? ਇਹ ਤੇ ਕਿਸਾਨਾਂ ਦੀਆਂ ਜਥੇਬੰਦੀਆਂ ਨੂੰ ਵੀ ਪਤਾ ਹੈਗਾ। ਸੋ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਪੰਜਾਬ ਦੇ ਅੰਦਰ ਪਹਿਲੀ ਵਾਰ ਬਹੁਤ ਵੱਡੇ ਲੈਵਲ ਤੇ ਲੋਕ, ਵਿਦਵਾਨ, ਪੜ੍ਹੇ ਲਿਖੇ ਪੰਜਾਬ ਦੇ ਜਿਹੜੇ ਵਾਚਰ ਨੇ, ਉਹ ਸੋਚਦੇ ਨੇ ਕਿ ਇਹਨਾਂ ਪਾਰਟੀਆਂ ਨੇ ਪੰਜਾਬ ਦੀਆਂ ਸਮੱਸਿਆਵਾਂ ਨੂੰ ਹੱਲ ਨਹੀਂ ਕੀਤਾ। ਇਸ ਕਰਕੇ ਨਵੀਂ ਕਿਸਮ ਦੀ ਪਾਰਟੀ, ਨਵੇਂ ਕਿਸਮ ਦਾ ਆਊਟਪੁੱਟ, ਜਿਹੜਾ ਪੰਜਾਬ ਦੇ ਸਮੱਸਿਆ ਪ੍ਰਤੀ ਗੰਭੀਰਤਾ, ਚਲੋ ਸਾਰੇ ਹੀ ਹੁੰਦੇ ਨੇ, ਮੈਂ ਸ਼ਬਦ ਇੱਕ ਐਡ ਕਰ ਰਿਹਾ, ਇਮਾਨਦਾਰੀ ਨਾਲ ਗੰਭੀਰਤਾ ਸਾਰੇ ਹੀ ਨੇ। ਜਦੋਂ ਗੱਲਾਂ ਕਰਦੇ ਨੇ, ਕਾਂਗਰਸ ਵੀ ਬੜੀ ਗੰਭੀਰ ਹੈ, ਅਕਾਲੀ ਦਲ ਵੀ ਬੜਾ ਗੰਭੀਰ ਹੈ, BJP ਵੀ ਬੜੀ ਗੰਭੀਰ ਹੈ, ਪਰੰਤੂ ਸਾਨੂੰ ਇਮਾਨਦਾਰੀ ਨਜ਼ਰ ਨਹੀਂ ਆਉਂਦੀ, ਸਾਨੂੰ ਕਮਿਟਮੈਂਟ ਨਜ਼ਰ ਨਹੀਂ ਆਉਂਦੀ। ਜੇ ਇਮਾਨਦਾਰੀ ਹੁੰਦੀ, ਮੈਂ ਕੁਝ ਉਦਾਹਰਨਾਂ ਜੇ ਤੁਹਾਨੂੰ ਦਵਾਂ, ਕੈਪਟਨ ਅਮਰਿੰਦਰ ਸਿੰਘ ਦੇ ਟਨਿਓਰ 'ਚ ਇਹ ਗੱਲ ਉੱਠੀ ਕਿ ਪੰਜਾਬ ਦੀ ਜਿੰਨੀ ਪਾਪੂਲੇਸ਼ਨ ਹੈ, ਉਨੀ ਪਾਪੂਲੇਸ਼ਨ ਤਾਮਿਲਨਾਡੂ ਦੀ ਹੈ। ਤਾਮਿਲਨਾਡੂ ਸ਼ਰਾਬ ਤੋਂ 25 ਤੋਂ 30 ਹਜ਼ਾਰ ਕਰੋੜ ਰੁਪਈਆ ਕਮਾਉਂਦਾ ਹੈ ਪਰ ਐਨਮ, ਪੰਜਾਬ ਵਿੱਚ 5600 ਕਰੋੜ। ਫਿਰ ਪਤਾ ਲੱਗਿਆ ਕਿ ਪੰਜਾਬ ਵਿੱਚ ਲੋਕਾਂ ਨੇ ਇਲੀਗਲ ਡਿਸਟਿਲਰੀਆਂ ਲਾਈਆਂ ਨੇ, ਇਹ ਪਤਾ ਲੱਗਿਆ ਹੈ ਜੀ। ਸੋ ਬੜੇ ਵੱਡੇ ਲੈਵਲ ਤੇ ਪਤਾ ਲੱਗਿਆ ਕਿ ਪੋਲੀਟੀਸ਼ੀਅਨਸ ਡਿਸਟਿਲਰੀਆਂ ਲਾ ਕੇ ਨਜਾਇਜ਼ ਸ਼ਰਾਬਾਂ ਵੇਚਦੇ ਨੇ, ਜਿਹੜੀ ਤੁਸੀਂ ਜਾਂ ਤਾਂ ਫਿਰ ਪੰਜਾਬ ਨੂੰ ਤੁਸੀਂ ਡਰਾਈ ਸਟੇਟ ਡਿਕਲੇਅਰ ਕਰ ਦਿਓ, ਡਰਾਈ ਵੀ ਨਹੀਂ ਹੈਗਾ ਹੈ ਜੀ। ਸ਼ਰਾਬ ਵਿਕਦੀ ਵੀ ਹੈ ਪਰ ਸ਼ਰਾਬ ਦੀ ਇਨਕਮ ਸਰਕਾਰ ਕੋਲ ਨਹੀਂ ਜਾਂਦੀ। ਇਸੇ ਤਰ੍ਹਾਂ ਵਿਦਵਾਨਾਂ ਨੇ ਐਸਟੀਮੇਟ ਦਿੱਤੇ ਕਿ ਜਿਹੜੀ ਰੇਤੇ ਦੀ ਮਾਈਨਿੰਗ ਹੈ, ਤੇਲੰਗਾਨਾ ਵਿੱਚ 1/3 ਸਾਡੇ ਤੋਂ ਰੇਤਾ ਹੈਗਾ, ਉੱਥੇ 2000 ਕਰੋੜ ਦੀ ਆਮਦਨ ਹੈਗੀ ਹੈ। ਪੰਜਾਬ 'ਚ ਸਿਰਫ 400 ਕਰੋੜ ਦੀ ਆਮਦਨ ਹੈਗੀ ਹੈ। ਤੇਲੰਗਾਨਾ ਵਿੱਚ ਰੇਤਾ ਬਹੁਤ ਘੱਟ ਭਾਅ 'ਤੇ ਮਿਲਦਾ ਹੈ, ਸਰਕਾਰ ਕੋਲੋਂ ਬੁੱਕ ਕਰਾ ਕੇ ਲੋਕ ਖਰੀਦ ਲੈਂਦੇ ਨੇ। ਇੱਥੇ ਉਸ ਕਿਸਮ ਦੀ ਕੋਈ ਵਿਵਸਥਾ ਨਹੀਂ ਹੈਗੀ। ਜੋ ਵੈਟ ਦੀ ਚੋਰੀ ਹੈ ਪੰਜਾਬ ਵਿੱਚ, ਉਹਦੇ ਬਾਰੇ ਵੀ ਬੜੇ ਲੋਕਾਂ ਨੇ ਲਿਖਿਆ। ਸੋ ਮੈਂ ਦੱਸਣਾ ਤੁਹਾਨੂੰ ਇਹ ਚਾਹੁੰਦਾ ਕਿ ਜੋ ਮੌਜੂਦਾ ਪੰਜਾਬ ਦੀਆਂ ਪਾਰਟੀਆਂ ਨੇ, ਉਹਨਾਂ ਪ੍ਰਤੀ ਬਹੁਤ ਵੱਡੇ ਲੈਵਲ ਤੇ ਬੇਭਰੋਸਗੀ ਹੈ, ਡਿਸਟਰਸ ਹੈ। ਯੂ ਵੁੱਡ ਹਾਰਡਲੀ ਹੈਵ ਏ ਕਾਈਂਡ ਵਰਡ, ਕੋਈ ਪੜ੍ਹਿਆ ਲਿਖਿਆ ਵਿਅਕਤੀ, ਸੋਚ ਵਾਲਾ ਵਿਅਕਤੀ, ਜਿਹੜਾ ਪੰਜਾਬ ਨਾਲ ਜੁੜਿਆ ਹੋਇਆ ਭਾਵਕ ਤੌਰ ਤੇ, ਜਿਹੜਾ ਪੰਜਾਬ ਦਾ ਭਲਾ ਚਾਹੁੰਦਾ, ਉਹ ਇਹਨਾਂ ਪਾਰਟੀਆਂ ਪ੍ਰਤੀ ਜਦੋਂ ਤੁਹਾਨੂੰ ਕੋਈ ਅਲਟਰਨੇਟਿਵ ਨਹੀਂ ਲੱਭਦਾ, ਤੁਸੀਂ ਲੈਸਰ ਈਵਲ ਚੂਜ਼ ਕਰਨੀ ਹੈ, ਫਿਰ ਗੱਲ ਅਲੱਗ ਹੈ। ਪਰੰਤੂ ਆਹ ਜਿਹੜਾ ਪੰਜਾਬ ਦਾ ਸੰਕਟ ਹੈ, ਸੋ ਪੰਜਾਬ
ਪਹਿਲੇ ਤੋਂ 19ਵੇਂ ਨੰਬਰ ਤੇ ਚਲਿਆ ਗਿਆ। ਪੰਜਾਬ ਦੀ ਆਮਦਨ ਜਿਵੇਂ ਤੁਹਾਨੂੰ ਦੱਸਿਆ ਬਿਲਕੁਲ ਘਟ ਗਈ। ਪੰਜਾਬ ਦੀ ਆਬੋ ਹਵਾ ਬਰਬਾਦ ਹੋ ਗਈ। ਪੰਜਾਬ ਦਾ এনवायरमेंट ਬਰਬਾਦ ਹੋ ਗਿਆ। ਪੰਜਾਬ ਨੂੰ ਲੋਕ ਛੱਡ ਕੇ, ਪੰਜਾਬ ਮੈਂ ਇੱਕ ਪਿੱਛੇ ਜੇ PhD ਥੀਸਿਸ ਕਰਵਾਇਆ ਸੀ, ਪੰਜਾਬ ਇਜ਼ ਏ ਵਰਚੁਅਲੀ ਡਿਜ਼ਰਟਡ ਪਲੇਸ, ਜਿੱਥੇ ਅਸੀਂ ਦੇਖਿਆ ਸੀ ਹਰ ਪੇਂਡੂ ਸ਼ਹਿਰੀ ਹਰ ਤਬਕੇ ਦਾ, ਅਮੀਰ ਗਰੀਬ, ਈਵਨ ਗਰੀਬ ਅਮੀਰ, ਜਿਹੜੇ ਚੰਗੀਆਂ ਜ਼ਮੀਨਾਂ ਵਾਲੇ ਲੋਕ, ਚੰਗੇ ਸਾਧਨਾਂ ਵਾਲੇ ਲੋਕ, ਉਹਨਾਂ ਦੀ ਵੀ ਪੰਜਾਬ ਪ੍ਰੈਫਰੈਂਸ ਨਹੀਂ ਹੈਗਾ ਇਹਨਾਂ ਕਾਰਨਾਂ ਕਰਕੇ। ਸੋ ਇਸ ਕਰਕੇ ਜੇ ਆਪਾਂ ਸਾਰੀਆਂ ਗੱਲਾਂ ਨੂੰ ਸਮ ਅਪ ਕਰ ਇਸ ਕਿਸਮ ਦੀ ਪਾਰਟੀ ਜਿਹੜੇ ਪੰਜਾਬ ਬਾਰੇ ਸਮੁੱਚੇ ਤੌਰ ਤੇ ਸੋਚੇ, ਪੰਜਾਬ ਦੀ ਆਮਦਨ ਬਾਰੇ ਸੋਚੇ, ਪੰਜਾਬ ਦੇ এনवायरमेंट ਬਾਰੇ ਸੋਚੇ, ਪੰਜਾਬ ਦੇ ਜਿਹੜੀ ਡਰੱਗਸ ਜਿਸ ਲੈਵਲ ਤੇ ਫੈਲੀ ਆ ਉਹਦੇ ਬਾਰੇ ਸੋਚੇ, ਪੰਜਾਬ ਦੇ ਪਾਣੀਆਂ ਦਾ ਜਿਹੜਾ ਦਰਿਆਵਾਂ ਦਾ ਪਾਣੀ ਜਿਹੜਾ ਗੰਦਲਾ ਹੋ ਗਿਆ ਉਹਦੇ ਬਾਰੇ ਸੋਚੇ, ਹਵਾ ਜਿਹੜੀ ਗੰਦਲੀ ਹੋ ਗਈ ਉਹਦੇ ਬਾਰੇ ਸੋਚੇ। ਸੋ ਪੰਜਾਬ ਦੀਆਂ ਸਮੱਸਿਆਵਾਂ ਦੇ ਕੱਦ ਦੀ ਪਾਰਟੀ ਪੰਜਾਬ ਵਿੱਚ ਨਹੀਂ ਹੈਗੀ। ਇਸ ਕਰਕੇ ਜੇ ਸੰਯੁਕਤ ਕਿਸਾਨ ਮੋਰਚਾ, ਸੰਯੁਕਤ ਸਮਾਜ ਮੋਰਚਾ ਬਣ ਜਾਂਦਾ, ਆ ਜਿਹੜੀਆਂ ਸਮੱਸਿਆਵਾਂ ਜਿਨ੍ਹਾਂ ਦਾ ਮੈਂ ਬਰੀਫਲੀ ਸਿਰਫ ਨਾਂ ਹੀ ਲਿਆ, ਉਹਨਾਂ ਦੀ ਡਿਟੇਲ ਆਪਾਂ ਡਿਸਕਸ਼ਨ ਨਹੀਂ ਕੀਤੀ ਕਿਉਂਕਿ ਆਪਣੇ ਕੋਲ ਸਮਾਂ ਨਹੀਂ ਹੈਗਾ, ਜਿਹੜੀਆਂ ਮੈਂ ਇਹਨਾਂ ਸਮੱਸਿਆਵਾਂ ਦਾ ਸਿਰਫ ਤੇ ਸਿਰਫ ਜ਼ਿਕਰ ਕੀਤਾ, ਜੇ ਇਹਨਾਂ ਸਮੱਸਿਆਵਾਂ ਦਾ ਸੰਜੀਦਗੀ ਨਾਲ ਕਿਸੇ ਨੇ ਹੱਲ ਲੱਭਣਾ, ਫਿਰ ਉਸ ਕਿਸਮ ਦੀ ਪਾਰਟੀ, ਹੁਣ ਮੈਂ ਗੱਲ ਕਰ ਰਿਹਾ ਸਮੁੱਚੇ ਕਿਸਾਨ ਜਿਹੜਾ ਸੰਯੁਕਤ ਕਿਸਾਨ ਮੋਰਚੇ ਦੀ, ਜਿਨ੍ਹਾਂ ਨੇ ਜਿੱਡੀ ਸ਼ਾਬਾਸ਼ੇ ਦੁਨੀਆ ਦੇ ਪੱਧਰ ਤੇ ਲਈ, ਉਸ ਸ਼ਾਬਾਸ਼ੇ ਵਿੱਚੋਂ ਹੀ ਇਹ ਆਸ ਪੈਦਾ ਹੋਈ ਕਿ ਜੇ ਸੰਯੁਕਤ ਕਿਸਾਨ ਮੋਰਚਾ ਏਡੀ ਵੱਡੀ ਲੜਾਈ ਲੜ ਕੇ ਸੰਜਮ ਨਾਲ ਰਾਜਨੀਤੀ ਆਪਣੀ ਮੂਵਮੈਂਟ ਚਲਾ ਕੇ ਆਪਣੀ ਜਿੱਤ ਪ੍ਰਾਪਤ ਕਰ ਸਕਦਾ ਹੈ, ਫਿਰ ਸਾਨੂੰ ਆਸ ਬਣੀ ਕਿ ਇਹ ਲੋਕ ਸ਼ਾਇਦ ਪੰਜਾਬ ਦੀ ਰਾਜਨੀਤੀ ਨੂੰ ਵੀ ਸਾਫ਼ ਸੁਥਰਾ ਕਰ ਦੇਣ। ਇਸੇ ਕਰਕੇ ਪਾਰਟੀ ਬਣੀ, ਸੋ ਮੇਰਾ ਜਵਾਬ ਬਿਲਕੁਲ ਸਿੱਧਾ ਹੈ ਕਿ ਯੈਸ ਇਸ ਕਿਸਮ ਦੀ ਪਾਰਟੀ ਦੀ ਲੋੜ ਹੈਗੀ ਆ, ਜਿਹੜੀ ਪਾਰਟੀ ਕੋਲ ਪੰਜਾਬ ਦੀਆਂ ਸਮੱਸਿਆਵਾਂ ਦਾ ਹੱਲ ਹੋਵੇ, ਜਿਹੜੀ ਪਾਰਟੀ ਕੋਲ ਪੰਜਾਬ ਦੀ ਸਮੱਸਿਆ ਦਾ ਜਵਾਬ ਹੋਵੇ। ਤੇ ਇਹ ਵੀ ਸਾਨੂੰ ਪਤਾ ਹੈ ਕਿ ਜਿਹੜੀਆਂ ਮੌਜੂਦਾ ਪੰਜਾਬ ਦੀਆਂ ਪਾਰਟੀਆਂ ਨੇ, ਉਹਨਾਂ ਕੋਲ ਇਹਨਾਂ ਸਮੱਸਿਆਵਾਂ ਦਾ ਜੇ ਹੱਲ ਹੁੰਦਾ, ਜੇ ਜਵਾਬ ਹੁੰਦਾ, ਫਿਰ 30 ਸਾਲ ਵਿੱਚ ਇਹ ਸਮੱਸਿਆਵਾਂ ਹੱਲ ਕਿਉਂ ਨਾ ਹੁੰਦੀਆਂ, ਅਸੀਂ ਇੱਧਰ ਪਾਸੇ ਕਿਉਂ ਨਹੀਂ ਤੁਰੇ। ਸੋ ਜੇ ਫਾਰ ਐਗਜ਼ਾਮਪਲ ਇਹਨਾਂ ਹਾਲਾਤਾਂ ਵਿੱਚ ਅਸੀਂ ਪੰਜਾਬ ਦੇ ਲੋਕ ਟ੍ਰੈਡੀਸ਼ਨਲ ਪਾਰਟੀ ਨੂੰ ਡਿਸਟਰਸ ਕਰੀਏ ਤਾਂ ਬਿਲਕੁਲ ਐਸਟੀਮੇਟ ਹੋਏਗਾ। ਸੋ ਉਹ ਜਿਹੜਾ ਇਹ ਡਿਸਟਰਸ ਹੈ ਨਾ, ਇਹਨਾਂ ਵਿੱਚੋਂ ਹੀ ਨਵੀਂ ਪਾਰਟੀ ਦੇ ਪੈਦਾ ਹੋਣ ਦੀ ਲੋੜ ਪੈਦਾ ਹੁੰਦੀ ਹੈ। ਤੇ ਉਸ ਕੰਟੈਕਸਟ ਵਿੱਚ ਹੀ ਮੈਂ ਸੰਯੁਕਤ ਸਮਾਜ ਮੋਰਚੇ ਨੂੰ ਦੇਖਦਾ। ਸੋ ਕੋਈ ਮਤਲਬ ਹਾਂ, ਜਿਹੜੀ ਗੱਲ ਹਰਜਿੰਦਰ ਸਿੰਘ ਉਹਨਾਂ ਨੇ ਕਹੀ ਸੀ ਉਹ ਇੱਕ ਬੜਾ ਮਹੱਤਵਪੂਰਨ ਪੁਆਇੰਟ ਹੈ। ਜਿਹੜਾ ਇੰਟਰਸਟ ਗਰੁੱਪ ਹੈ, ਜਿਹਨੂੰ ਆਪਾਂ ਹਿੱਤ ਸਮੂਹ ਪੰਜਾਬੀ 'ਚ ਕਹਿੰਦੇ ਆ, ਕਿਸਾਨ ਜਥੇਬੰਦੀ ਇੱਕ ਇੰਟਰਸਟ ਗਰੁੱਪ ਹੈ। ਯਾਨੀ ਜਿਸ ਗਰੁੱਪ ਨੂੰ ਤੁਸੀਂ ਰਿਪਰੈਜ਼ੈਂਟ ਕਰਦੇ ਹੋ, ਉਸ ਗਰੁੱਪ ਦੇ ਹਿੱਤਾਂ ਦੀ ਤੁਸੀਂ ਨੁਮਾਇੰਦਗੀ ਕਰਦੇ ਹੋ, ਚਾਹੇ ਕਿਸਾਨ ਹੋਣ, ਚਾਹੇ ਅਧਿਆਪਕ ਹੋਣ, ਚਾਹੇ ਮਜ਼ਦੂਰ ਹੋਣ, ਚਾਹੇ ਬੱਸ ਡਰਾਈਵਰ ਹੋਣ। ਮਤਲਬ ਉਹਨਾਂ ਨੂੰ ਤੁਸੀਂ ਕੋਈ ਲਾਂਭਾ ਨਹੀਂ ਦੇ ਸਕਦੇ, ਉਹ ਬਣੇ ਹੀ ਇੱਕ ਵਰਗ ਦੇ ਹਿੱਤਾਂ ਦੀ ਨੁਮਾਇੰਦਗੀ ਕਰਨੀ ਹੈ। ਸੋ ਕਿਸਾਨ ਯੂਨੀਅਨ ਕਿਸਾਨਾਂ ਦੇ ਹਿੱਤਾਂ ਦੀ ਪੂਰਤੀ ਕਰਨ ਲਈ ਬਣੀ ਹੈ। ਪਰੰਤੂ ਕਿਸਾਨ ਯੂਨੀਅਨ ਰਹਿ ਕੇ ਪਾਰਟੀ ਨਹੀਂ ਬਣ ਸਕਦੀ। ਮਜ਼ਦੂਰ ਯੂਨੀਅਨ ਰਹਿ ਕੇ ਪਾਰਟੀ ਨਹੀਂ ਬਣ ਸਕਦੀ। ਹੁਣ ਮੈਂ ਤੁਹਾਨੂੰ ਦੱਸਦਾ ਮੈਂ ਕੀ ਸਮੱਸਿਆ। ਦੇਖੋ, ਜੇ ਹੁਣ ਸੰਯੁਕਤ ਕਿਸਾਨ ਮੋਰਚਾ, ਸੰਯੁਕਤ ਸਮਾਜ ਮੋਰਚਾ ਬਣ ਕੇ ਪਾਰਟੀ ਬਣ ਗਿਆ, ਚੋਣਾਂ ਲੜਨ ਜਾ ਰਿਹਾ ਹੈ, ਤੇ ਫਿਰ ਇਹ ਤਾਂ ਨਹੀਂ ਕਹਿਣਗੇ ਕਿ ਸਿਰਫ ਤੇ ਸਿਰਫ ਜਿਹੜੇ ਸਾਡੇ ਪ੍ਰੋਗਰਾਮ ਸੀਗੇ ਕਿ ਕਿਸਾਨਾਂ ਦਾ ਕਰਜ਼ਾ ਮਾਫ ਕਰ ਦਿਓ, ਕਿਸਾਨਾਂ ਨੂੰ ਜਿਹੜੀ ਆਪਣਾ ਮਿਨੀਮਮ ਸਪੋਰਟ ਪ੍ਰਾਈਸ ਉਹਨੂੰ ਯਕੀਨੀ ਦਵਾ ਦਿਓ, ਫਿਰ ਤਾਂ ਉਹਨਾਂ ਨੂੰ ਸਿਹਤ ਸੇਵਾਵਾਂ ਦੀ ਵੀ ਗੱਲ ਕਰਨੀ ਪਏਗੀ, ਵਿੱਦਿਆ ਦੀ ਵੀ ਗੱਲ ਕਰਨੀ ਪਏਗੀ, ਮਜ਼ਦੂਰਾਂ ਦੀ ਗੱਲ ਵੀ ਕਰਨੀ ਪਏਗੀ, ਪਾਣੀਆਂ ਦੀ ਗੱਲ ਵੀ ਕਰਨੀ ਪਏਗੀ। ਫਿਰ ਤਾਂ ਉਹਨਾਂ ਨੂੰ ਜਿਹੜੀ ਡਰੱਗ ਦੀ ਸਮੱਸਿਆ ਉਹਦੀ ਗੱਲ ਵੀ ਕਰਨੀ ਗਈ। ਪਾਰਟੀ ਬਣ ਕੇ ਤਾਂ ਫਿਰ ਜਿਹੜੀ
ਆਪਣਾ ਜਿਹੜੀ ਸੈਕੂਲਰਿਜ਼ਮ ਵਾਲੀ ਸਮੱਸਿਆ ਜਿਹੜੀਆਂ ਦੋ ਪਾਰਟੀਆਂ ਨੂੰ ਆਪਣੇ ਵਿੱਚ ਲਪੇਟ ਰਿਹਾ, ਫਿਰ ਤਾਂ ਕਿਸਾਨ ਜਥੇਬੰਦੀਆਂ ਨੂੰ ਉਸ ਗੱਲ ਦਾ ਵੀ ਗੱਲ ਕਰਨੀ ਪਏਗੀ। ਸੋ ਪਾਰਟੀ ਜਿਹੜੀ ਹੈ, ਪਾਰਟੀ ਸੂਬੇ ਦੇ ਜਿਹੜੇ ਅਲੱਗ-ਅਲੱਗ ਵਰਗਾਂ ਦੇ ਲੋਕ ਨੇ, ਜੇ ਅਸੀਂ ਪੰਜਾਬ ਦੀ ਜਿਹੜੀ ਸੋਸ਼ਲ ਕੰਪੋਜੀਸ਼ਨ ਆ ਉਹਦੇ ਤੇ ਝਾਤ ਮਾਰੀਏ, ਤੁਸੀਂ ਦੱਸੋ ਵੀ ਕਿਸਾਨ ਜਥੇਬੰਦੀਆਂ ਨੇ ਏਡੀ ਵੱਡੀ ਲੜਾਈ ਲੜ ਕੇ ਹਰ ਪਾਸਿਓਂ ਸਾਵਾਸ਼ੇ ਖੱਟੀ, ਨਾਮਣਾ ਖੱਟਿਆ, ਪਰੰਤੂ ਅਸੀਂ ਕਿਸਾਨ ਜਥੇਬੰਦੀਆਂ ਕੋਲੋਂ ਇਹ ਤਾਂ ਨਹੀਂ ਆਸ ਕਰ ਸਕਦੇ ਕਿ ਉਹ ਦਲਿਤਾਂ ਦੇ ਇੰਟਰਸਟ ਨੂੰ ਲੈ ਕੇ ਲੜਾਈ ਲੜਨਗੇ। ਉਹ ਤਾਂ ਕਿਸਾਨ ਜਥੇਬੰਦੀ ਹੈ, ਕਿਸਾਨਾਂ ਦੇ ਹਿੱਤਾਂ ਲਈ ਲੜਨਗੇ। ਪਰ ਹੁਣ ਜਦੋਂ SSM ਪਾਰਟੀ ਬਣ ਗਿਆ, ਫਿਰ ਦਲਿਤਾਂ ਦਾ ਪ੍ਰੋਗਰਾਮ ਕੀ ਹੈ, ਘੱਟ ਗਿਣਤੀਆਂ ਦਾ ਪ੍ਰੋਗਰਾਮ ਕੀ ਹੈ, ਮੁਲਾਜ਼ਮਾਂ ਤੁਹਾਡਾ ਰਵੱਈਆ ਕੀ ਹੈ, ਕਿੱਥੋਂ ਪੈਸੇ ਆਉਣੇ ਨੇ, ਜਿਹੜਾ ਜੇ SSM ਨੇ ਸਮਾਜ ਭਲਾਈ ਦੇ ਕੰਮ ਕਰਨੇ ਨੇ, ਜਿਹੜੇ ਕਿ ਸਟੇਟ ਨੇ ਕਰਨੇ ਹੁੰਦੇ ਨੇ, ਫਿਰ ਦੋ ਚੀਜ਼ਾਂ ਦਾ ਫੈਸਲਾ ਕਰਨਾ ਬਿਲਕੁਲ ਜ਼ਰੂਰੀ ਹੁੰਦਾ। ਪਹਿਲਾ, ਤੁਸੀਂ ਕਿੱਥੋਂ ਪੈਸਾ ਲੈ ਕੇ ਆਉਣਾ, ਯਾਨੀ ਟੈਕਸ ਲਾਓਗੇ, ਪੈਸਾ ਹੋਰ ਸਟੇਟ ਨੇ ਕਿਹੜਾ ਹਲ ਚਲਾਉਣੇ ਨੇ, ਪੈਸਾ ਕਿੱਥੋਂ ਆਊਗਾ, ਪੈਸਾ ਆਉਣ ਦਾ ਮਤਲਬ ਹੈ ਟੈਕਸ ਕਿੱਥੇ ਲਾਉਣੇ ਨੇ। ਦੂਜਾ, ਪੈਸਾ ਕਿਹਦੇ ਤੇ ਖਰਚ ਕਰਨਾ, ਤੁਸੀਂ ਇਹ ਵੀ ਨਹੀਂ ਕਹਿ ਸਕਦੇ ਇਕੱਲੇ ਤੇ ਇਕੱਲੇ ਕਿਸਾਨਾਂ ਤੇ ਖਰਚ ਕਰਨਾ, ਮਜ਼ਦੂਰਾਂ ਤੇ ਵੀ ਖਰਚ ਕਰਨਾ, ਦਲਿਤਾਂ ਤੇ ਵੀ ਖਰਚ ਕਰਨਾ, ਹੈਲਥ ਤੇ ਵੀ ਖਰਚ ਕਰਨਾ। ਸੋ ਇਹ ਜਿਹੜਾ ਏਜੰਡਾ ਹੈ ਨਾ, ਇਹ ਏਜੰਡਾ ਜਿਹੜਾ ਹੈ, ਜਦੋਂ ਤੁਸੀਂ ਇਸ ਏਜੰਡੇ ਨੂੰ ਵਾਈਡਨ ਕਰਨਾ ਹੈ, ਉਹਦੇ 'ਚ ਹਰ ਗਰੁੱਪ ਨੂੰ ਰਿਪਰੈਜ਼ੈਂਟੇਸ਼ਨ ਦੇਣੀ ਹੈ, ਤੇ ਅਲੱਗ-ਅਲੱਗ ਗਰੁੱਪਾਂ ਦੇ ਇੰਟਰਸਟ ਨੂੰ ਰਿਪਰੈਜ਼ੈਂਟੇਸ਼ਨ ਦਿੰਦੇ ਹੋਏ ਇੰਟਰਸਟ ਨੂੰ ਰੀਕਨਸਾਈਲ ਕਰਨਾ ਹੈ। ਇਹੀ ਸਭ ਤੋਂ ਵੱਡਾ ਟਾਸਕ ਹੈ। ਇਹ ਟਾਸਕ ਜਦੋਂ ਤੁਸੀਂ ਕਰੋਗੇ, ਫਿਰ ਜਿਹੜੀ ਗਰੁੱਪ ਦੀ ਕੰਪੋਜੀਸ਼ਨ ਹੈ ਉਹ ਬਦਲੇਗੀ। ਜਿਵੇਂ ਹੁਣ ਉਦਾਹਰਨ ਦੇ ਤੌਰ ਤੇ ਪੰਜਾਬ ਵਿੱਚ ਕਿਹਾ ਜਾਂਦਾ ਹੈ ਕਿ ਜੀ 57-8% ਜਿਹੜੇ ਉਹ ਸਿੱਖ ਨੇ, ਤੇ ਜਿਹੜੇ ਸਿੱਖ ਵੀ ਨੇ ਉਹਦੇ 'ਚ ਵੀ ਅੱਗੇ ਜੱਟ ਸਿੱਖ ਪੀਜੈਂਟਰੀ ਆ, ਨੌਨ ਜੱਟ ਸਿੱਖਸ ਨੇ, ਫਿਰ 32% ਸ਼ਡਿਊਲਡ ਕਾਸਟ ਨੇ, ਫਿਰ ਹਿੰਦੂਆਂ ਦੀ ਇੱਕ ਬਹੁਤ ਵੱਡੀ ਪਾਪੂਲੇਸ਼ਨ ਹੈ, ਫਿਰ ਵਪਾਰੀ ਵਰਗ ਹੈ। ਸੋ ਇਹਨਾਂ ਸਾਰੇ ਗਰੁੱਪਾਂ ਦੇ ਇੰਟਰਸਟਾਂ ਨੂੰ ਜਦੋਂ ਰੀਕਨਸਾਈਲ ਕਰਨਾ ਹੈ ਨਾ, ਤੇ ਫਿਰ ਹੀ ਪਾਰਟੀ ਕਾਮਯਾਬ ਹੋਏਗੀ। ਹੁਣ ਜਿਹੜੀ ਕੀ ਮੈਂ ਕਹਾਂ, ਚੰਗਾ ਮਾੜਾ ਤਾਂ ਕਹਿੰਦੇ ਨਹੀਂ ਲੱਗਦੇ, ਪਰ ਇਹ ਸੱਚ ਹੈ ਕਿ ਕਿਸਾਨ ਜਥੇਬੰਦੀਆਂ ਨੂੰ ਜਦੋਂ ਇਹ SKM ਤੋਂ SSM ਵਾਲੇ ਪਾਸੇ ਤੁਰੇ ਨੇ, ਇਹਨਾਂ ਨੂੰ ਲੋੜੀਂਦਾ ਸਮਾਂ ਨਹੀਂ ਜੇ ਮਿਲਿਆ। ਸਵੈ ਡਾਕਟਰ ਸਵੈ ਮਾਨ ਸਿੰਘ ਤੋਂ ਉਹਦੀ ਤੁਸੀਂ ਧਿਆਨ ਨਾਲ ਸੁਣੋ, ਉਹਦੀ ਗੱਲ 'ਚ ਨਾ ਤੁਹਾਨੂੰ ਇਮਾਨਦਾਰੀ ਨਜ਼ਰ ਆਉਂਦੀ ਹੈ, ਉਹਦੀ ਗੱਲ 'ਚ ਨਾ ਕਮਿਟਮੈਂਟ ਨਜ਼ਰ ਆਉਂਦੀ ਹੈ, ਉਹਦੀ ਗੱਲ 'ਚ ਗੁੱਸਾ ਹੈ ਕਿ ਪੰਜਾਬ ਨੂੰ ਕੀ ਹੋ ਗਿਆ, ਤੇ ਉਹ ਚੀਜ਼ਾਂ ਹੋਰ ਨੇ, ਉਹ ਸਾਡੇ ਸਾਰਿਆਂ ਦੀ ਨੇ। ਪਰੰਤੂ ਜਿਸ ਤਰੀਕੇ ਨਾਲ ਜਿਹੜੀ ਇਹ SSM ਬਣੀ, ਉਹਦੇ 'ਚ ਗੜਬੜਾਂ ਕੀ ਹੋ ਗਈਆਂ ਤੁਹਾਨੂੰ ਮੈਂ ਦੱਸਦਾ। ਉਹਦੇ ਨਾਲ ਇਹ ਜੁੜੀਆਂ ਹੋਈਆਂ ਨੇ ਇਹ SSM ਦੇ 2022 ਦੀਆਂ ਚੋਣਾਂ ਵਿੱਚ ਇਲੈਕਟੋਰਲ ਪ੍ਰੋਸਪੈਕਟਸ। ਆਪਾਂ ਇਹ ਵੀ ਤੇ ਗੱਲ ਕਰਨੀ ਹੈ ਨਾ ਕਿ ਜਿਹੜੀ 2022 ਦੀ ਇਲੈਕਸ਼ਨ ਵਿੱਚ ਜਦੋਂ ਹੁਣ SSM ਬਣ ਗਿਆ, ਉਹਦੀ ਕਾਮਯਾਬ ਹੋਣ ਦੀ ਸੰਭਾਵਨਾ ਕਿੰਨੀ ਹੈ, ਇਹ ਤਾਂ ਆਪਾਂ ਗੱਲ ਕਰਨੀ ਹੈ ਨਾ। ਸੋ ਇਹ ਜਿਹੜੀ ਗੱਲ ਹੈ ਨਾ, ਜਿਹੜੀ ਮੈਂ ਇਹ ਤੋਂ ਪਹਿਲਾਂ ਗੱਲ ਕਰਨੀ ਚਾਹੁੰਦਾ, ਉਹਦੇ ਨਾਲ ਇਸ ਗੱਲ ਦਾ ਇਹਦਾ ਜਿਹੜਾ ਜਵਾਬ ਆ ਇਹਦੇ ਚੋਂ ਨਿਕਲੇਗਾ, ਉਹ ਇਹ ਹੈ ਵੀ ਜਦੋਂ ਨਾ 22 ਜਥੇਬੰਦੀਆਂ ਨੇ SSM ਬਣਾਉਣ ਦਾ ਫੈਸਲਾ ਕਰ ਲਿਆ, ਉਹਦੇ 'ਚ ਗੜਬੜਾਂ ਕੀ ਹੋਈਆਂ। ਮੈਂ ਐਜ ਰਾਜਨੀਤੀ ਸ਼ਾਸਤਰ ਦੇ ਵਿਦਿਆਰਥੀ ਹੋਣ ਦੇ ਨਾਤੇ ਗੱਲ ਕਰ ਰਿਹਾ। ਮੇਰਾ ਕੋਈ ਜਾਤੀ ਨਾ ਰਾਜੇਵਾਲ ਸਾਹਿਬ, ਨਾ ਚਲੂਨੀ, ਨਾ ਬਾਕੀ, ਮੇਰਾ ਕੋਈ ਜਾਤੀ ਕਿਸੇ ਨਾਲ ਸੰਬੰਧ ਨਹੀਂ ਹੈਗਾ। ਜੋ ਮੈਂ ਪੜ੍ਹਦਾ, ਜੋ ਲਿਖਦਾ, ਮੈਂ ਜੋ ਸੁਣਦਾ, ਉਹਦੇ ਆਧਾਰ ਤੇ ਉਹ ਇਹ ਹੈ ਕਿ ਪਹਿਲਾਂ ਤਾਂ ਰਾਜੇਵਾਲ ਸਾਹਿਬ ਨੇ ਜਿਹੜੇ ਬਾਕੀ ਪ੍ਰੋਮੀਨੈਂਟ ਲੀਡਰ ਸੀਗੇ ਉਹਨਾਂ ਬਾਰੇ, ਜਿਵੇਂ ਡੱਲੇਵਾਲ ਨੂੰ ਕਹਿਤਾ ਉਹ RSS ਦੇ ਬੰਦੇ ਨੇ, ਤੇ ਬਾਕੀ ਜਿਹੜੀਆਂ ਜਥੇਬੰਦੀਆਂ ਸੀ ਉਹਨਾਂ ਨਾਲ ਪ੍ਰੋਪਰ ਸਲਾਹ ਮਸ਼ਵਰਾ ਨਹੀਂ ਕੀਤਾ ਗਿਆ। ਸਿੱਟਾ ਕੀ ਹੋਇਆ ਕਿ ਜਿਹੜੀ ਆਪਣਾ ਸਭ ਤੋਂ ਵੱਡੀ ਕਿਸਾਨਾਂ ਦੀ ਜਥੇਬੰਦੀ ਹੈਗੀ ਜੋਗਿੰਦਰ ਸਿੰਘ ਉਗਰਾਹਾਂ, ਉਹ ਪਹਿਲੇ ਦਿਨ ਤੋਂ ਇਹ ਕਹਿ ਰਹੇ ਨੇ ਕਿ ਅਸੀਂ ਚੋਣਾਂ ਨਹੀਂ ਲੜਨੀਆਂ, ਅਸੀਂ ਪ੍ਰੈਸ਼ਰ ਗਰੁੱਪ ਦੇ ਤੌਰ ਤੇ ਰਹਿਣਾ। ਇਹ ਗੱਲ ਸੱਚ ਵੀ ਹੈ, ਕਿਉਂਕਿ ਜਦੋਂ ਕਿਸਾਨਾਂ ਦਾ ਸੰਘਰਸ਼ ਚੱਲਦਾ ਸੀ, ਤੁਹਾਨੂੰ ਯਾਦ ਹੋਣਾ ਹੈ, ਕਿਸਾਨ ਜਥੇਬੰਦੀਆਂ ਨੇ ਕਿਸੇ ਪੋਲੀਟੀਕਲ ਲੀਡਰ ਨੂੰ ਆਪਣੇ ਪਲੇਟਫਾਰਮ ਤੇ ਨਹੀਂ ਆਉਣ ਦਿੱਤਾ। ਜਦੋਂ ਇਹਨਾਂ ਨੇ ਕਿਸਾਨਾਂ ਦੀ ਪਾਰਲੀਮੈਂਟ ਬਣਾਈ, ਜਿਹੜੇ ਬੰਦੇ ਆਏ ਉਹ ਜਿਹੜੀ ਵਿਜ਼ਟਰ ਗੈਲਰੀ ਵਿੱਚ ਬੈਠੇ ਹੁੰਦੇ ਸੀ, ਜਾਣੀ ਕਿ ਸਪੀਕਰ ਕਿਸਾਨ ਹੋਣਗੇ, ਸਰੋਤਾ ਪੋਲੀਟੀਕਲ ਪਾਰਟੀ ਦਾ ਕੋਈ ਲੀਡਰ ਹੋ ਸਕਦਾ। ਤੁਸੀਂ ਮੈਨੂੰ ਦੱਸੋ ਕੋਈ ਇੱਕ ਲੀਡਰ
ਜਿਹੜਾ ਕਿਸਾਨਾਂ ਨੇ ਆਪਣੇ ਪਲੇਟਫਾਰਮ ਤੋਂ ਜਿਹਨੂੰ ਬੋਲਣ ਦਿੱਤਾ ਹੋਵੇ। ਸੋ ਇਹਨਾਂ ਦਾ ਇਹ ਪ੍ਰੋਗਰਾਮ ਸੀਗਾ। ਸੋ ਸਡਨਲੀ ਤੁਸੀਂ ਉਹਦੇ ਚੋਂ ਨਿਕਲ ਕੇ ਪਾਰਟੀ ਬਣਾਉਣ ਜਾ ਰਹੇ ਹੋ। ਜਾਂ ਤਾਂ ਪਾਰਟੀ ਦੇ ਅੰਦਰ ਤੁਸੀਂ ਦੇਖੋ, ਇੱਕ ਮੈਂ ਤੁਹਾਨੂੰ ਹੋਰ ਵੀ ਦੱਸ ਦਿਆਂਗਾ, ਸਭ ਤੋਂ ਵੱਡੀ ਉਦਾਹਰਨ ਬੀਜੇਪੀ ਦੀ ਹੈ। ਬੀਜੇਪੀ ਦੇ ਨੂੰ ਕੰਟਰੋਲ ਕਰਨ ਵਾਲੀ ਆਰਐਸਐਸ ਹੈਗੀ ਆ ਨਾ, ਪਰ ਆਰਐਸਐਸ ਪੋਲੀਟੀਕਲ ਪਾਰਟੀ ਨਹੀਂ ਹੈਗੀ। ਸੋ ਕਿਸਾਨ ਜਥੇਬੰਦੀਆਂ, ਕਹਿਣਾ ਮੈਂ ਕੀ ਚਾਹੁੰਦਾ, ਆਹ ਗੱਲ ਕਹਿਣੀ ਚਾਹੁੰਦਾ ਜਿਹੜੀ ਹੁਣ ਕਹੂੰਗਾ, ਉਹ ਇਹ ਕਿਸਾਨ ਜਥੇਬੰਦੀਆਂ ਇਸ ਕਿਸਮ ਦੀ ਐਕਸਰਸਾਈਜ਼ ਕਰ ਸਕਦੀਆਂ ਸੀਗੀਆਂ ਕਿ ਪੰਜਾਬ ਦੀਆਂ ਪਾਰਟੀਆਂ ਨੇ ਪੰਜਾਬ ਦੇ ਸਮੱਸਿਆਵਾਂ ਦਾ ਹੱਲ ਨਹੀਂ ਲੱਭਿਆ, ਇਸ ਕਰਕੇ ਨਵੀਂ ਪੋਲੀਟੀਕਲ ਪਾਰਟੀ ਬਣਾਉਣ ਦੀ ਲੋੜ ਹੈ। ਪਰੰਤੂ ਕਿਸਾਨ ਜਥੇਬੰਦੀਆਂ ਉਸ ਪਾਰਟੀ ਨੂੰ ਬਣਾਉਣ ਵੇਲੇ ਉਸ ਕਿਸਮ ਦੀ ਭੂਮਿਕਾ ਨਿਭਾਉਣਗੀਆਂ ਜਿਸ ਕਿਸਮ ਦੀ ਭੂਮਿਕਾ ਆਰਐਸਐਸ ਵਿਜੇ ਬੀਜੇਪੀ ਪਰਫਾਰਮ ਕਰਦਾ ਹੈ। ਇਹ ਮੇਰਾ ਇੱਕ ਆਈਡੀਆ ਹੈ, ਮੇਰਾ ਇੱਕ ਆਈਡੀਆ ਹੈ ਕਿ ਪਾਰਟੀ ਬਣੇਗੀ ਤੇ ਫਿਰ ਅਗਲੀ ਗੱਲ ਇਹ ਬਣਦੀ, ਇਸ ਗੱਲ ਤੇ ਵਿਚਾਰ ਵਟਾਂਦਰਾ ਹੁੰਦਾ ਕਿ ਜੇ ਐਸਕੇਐਮ ਨੇ ਪੋਲੀਟੀਕਲ ਪਾਰਟੀ ਬਣਨੀ ਆ, ਫਿਰ ਜਿਹੜੀ ਲੀਡਰਸ਼ਿਪ ਹੈ ਉਹਦਾ ਕੀ ਰੋਲ ਹੋਏਗਾ। ਲੀਡਰਸ਼ਿਪ ਪੋਲਿਟਿਕਸ ਨੂੰ ਬਾਹਰੋਂ ਕੰਟਰੋਲ ਕਰੇਗੀ ਜਾਂ ਪੋਲਿਟਿਕਸ ਦੇ ਵਿੱਚ ਅੰਦਰ ਆ ਕੇ ਐਕਟਿਵਿਸਟ ਬਣੇਗੀ। ਤੇ ਇਹ ਦੋਨੋਂ ਬੜੀਆਂ ਅਲੱਗ-ਅਲੱਗ ਚੀਜ਼ਾਂ ਨੇ, ਕਿਉਂਕਿ ਪੋਲਿਟਿਕਸ ਵਿੱਚ ਜਦੋਂ ਤੁਸੀਂ ਐਕਟਿਵਿਸਟ ਬਣ ਜੰਨੇ ਹੋ ਫਿਰ ਤੁਹਾਨੂੰ ਬਖਸ਼ਦਾ ਕੋਈ ਨਹੀਂ ਹੈਗਾ। ਫਿਰ ਜਿਹੜੀਆਂ ਫਿਰ ਰਾਜੇਵਾਲ ਨੇ ਫਾਰ ਐਗਜ਼ਾਮਪਲ ਚਾਹੇ ਐਜ਼ ਐਕਟਿਵਿਸਟ ਸਟ੍ਰੈਟਜੀ ਦੇ ਤੌਰ ਤੇ ਕੋਈ ਮਾੜਾ ਮੋਟਾ ਕੰਪਰੋਮਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਹੋਵੇ, ਜਦੋਂ ਤੁਸੀਂ ਪੋਲੀਟੀਕਲ ਪਾਰਟੀ ਬਣ ਗਏ ਫਿਰ ਤੁਹਾਨੂੰ ਕਿਸੇ ਨੇ ਨਹੀਂ ਬਖਸ਼ਣਾ। ਸੋ ਇਹ ਜਿਹੜੀਆਂ ਚੀਜ਼ਾਂ ਸੀ, ਇੱਥੇ ਪ੍ਰੋਪਰ ਕੰਮ ਨਹੀਂ ਹੋਇਆ। ਤੇ ਤਿਆਰੀ ਕੀਤੇ ਬਿਨਾਂ, ਤਿਆਰੀ ਦਾ ਮਤਲਬ ਦੇਖੋ, ਇਹ ਤਾਂ ਜਿੰਨਾ ਇਹਨਾਂ ਕੋਲ ਸਮਾਂ ਹੈ, ਮੈਨੂੰ ਤਾਂ ਲੱਗਦਾ ਐਸਐਸਐਮ ਦੀ ਰਜਿਸਟ੍ਰੇਸ਼ਨ ਹੋਣੀ ਮੁਸ਼ਕਿਲ ਹੋ ਜਣੀ ਆ, ਕਿਉਂਕਿ 30 ਦਿਨ ਦਾ ਸਮਾਂ ਹੈਗਾ ਜਦੋਂ ਤੁਸੀਂ ਪਾਰਟੀ ਬਣਾਉਨੇ ਹੋ। ਇਲੈਕਸ਼ਨ ਕਮਿਸ਼ਨ ਨੂੰ ਅਪਰੋਚ ਕਰ ਸਕਦੇ ਹੋ। 10 ਦਿਨ ਬਾਅਦ ਇਲੈਕਸ਼ਨ ਕਮਿਸ਼ਨ ਨੇ ਤੁਹਾਡਾ ਨੋਟ ਲੈਣਾ ਹੁੰਦਾ, ਫਿਰ ਉਹਦੀਆਂ ਤੁਹਾਡੀਆਂ ਸ਼ਰਤਾਂ ਨੇ, ਸ਼ਰਤਾਂ ਪੂਰੀਆਂ ਕਰਦੇ ਹੋਏ ਮੈਨੂੰ ਨਹੀਂ ਲੱਗਦਾ ਐਸਐਸਐਮ ਸਾਰੀਆਂ ਸ਼ਰਤਾਂ ਪੂਰੀਆਂ ਕਰ ਸਕੇ, ਪਾਰਟੀ ਬਣਾ ਲਵੇ। ਐਨੀਹੋ ਇਹ ਗੱਲ ਅਲੱਗ ਹੈਗੀ ਹੈ। ਸੋ ਮੈਂ ਕਹਿਣਾ ਇਹ ਚਾਹੁੰਦਾ ਕਿ ਜਿਹੜੀ ਲੋੜੀਂਦੀ ਪ੍ਰਕਿਰਿਆ, ਜਿਸ ਕਿਸਮ ਦਾ ਜ਼ਿਕਰ ਹਰਜਿੰਦਰ ਸਿੰਘ ਉਹਨਾਂ ਨੇ ਵੀ ਕੀਤਾ ਸੀ ਕਿ ਤੁਸੀਂ ਅਲੱਗ-ਅਲੱਗ ਵਰਗਾਂ ਦੇ ਲੋਕਾਂ ਦੇ ਹਿੱਤਾਂ ਨੂੰ ਰੀਕਨਸਾਈਲ ਕਰਦੇ ਹੋਏ ਐਸਾ ਪਲੇਟਫਾਰਮ ਬਣਾਉਣਾ ਜਿਹੜਾ ਪਲੇਟਫਾਰਮ ਕਿਸਾਨਾਂ ਦਾ ਨਹੀਂ ਹੋਏਗਾ, ਜਿਹੜਾ ਪਲੇਟਫਾਰਮ ਪੰਜਾਬ ਦੇ ਲੋਕਾਂ ਦਾ ਹੋਏਗਾ। ਜੇ ਤੁਸੀਂ ਪੰਜਾਬ ਦੇ ਲੋਕਾਂ ਦਾ ਪਲੇਟਫਾਰਮ ਬਣਾਓਗੇ ਫਿਰ ਹੀ ਗੱਲ ਬਣੇਗੀ, ਤੇ ਫਿਰ ਹੀ, ਜਿਵੇਂ ਮੈਂ ਪਹਿਲਾਂ ਗੱਲ ਹੀ ਹੈ, ਤੁਹਾਡੀ ਚੋਣਾਂ ਵਿੱਚ ਕਾਮਯਾਬ ਹੋਣ ਦੀ ਸੰਭਾਵਨਾ ਪੈਦਾ ਹੋਏਗੀ। ਹੁਣ ਤੁਸੀਂ ਅੱਜ ਇਹ ਗੱਲ ਆਪਾਂ ਇੱਕ ਮਿੰਟ ਮੈਂ ਇੱਥੇ ਥੋੜਾ ਜਿਹਾ ਇੰਟਰਵੀਨ ਕਰਾਂਗਾ। ਉਹ ਇਹ ਆ ਕਿ ਜਿਹੜੀ ਗੱਲ ਹੁਣ ਤੱਕ ਮੈਂ ਉਹਦਾ ਨਿਚੋੜ ਹੀ ਕਰ ਰਿਹਾ, ਉਹ ਇਹ ਜਿਹੜੀ ਡਾਕਟਰ ਕੁਲਦੀਪ ਸਿੰਘ ਉਹਨਾਂ ਨੇ ਗੱਲ ਕਹੀ ਹੈ ਨਾ, ਉਹਦੇ 'ਚ ਦੋ ਗੱਲਾਂ ਬਹੁਤ ਉੱਭਰ ਕੇ ਸਾਹਮਣੇ ਆਉਂਦੀਆਂ ਨੇ। ਪਹਿਲੀ ਗੱਲ ਇਹ ਹੈ ਕਿ ਜੋ ਪੰਜਾਬ ਦੇ ਹਾਲਾਤ ਪਿਛਲੇ 30 ਸਾਲਾਂ ਦੇ ਵਿੱਚ ਬਣ ਗਏ ਨੇ ਤੇ ਟ੍ਰੈਡੀਸ਼ਨਲ ਪਾਰਟੀਆਂ ਨੇ, ਮੈਂ ਕਹੂੰਗਾ ਮਿਸਮੈਨੇਜਮੈਂਟ ਕਹਿ ਲਓ, ਦੇ ਕਰਕੇ ਜਾਂ ਬੇਈਮਾਨੀ ਕਰਕੇ ਜਿਹੜੀ ਹੈ, ਉਹ ਜੋ ਹਾਲਾਤ ਇਸ ਤਰ੍ਹਾਂ ਦੇ ਬਣ ਗਏ ਸੀਗੇ, ਉਹਦੇ 'ਚ ਲੋੜ ਸੀ ਕਿ ਇੱਕ ਪੋਲੀਟੀਕਲ ਸਿਆਸੀ ਪਾਰਟੀ ਦੀ ਜਿਹੜੀ ਕਿ ਪੰਜਾਬ ਸੈਂਟਰਿਕ ਹੋਵੇ ਤੇ ਪੰਜਾਬ ਦੇ ਮੁੱਦਿਆਂ ਦੀ ਗੱਲ ਕਰੇ। ਦੂਸਰੀ ਗੱਲ ਉਹਦੇ 'ਚ ਹੈ, ਉਹਨਾਂ ਨੇ ਜਿਹੜੀ ਗੱਲ ਕਹੀ ਆ, ਜਿਹੜੀ ਆਪਾਂ ਸਮਝਦੇ ਆ ਕਿ ਪੰਜਾਬ ਦੇ ਜਿਹੜੇ ਮੁੱਦੇ ਨੇ ਉਹ ਬੜੇ ਗੰਭੀਰ ਨੇ ਤੇ ਬੜੇ ਕੰਪਲੈਕਸ ਨੇ। ਓਵਰ ਪੀਰੀਅਡ ਆਫ ਟਾਈਮ ਉਹ ਹੋਰ ਕੰਪਲੈਕਸ ਹੋ ਰਹੇ ਨੇ। ਉਹ ਚਾਹੇ ਫਾਈਨੈਂਸ਼ੀਅਲ ਵਾਇਬਿਲਿਟੀ ਦੀ ਗੱਲ ਹੈ, ਕਰਜ਼ਾ ਚੜ ਰਿਹਾ, ਹਰ ਦਿਨ ਚੜ ਰਿਹਾ, ਚਾਹੇ ਉਹ ਡਰੱਗ ਹੈ ਉਹ ਖਤਮ ਨਹੀਂ ਹੋ ਰਹੀ, ਚਾਹੇ ਉਹ ਧਰਮੀ ਸਾਈਡ ਤੋਂ ਤੁਸੀਂ ਦੇਖੋ ਵੀ ਚਾਹੇ ਉਹ ਬੇਅਦਬੀਆਂ ਨੇ ਉਹ ਮੁੱਕਣ ਦਾ ਕੰਮ ਨਹੀਂ ਹੋ ਰਹੀਆਂ, ਤੇ ਚਾਹੇ ਪੰਜਾਬ ਦੇ ਨੌਜਵਾਨੀ ਦਾ ਜਿਹੜਾ ਪ੍ਰਵਾਸ ਆ ਉਹਦੀ ਗੱਲ ਕਰੋ ਉਹ ਮੁੱਕਣ 'ਚ ਨਹੀਂ ਆ ਰਿਹਾ। ਤੁਸੀਂ ਜਾਂ ਪੰਜਾਬ ਦਾ ਜਿਹੜਾ এনवायरमेंट ਦੀ ਪੋਲੂਸ਼ਨ ਹੋ ਰਹੀ ਹੈ, ਮੈਂ ਉਹਨੂੰ ਕਹਾਂ ਗੰਧਲਾਪਣ ਇੰਨਾ ਵੱਧ ਗਿਆ, ਚਾਹੇ ਉਹ ਹਵਾ ਦਾ ਚਾਹੇ ਪਾਣੀ ਦਾ, ਉਹਦਾ ਕੋਈ ਅੰਤ ਨਹੀਂ। ਤੇ ਸੋ ਜਿੱਧਰ ਤੁਸੀਂ ਨਜ਼ਰ ਮਾਰੋ ਤਾਂ ਹਾਲਾਤ ਬਹੁਤ ਹੀ ਦਿਲ ਢਾਹੂ ਨੇ। ਤੇ ਦੂਸਰਾ ਇਹ ਹੈ ਕਿ ਜਿਹੜੀਆਂ ਟ੍ਰੈਡੀਸ਼ਨਲ ਪਾਰਟੀਆਂ ਨੇ
ਉਹਨਾਂ ਤੋਂ ਵੀ ਲੋਕ ਟੋਟਲੀ ਬੇਆਸ ਨੇ। ਸੋ ਇਸ ਕਰਕੇ ਇੱਕ ਇਸ ਦੀ ਜ਼ਬਰਦਸਤ ਜਿਹੜੀ ਸਿਆਸੀ ਪਾਰਟੀ ਜਿਹੜੀ ਇਮਾਨਦਾਰ ਹੋਵੇ, ਜਿਹਦੀ ਕ੍ਰੈਡੀਬਿਲਿਟੀ ਹੋਵੇ, ਲੋਕ ਵਿਸ਼ਵਾਸ ਕਰਨ ਤੇ ਪੰਜਾਬ ਦੇ ਮੁੱਦਿਆਂ ਦੀ ਉਹਨਾਂ ਨੂੰ ਸਮਝ ਵੀ ਹੋਵੇ ਤੇ ਇਮਾਨਦਾਰੀ ਵੀ ਹੋਵੇ, ਉਸ ਪਾਰਟੀ ਦੀ ਇੱਕ ਲੋੜ ਹੈ। ਦੂਸਰੀ ਗੱਲ ਜਿਹੜੀ ਕੁਲਦੀਪ ਸਿੰਘ ਉਹਨਾਂ ਨੇ ਕਹੀ ਆ ਉਹ ਇਹ ਹੈ ਕਿ ਜੇ ਕਿਸੇ ਵੀ ਇੱਕ ਇੰਟਰਸਟ ਗਰੁੱਪ ਨੇ ਪੋਲੀਟੀਕਲ ਪਾਰਟੀ ਦੇ ਤੌਰ ਤੇ ਕਾਮਯਾਬ ਹੋਣਾ ਤਾਂ ਉਹਨੂੰ ਸਿਰਫ ਆਪਣੇ ਉਸ ਇੰਟਰਸਟ ਗਰੁੱਪ ਦੀ ਗੱਲ ਨਹੀਂ ਕਰਨੀ ਪੈਣੀ, ਉਹਨਾਂ ਨੂੰ ਬਾਕੀ ਹੋਰਾਂ ਗਰੁੱਪਾਂ ਦੀ ਵੀ ਜਾਂ ਆਮ ਪਬਲਿਕ ਦੀ ਜਿਹੜੀ ਸਾਂਝੇ ਇੰਟਰਸਟ ਨੇ, ਗਰੁੱਪ ਨੇ, ਮਸਲੇ ਨੇ, ਉਹਨਾਂ ਦੀ ਗੱਲ ਕਰਨੀ ਪੈਣੀ ਹੈ। ਸੋ ਜਿਹੜਾ ਏਜੰਡਾ ਕਿਸੇ ਵੀ ਨਵੀਂ ਸਿਆਸੀ ਪਾਰਟੀ ਦਾ, ਖਾਸ ਤੌਰ ਤੇ ਜਿਹੜਾ ਸਾਂਝਾ, ਮੈਨੂੰ ਸੰਯੁਕਤ ਕਹਿਣਾ ਥੋੜਾ ਜਿਹਾ ਔਖਾ ਜਿਹਾ ਲੱਗਦਾ, ਸਾਂਝਾ ਸਮਾਜ ਮੋਰਚਾ, ਸਾਂਝਾ ਸਮਾਜ ਮੋਰਚਾ ਜਿਹੜਾ SSM ਹੈ, ਸੋ ਇਸ ਨੇ ਜੇ ਕਾਮਯਾਬ ਹੋਣਾ ਤੇ ਜਿਹੜਾ ਇੱਕ ਰਿਸਕ ਹੈ ਜਿਹੜਾ ਇਹਨਾਂ ਨੇ ਲਿਆ ਕਿ ਜੇ ਫਰਜ਼ ਪਰਫਾਰਮ ਨਹੀਂ ਕਰਦਾ, ਜਿੱਦਾਂ ਕੁਲਦੀਪ ਸਿੰਘ ਉਹਨਾਂ ਨੇ ਪਹਿਲਾਂ ਗੱਲ ਕੀਤੀ ਆ, ਤਾਂ ਜਿਹੜੇ ਵਿਰੋਧੀ ਨੇ ਜਾਂ ਸੈਂਟਰਲ ਗਵਰਨਮੈਂਟ ਆ ਉਹ ਕਹਿ ਸਕਦੀ ਆ ਕਿ ਕਿਸਾਨ ਮੋਰਚੇ ਨੂੰ ਤਾਂ ਇਹਨਾਂ ਨੇ ਪਾਰਟੀ ਬਣਾਈ ਸੀ, ਹਿੱਸਾ ਲਿਆ ਸੀ ਤੇ ਇਹ ਤਾਂ ਜਿੱਤੇ ਨਹੀਂ, ਪੰਜਾਬ ਦੇ ਲੋਕ ਇਹਨਾਂ ਦੇ ਨਾਲ ਨਹੀਂ, ਤੇ ਉਹ ਬਹੁਤ ਵੱਡਾ ਰਿਸਕ ਹੈ ਇਹਨਾਂ ਦੀ ਕ੍ਰੈਡੀਬਿਲਿਟੀ ਦੀ। ਸੋ ਉਹ ਜੇ ਰਿਸਕ ਨੂੰ ਮਿਨੀਮਾਈਜ਼ ਕਰਨਾ, ਘਟਾਉਣਾ, ਤਾਂ ਬਹੁਤ ਕ੍ਰਿਟੀਕਲ ਆ, ਬਹੁਤ ਹੀ ਜ਼ਰੂਰੀ ਆ ਕਿ ਉਹ ਆਪਣੇ ਏਜੰਡੇ ਨੂੰ ਵਿਸ਼ਾਲ ਕਰਨ ਤੇ ਬਾਕੀ ਜਿਹੜੇ ਸੈਕਸ਼ਨ ਨੇ, ਚਾਹੇ ਮਜ਼ਦੂਰ ਨੇ, ਚਾਹੇ ਉਹ ਵਪਾਰੀ ਨੇ, ਚਾਹੇ ਉਹ ਸ਼ਹਿਰੀ ਨੇ, ਚਾਹੇ ਉਹ ਪਿੰਡੂ ਨੇ, ਉਹ ਸਾਰਿਆਂ ਦੇ ਉਹਨਾਂ ਦੇ ਮਸਲਿਆਂ ਨੂੰ ਉਹਦੇ ਵਿੱਚ ਲੈਣ। ਔਰ ਇਸ ਤੋਂ ਇਲਾਵਾ ਇੱਕ ਚੀਜ਼ ਇਹ ਵੀ ਆ ਕਿ ਜਿਹੜੀ ਓਵਰ ਪੀਰੀਅਡ ਆਫ ਟਾਈਮ ਪਿਛਲੇ 30 ਸਾਲਾਂ ਦੇ ਵਿੱਚ ਜਿਹੜੀ ਪੰਜਾਬ ਦੀ ਜੋ ਵੀ ਕਨਸਟੀਟਿਊਸ਼ਨ, ਹਿੰਦੁਸਤਾਨ ਦਾ ਕਨਸਟੀਟਿਊਸ਼ਨ, ਸੰਵਿਧਾਨ ਜੋ ਸੂਬਿਆਂ ਨੂੰ ਹੱਕ ਦਿੰਦਾ, ਉਹ ਹੱਕ ਵੀ ਇਰੋਡ ਹੋਏ ਨੇ। ਸੋ ਉਹ ਹੱਕਾਂ ਨੂੰ ਸਾਂਭਣ ਤੇ ਹੋਰ ਜਿਹੜੇ ਹੱਕ ਮਿਲਣੇ ਚਾਹੀਦੇ ਨੇ ਉਹਨਾਂ ਦੀ ਗੱਲ, ਜਿਹਨੂੰ ਅਸੀਂ ਫੈਡਰਲਿਜ਼ਮ ਕਹਿ ਦਿੰਦੇ ਹਾਂ, ਉਹਦੀ ਵੀ ਗੱਲ ਕਰੇ। ਸੋ ਇਸ ਤਰ੍ਹਾਂ ਦੇ ਜਿਹੜੇ ਸਾਰੇ ਮਸਲੇ ਨੇ ਉਹਨਾਂ ਨੂੰ ਲੈ ਕੇ ਨਾਲ ਚੱਲੇ। ਮਸਲੇ ਹੀ ਨਹੀਂ ਬਲਕਿ ਆਪਣੇ ਜਥੇਬੰਦੀ ਦੇ ਵਿੱਚ ਵੀ ਉਹਨਾਂ ਦੂਸਰੇ ਜਿਹੜੇ ਸੈਕਸ਼ਨ ਨੇ, ਗਰੁੱਪ ਨੇ, ਉਹਨਾਂ ਦੇ ਨੁਮਾਇੰਦਿਆਂ ਨੂੰ, ਉਹ ਲੋਕਾਂ ਨੂੰ ਜਿਨ੍ਹਾਂ ਨੇ ਵੱਖ-ਵੱਖ ਫਰੰਟਾਂ ਤੇ ਕੰਮ ਕੀਤਾ, ਉਹਨਾਂ ਨੂੰ ਨਾਲ ਜੋੜੇ, ਆਪਣੇ 'ਚ ਸ਼ਾਮਲ ਕਰੇ। ਤੇ ਜੇ ਹੁਣ ਇਲੈਕਸ਼ਨਾਂ ਵੀ ਹੋ ਰਹੀਆਂ, ਉਹਨਾਂ ਦੀ ਪਾਰਟੀਸਪੇਸ਼ਨ ਹੋਵੇ ਤਾਂ ਕਿ ਲੋਕਾਂ ਨੂੰ ਮੈਸੇਜ ਇਹ ਜਾਵੇ ਕਿ ਅਸੀਂ ਇਕੱਲੀ ਕਿਸਾਨੀ ਦੀ ਗੱਲ ਨਹੀਂ ਕਰਦੇ, ਅਸੀਂ ਤਾਂ ਸਾਰੇ ਪੰਜਾਬ ਦੀ ਗੱਲ ਕਰਦੇ ਹਾਂ। ਸੋ ਉਹ ਇੱਕ ਬਹੁਤ ਕ੍ਰਿਟੀਕਲ, ਔਰ ਇਹਦੇ ਨਾਲ ਜੁੜਿਆ ਚੀਜ਼ ਹੀ ਮੈਂ ਕੁਲਦੀਪ ਸਿੰਘ ਹੁਣਾਂ ਨੂੰ ਚਾਹਾਂਗਾ ਵੀ ਉਹ ਇਸ ਤੇ ਹੋਰ ਰੌਸ਼ਨੀ ਪਾਉਣ ਵੀ ਜਿਹੜਾ ਇਹਨਾਂ ਦਾ ਏਜੰਡਾ ਕਿਸਾਨ ਮੋਰਚੇ ਦਾ, ਉਹਦੇ ਬਾਰੇ ਉਹਨਾਂ ਕੀ ਵਿੱਚ ਉਹਨਾਂ ਨੂੰ ਇਨਕਲੂਡ ਕਰਨਾ ਚਾਹੀਦਾ, ਉਹਦੇ ਬਾਰੇ ਜ਼ਰੂਰ ਗੱਲ ਕਰਨ। ਮੈਂ ਖਾਸ ਤੌਰ ਤੇ ਉਹਨਾਂ ਦਾ ਜਿਹੜਾ ਧਿਆਨ ਆ ਉਹ ਇਸ ਗੱਲ ਵੱਲ ਦਿਵਾਉਣਾ ਚਾਹੂੰਗਾ ਕਿ ਪੰਜਾਬ ਦੀ ਇੱਕ ਜਿਹੜੀ ਰੀਜਨਲ ਪਾਰਟੀ ਅਕਾਲੀ ਦਲ, ਜਿਹੜੀ ਪੰਜਾਬ ਦੀ ਚਾਹੇ ਆਟੋਨੋਮੀ ਦੀ ਗੱਲ ਆ, ਚਾਹੇ ਮਸਲਿਆਂ ਦੀ ਗੱਲ ਕਰਦੀ ਸੀ, ਉਹ ਬਿਲਕੁਲ ਹੀ ਛੱਡ ਚੁੱਕੀ ਆ, ਉਹ ਪਲੇਟਫਾਰਮ ਹੀ ਛੱਡ ਚੁੱਕੀ ਆ, ਉਹ ਏਜੰਡਾ ਛੱਡ ਚੁੱਕੀ ਆ। ਤੇ ਇੱਕ ਜਿਹੜਾ ਵੈਕਿਊਮ ਹੈ ਉਹ ਬਹੁਤ ਵੱਡਾ ਮਤਲਬ ਪੈਦਾ ਹੋ ਗਿਆ, ਤੇ ਉਹ ਸਪੇਸ ਆ ਜਿਹੜੀ ਅਕਾਲੀ ਦਲ ਨੇ ਛੱਡੀ ਹੈ ਕਿ ਕੀ ਉਹ ਕਿਸਾਨ ਮੋਰਚਾ, ਜਿਹੜਾ ਸਾਂਝਾ ਸਮਾਜ ਮੋਰਚਾ, ਕੀ ਉਸ ਸਪੇਸ ਨੂੰ ਇਹਨੂੰ ਫਿਲ ਕਰਨਾ ਚਾਹੀਦਾ। ਨੰਬਰ 1, ਆਪਣੇ ਏਜੰਡੇ ਦਾ ਹਿੱਸਾ ਬਣਾਉਣਾ ਚਾਹੀਦਾ। ਦੂਸਰਾ ਕਿ ਕੀ ਉਹ ਕਰ ਵੀ ਸਕੇਗਾ, ਉਹਦੀ ਜਿਹੜੀ ਕੈਪੈਸਿਟੀ ਆ, ਐਬਿਲਿਟੀ ਆ ਇਸ ਲੀਡਰਸ਼ਿਪ ਦੀ, ਉਹਦੇ ਬਾਰੇ ਵੀ ਉਹ ਗੱਲ ਕਰਨ। ਜਿਹੜੀ ਗੱਲ ਹਰਜਿੰਦਰ ਸਿੰਘ ਹੋਣੀ ਕਹਿੰਦੇ ਨੇ, ਦੇਖੋ ਇਸ ਗੱਲ ਤੇ ਆਪਾਂ ਆਲਮੋਸਟ ਸਹਿਮਤ ਹੋ ਗਏ ਹਾਂ ਕਿ ਜੇ ਕਿਸਾਨਾਂ ਨੇ ਪਾਰਟੀ ਬਣਾਉਣੀ ਆ ਤੇ ਫਿਰ ਜਿਹੜੀ ਲੋੜੀਂਦੀ ਕਾਰਵਾਈ ਜੇ ਨਹੀਂ ਕਰਨਗੇ, ਜਿਹੜੀਆਂ ਲੋੜੀਂਦੀਆਂ ਚੀਜ਼ਾਂ ਜਿਹੜੀਆਂ ਉਹ ਨਹੀਂ ਕਰਨਗੇ, ਫਿਰ ਪਾਰਟੀ ਦੇ ਕਾਮਯਾਬ ਹੋਣ ਦੀ ਸੰਭਾਵਨਾ ਬਹੁਤ ਘੱਟ ਰਹਿ ਜਾਏਗੀ, ਖਤਮ ਹੋ ਜਾਏਗੀ। ਯਾਨੀ ਕਿ ਤੁਸੀਂ ਕਿਸਾਨਾਂ ਦੀ ਪਾਰਟੀ ਬਣਾ ਕੇ ਪੰਜਾਬ ਵਿੱਚ ਸੱਤਾ ਵਿੱਚ ਨਹੀਂ ਆ ਸਕਦੀ।
ਤੁਸੀਂ ਸਹੀ ਤੁਸੀਂ ਹੈ। ਪੰਜਾਬ ਵਿੱਚ ਸੱਤਾ ਵਿੱਚ ਆਓਗੇ ਜੇ ਤੁਹਾਡੀ ਪਾਰਟੀ ਜਿਸ ਸੂਬੇ ਵਿੱਚ 32% ਗਿਣਤੀ ਦਲਿਤਾਂ ਦੀ ਹੈ, 30-32% ਹਿੰਦੂਆਂ ਦੀ ਹੈ, ਤੇ ਉਸ ਸੂਬੇ ਵਿੱਚ ਅੱਛਾ ਈਵਨ ਤੁਹਾਨੂੰ ਮੈਂ ਦੱਸ ਦਿਆਂ, ਇਹ ਜਦੋਂ ਅਸੀਂ ਅੱਜ ਗੱਲ ਕਰ ਰਹੇ ਹਾਂ ਨਾ, ਅਜੇ ਉਹ ਗੱਲ ਉਧਰ ਆਪਾਂ ਕੀਤੀ ਨਹੀਂ ਕਿ 2022 ਦੀ ਇਲੈਕਸ਼ਨ ਵਿੱਚ ਕਿਸਾਨ ਜਥੇਬੰਦੀਆਂ ਦੇ ਕੀ ਚਾਂਸ ਨੇ। ਜਿਹੜੀਆਂ ਪੀਜੈਂਟਰੀ ਦੀਆਂ ਕਮਿਟਡ ਵੋਟਾਂ ਕਾਂਗਰਸ ਦੀਆਂ ਨੇ ਉਹ ਕਾਂਗਰਸ ਵਿੱਚ ਪਈਆਂ ਨੇ, ਕਿਉਂਕਿ ਕਿਸਾਨਾਂ ਵਿੱਚ ਤਾਂ ਵੱਡੀ ਗਿਣਤੀ ਨੂੰ ਤੁਸੀਂ ਕਨਵਿੰਸ ਨਹੀਂ ਕਰ ਸਕੇ ਕਿ ਪਾਰਟੀ ਬਣਾਉਣ ਦੀ ਲੋੜ ਸੀਗੀ ਕਿ ਨਹੀਂ ਸੀਗੀ। ਕਿਸਾਨਾਂ ਵਿੱਚ ਤਾਂ ਇੱਕ ਵੱਡੀ ਗਿਣਤੀ ਅੱਜ ਵੀ ਮਹਿਸੂਸ ਕਰਦੀ ਹੈ ਕਿ ਤੁਸੀਂ ਜਦੋਂ ਪਾਰਟੀ ਬਣਾ ਲਈ ਫਿਰ ਜਿਹੜਾ ਤੁਹਾਡਾ ਕਿਸਾਨ ਜਥੇਬੰਦੀ ਵਾਲਾ ਪ੍ਰੈਸ਼ਰ ਗਰੁੱਪ ਆ ਉਹ ਤੇ ਖਤਮ ਹੋ ਗਿਆ। ਜਾਣੀ ਕਿ ਇਹੀ ਤਾਂ ਮੈਂ ਗੱਲ ਕਹੀ ਹੈ ਨਾ ਕਿ ਬੜੀ ਜਿਹੜਾ ਹੋਮਵਰਕ ਕਰਨ ਦੀ ਲੋੜ ਸੀ ਉਹ ਤੇ ਕੀਤਾ ਹੀ ਨਹੀਂ। ਜਿਹੜੇ ਲੋਕਾਂ ਨੇ ਚਲੋ ਇਹ ਗੱਲ ਹੁਣ ਆਪਾਂ ਅੱਗੇ ਚੱਲੀਏ, ਪਾਰਟੀ ਤੇ ਬਣ ਗਈ, ਹੁਣ ਤਾਂ ਉਹ ਮੈਦਾਨ ਚ ਆ ਗਏ। ਜਿਹੜੀ ਗੱਲ ਹਰਜਿੰਦਰ ਸਿੰਘ ਨੇ ਅੱਗੇ ਚੱਲ ਰਿਹਾ ਨਾ, ਉਹਦੇ ਚ ਉਹਨਾਂ ਨੇ ਕਿਹਾ ਵੀ ਕੀ ਇੱਕ ਪੰਜਾਬ ਨੂੰ ਇੱਕ ਰੀਜਨਲ ਪਾਰਟੀ ਦੀ ਲੋੜ ਸੀ, ਇਹ ਪੂਰੀ ਕਰਨਗੇ। ਦੂਜਾ ਇਹ ਵੀ ਕਿਤੇ ਆਉਂਦੀ ਕਿ ਸ਼ੁਰੂ ਚ ਇਹਨਾਂ ਨੇ ਆਮ ਆਦਮੀ ਪਾਰਟੀ ਨਾਲ ਕੋਲੈਬੋਰੇਸ਼ਨ ਦੀ ਗੱਲ ਕੀਤੀ, ਉਹ ਕੀ ਮਤਲਬ ਇਹ ਕਿਸ ਤਰ੍ਹਾਂ ਮਤਲਬ ਹੁਣ ਜੇ ਆਪਾਂ ਪੋਲੀਟੀਕਲ ਸਿਨੈਰੀਓ ਦੀ ਗੱਲ ਕਰਦੇ ਹਾਂ ਕਿ ਪਾਰਟੀ ਤੇ ਬਣ ਗਈ, ਠੀਕ ਹੈ ਨਾ, ਉਹ ਤਾਂ ਹੁਣ ਅੱਗੇ ਜਾ ਕੇ ਚੋਣਾਂ ਤੋਂ ਬਾਅਦ ਵੇਖਿਆ ਜਾਏਗਾ ਵੀ ਕੀ ਇਹਦਾ ਅਸਰ ਨਿਕਲਦਾ ਹੈ। ਪਰ ਇਸ ਵੇਲੇ ਜਿਹੜਾ ਸਵਾਲ ਸੀ ਵੀ ਕੀ ਇਹ ਇੱਕ ਰੀਜਨਲ ਪਾਰਟੀ ਦੇ ਤੌਰ ਤੇ ਅਮਰਜ ਹੋਣਗੇ, ਇਹ ਸਵਾਲ ਸੀ ਹਰਜਿੰਦਰ ਸਿੰਘ। ਨਹੀਂ ਮੈਂ ਸਵਾਲ ਤਾਂ ਸਮਝ ਗਿਆ, ਜਵਾਬ ਦੇਣ ਦਾ ਸਮਾਂ ਨਹੀਂ ਦਿੱਤਾ ਲੋੜੀਂਦਾ ਤੁਸੀਂ ਮੈਨੂੰ। ਹਾਂਜੀ ਜਦੋਂ ਆਪਾਂ ਗੱਲ ਹੀ ਇੱਥੋਂ ਸ਼ੁਰੂ ਕੀਤੀ ਹੈ ਕਿ ਪੰਜਾਬ ਦੀਆਂ ਸਮੱਸਿਆ ਨੂੰ ਹੱਲ ਕਰਨ ਵਾਲੀਆਂ ਪਾਰਟੀਆਂ ਪੰਜਾਬ 'ਚ ਨਹੀਂ ਹੈਗੀਆਂ, ਆਬਵੀਅਸ ਆਨਸਰ ਇਜ਼ ਕਿ ਪਾਰਟੀ ਦੀ ਲੋੜ ਹੈ। ਫਿਰ ਤੁਸੀਂ ਗੱਲ ਕੀਤੀ ਸੀ ਜਿਹੜੀਆਂ ਪੰਜਾਬ ਦੀਆਂ ਵੱਡੀਆਂ ਸਮੱਸਿਆਵਾਂ ਨੇ, ਮੈਂ ਕਿਹਾ ਉਹਨੂੰ ਤੇ ਪੰਜਾਬ ਦੀਆਂ ਐਗਜ਼ਿਸਟਿੰਗ ਪਾਰਟੀਆਂ ਰੇਜ ਨਹੀਂ ਕਰ ਰਹੀਆਂ, ਐਡਰੈਸ ਨਹੀਂ ਕਰ ਰਹੀਆਂ। ਜਿਹੜੀ ਗੱਲ ਇਹਨਾਂ ਨੇ ਨਵੀਂ ਕਹੀ ਸੀ ਉਹ ਇਹ ਸੀਗੀ ਵੀ ਪੰਜਾਬ ਵਿੱਚ ਇੱਕ ਪੰਜਾਬ ਬੇਸਡ ਪਾਰਟੀ ਬਣਦੀ ਜਿਹੜੀ ਕਿਸੇ ਜ਼ਮਾਨੇ 'ਚ ਅਕਾਲੀ ਦਲ ਰਹੀ ਹੈ, ਜਿਹੜੀ ਕਿ ਹੁਣ ਨਹੀਂ ਰਹੀ। ਮੈਂ ਇਹਨਾਂ ਦੀ ਗੱਲ ਨਾਲ ਸਹਿਮਤ ਹਾਂ। ਰਾਦਰ ਮੈਂ ਤਾਂ ਇਹ ਵੀ ਕਹਾਂਗਾ ਕਿ ਇਸ ਵੇਲੇ ਜਦੋਂ ਆਪਾਂ ਅੱਜ ਗੱਲ ਕਰ ਰਹੇ ਹਾਂ, ਜਿਹੜੀ ਪੰਜਾਬ ਦੀ ਕਾਂਗਰਸ ਹੈ ਉਹ ਪੰਜਾਬ ਬੇਸਡ ਜ਼ਿਆਦਾ ਹੈ ਅਕਾਲੀ ਦਲ ਦੇ ਮੁਕਾਬਲੇ। ਜੇ ਤੁਸੀਂ ਚਰਨਜੀਤ ਸਿੰਘ ਚੰਨੀ ਦੀ ਗੱਲ ਕਰੋ, ਚਰਨਜੀਤ ਸਿੰਘ ਚੰਨੀ ਜਿਹੜੇ ਸਿੱਖ ਪੋਲਿਟਿਕਸ ਦੇ ਈਡੀਅਮ ਨੇ ਉਹ ਜ਼ਿਆਦਾ ਵਰਤਦੇ ਨੇ, ਹੈ ਜੀ, ਸਬੱਤ ਦੇ ਭਲੇ ਦੀ ਗੱਲ ਜ਼ਿਆਦਾ ਕਰਦੇ ਨੇ, ਤੇ ਅਕਾਲੀ ਦਲ ਦੇ ਪ੍ਰਧਾਨ ਸਬੱਤ ਦੇ ਭਲੇ ਦੀ ਗੱਲ ਘੱਟ ਕਰਦੇ ਨੇ। ਸੋ ਅੱਜ ਦੇ ਹਾਲਾਤਾਂ ਵਿੱਚ SSM ਤਾਂ ਜੇ ਬਣਿਆ ਹੀ ਨਹੀਂ, ਤੇ ਜੇ ਪੰਜਾਬ ਬੇਸਡ ਗੱਲਾਂ ਕੋਈ ਕਰਦਾ ਹੈ ਤੇ ਕਾਂਗਰਸ ਅਕਾਲੀ ਦਲ ਦੇ ਮੁਕਾਬਲੇ ਜ਼ਿਆਦਾ ਕਰਦੀ ਹੈ। ਇਹਦੇ 'ਚ ਕੋਈ ਸ਼ੱਕ ਨਹੀਂ। ਚੰਨੀ ਤੇ ਸਿੱਧੂ ਦੋਨਾਂ ਨੇ ਪੰਜਾਬ ਦੇ ਮਸਲਿਆਂ ਦੀ ਗੱਲ ਕੀਤੀ ਹੈ, ਚਾਹੇ ਉਹ ਇੰਟਰਨੈਸ਼ਨਲ ਟ੍ਰੇਡ ਹੈ, ਚਾਹੇ ਰਿਸੋਰਸਿਸ ਦੀ ਗੱਲ ਹੈ। ਇਹ ਗੱਲ ਕੁਲਦੀਪ ਸਿੰਘ ਬਿਲਕੁਲ ਦਰੁਸਤ ਹੈ ਤੁਹਾਡੀ। ਹਾਲਾਂਕਿ ਕਾਂਗਰਸ ਤੇ ਰਹਿ ਕੇ ਇਹ ਗੱਲ ਕਰਨੀ ਔਖੀ ਹੈ। ਕਾਂਗਰਸ ਆਹੋ ਨਹੀਂ, ਤੁਸੀਂ ਬਾਹਰ ਬੈਠੇ, ਬੜਾ ਕੁਝ ਬਦਲ ਰਿਹਾ ਪੰਜਾਬ 'ਚ। ਇਹ ਕਰਕੇ ਅਸੀਂ ਅੱਜ ਦੀ ਕਾਂਗਰਸ ਨੂੰ ਜਿਹੜੀ 84 ਵਾਲੀ ਕਾਂਗਰਸ ਸਮਝਣਾ ਹੀ ਬਿਲਕੁਲ ਗਲਤ ਹੋਏਗਾ। ਅੱਛਾ, ਹੁਣ ਜਿਹੜਾ ਵੱਡਾ ਸਵਾਲ ਸੀ ਉਹ ਤਾਂ ਰਹਿ ਗਿਆ, ਜਿਹੜਾ ਮੈਂ ਸਮਝਦਾ ਤੁਹਾਡੇ ਸਭ ਦੇ ਇੰਟਰਸਟ ਦਾ, ਕਿ ਜਿਹੜੀ SSM ਹੈ ਉਹਦੇ ਚਾਂਸਸ ਕੀ ਨੇ। ਤੁਸੀਂ ਕਿਹਾ ਨਾ ਆਮ ਆਦਮੀ ਪਾਰਟੀ ਨਾਲ ਗੱਲ ਸ਼ੁਰੂ ਹੋਈ, ਟੁੱਟ ਗਈ, ਤੇ ਹੁਣ ਆਮ ਆਦਮੀ ਪਾਰਟੀ ਨਾਲ SSM ਦੇ ਅਲਾਇੰਸ ਪੈਦਾ ਹੋਣ ਦੀ ਸੰਭਾਵਨਾ ਲਗਭਗ 0 ਹੈ। ਤੇ ਆਮ ਆਦਮੀ ਪਾਰਟੀ ਨੇ 100 ਤੋਂ ਵੱਧ ਸੀਟਾਂ ਤੇ ਕੈਂਡੀਡੇਟ ਖੜੇ ਕਰਤੇ ਨੇ। ਕੇਜਰੀਵਾਲ ਕਹਿੰਦਾ ਜੀ ਸਾਡੇ ਕੋਲ ਤਾਂ ਰਾਜੇਵਾਲ ਸਾਹਿਬ ਉਦੋਂ ਆਏ ਨੇ ਜਦੋਂ ਅਸੀਂ ਬਹੁਤੀਆਂ ਸੀਟਾਂ ਤੇ ਕੈਂਡੀਡੇਟ ਖੜੇ ਕਰਤੇ ਸੀ, ਜਿਹੜੀਆਂ ਬਚੀਆਂ ਸੀ ਉਹਨਾਂ 'ਚ ਲੈ ਲਓ। ਤੇ ਰਾਜੇਵਾਲ ਸਾਹਿਬ ਨੇ ਗੱਲ ਸ਼ੁਰੂ ਕੀਤੀ ਅਸੀਂ ਆਪਣਾ ਅੱਧੀਆਂ ਸੀਟਾਂ ਲੈਣੀਆਂ ਨੇ, ਉਹ ਦੇ ਰਿਹਾ 15, ਉਹ ਤਾਂ ਗੱਲ ਗਈ ਮੁੱਕ। ਸੋ SSM ਤੇ ਆਮ ਆਦਮੀ ਪਾਰਟੀ ਦਾ ਕੋਈ ਅਲਾਇੰਸ ਹੋਵੇ ਇਹ ਤੇ ਨਜ਼ਰ ਨਹੀਂ ਆਉਂਦਾ। ਜਿਹੜੀ ਹੁਣ ਆਮ ਆਦਮੀ ਪਾਰਟੀ ਨਾਲ ਅਲਾਇੰਸ ਨਹੀਂ ਬਣਿਆ, ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਸੀਗੀ ਕਿ ਜਦੋਂ ਸੰਯੁਕਤ ਕਿਸਾਨ ਮੋਰਚਾ, ਸੰਯੁਕਤ ਸਮਾਜ ਮੋਰਚਾ ਬਣ ਕੇ ਪਾਰਟੀ ਬਣ ਜਾ ਰਿਹਾ, ਉਹਦੇ ਲਈ ਸਭ ਤੋਂ ਵੱਡੀ ਲੋੜ ਸੀਗੀ ਪੰਜਾਬ ਦੇ ਹਰ ਵਰਗ ਨੂੰ ਐਡਿਕੁਏਟ ਰਿਪਰੈਜ਼ੈਂਟੇਸ਼ਨ ਦਿੱਤੀ ਜਾਂਦੀ, ਉਹਨਾਂ ਦੇ ਹਿੱਤ ਆਰਟੀਕੂਲੇਟ ਕੀਤੇ ਜਾਂਦੇ, ਆਰਟੀਕੂਲੇਟ ਕਰਕੇ ਉਹਨਾਂ ਨੂੰ ਨੁਮਾਇੰਦਗੀ ਦਿੱਤੀ ਜਾਂਦੀ। ਇਹ ਵੀ ਨਹੀਂ ਹੋਇਆ। ਤੇ ਰਹਿ ਗਈ SSM ਕਿਹੜੀ? ਇੱਕ ਕਿਸਾਨਾਂ ਦਾ ਆਊਟਫੁੱਟ। ਇੱਥੇ ਹੀ ਮੈਂ ਗੱਲ ਕਰ ਰਿਹਾ ਸੀ ਜਿੱਥੇ ਗੱਲ ਆਪਣੀ ਰੁਕ ਗਈ ਕਿ ਕਿਸਾਨਾਂ ਦੇ ਅੰਦਰ ਇੱਕ ਵਰਗ ਇਹ ਕਹਿੰਦਾ ਕਿ ਤੁਸੀਂ ਕਿੱਧਰ ਤੁਰ ਪਏ, ਤੁਸੀਂ ਤਾਂ ਮਤਲਬ ਪ੍ਰੈਸ਼ਰ ਗਰੁੱਪ ਵੀ ਨਹੀਂ ਰਹਿਣਾ, ਪਾਰਟੀ ਬਣਾਉਣ ਤੁਰ ਪਏ ਤੁਸੀਂ। ਇਹ ਗੱਲ ਕਿਸਾਨ ਕਹਿੰਦੇ ਨੇ। ਦੂਜੀ ਗੱਲ ਮੈਂ ਕਹਿ ਰਿਹਾ ਸੀ ਕਿ ਮੈਨੂੰ ਇਹ ਵੀ ਨਹੀਂ ਲੱਗਦਾ ਕਿ SSM ਤੋਂ ਬਾਅਦ
ਸਾਰੇ ਦੇ ਸਾਰੇ ਕਿਸਾਨ ਜਿਹੜੇ ਆ ਉਹ ਐਸਐਸਐਮ ਨੂੰ ਵੋਟਾਂ ਪਾ ਦੇਣ। ਜਿਹੜਾ ਪੱਕਾ ਕਾਂਗਰਸ ਦਾ ਸਪੋਰਟ ਬੇਸ ਹੈ ਉਹ ਵੀ ਥੋੜਾ ਬਹੁਤਾ ਰਹੇਗਾ, ਅਕਾਲੀ ਦਲ ਦਾ ਵੀ ਰਹੇਗਾ। ਇਹ ਠੀਕ ਹੈ ਕਿ ਜੇ ਸਭ ਤੋਂ ਵੱਧ ਕਿਸੇ ਨੂੰ ਹਿੱਟ ਮਾਰੇਗਾ ਸੰਯੁਕਤ ਸਮਾਜ ਮੋਰਚਾ, ਉਹ ਅਕਾਲੀ ਦਲ ਨੂੰ ਮਾਰੇਗਾ। ਪਰੰਤੂ ਅਕਾਲੀ ਦਲ ਦੀਆਂ ਸਾਰੀਆਂ ਵੋਟਾਂ ਲੈ ਜਾਵੇ ਇਹ ਵੀ ਨਹੀਂ ਹੋਏਗਾ। ਕਿਉਂ ਨਹੀਂ ਹੋਏਗਾ? ਮੈਂ ਜਵਾਬ ਪਹਿਲਾਂ ਦਿੱਤਾ ਕਿ ਇੱਕ ਵਰਗ ਕਿਸਾਨਾਂ ਦਾ ਉਹ ਆ ਜਿਹੜਾ ਕਹਿੰਦਾ ਤੁਸੀਂ ਕਿੱਧਰ ਪੰਗਾ ਲੈ ਲਿਆ, ਤੁਹਾਡਾ ਤਾਂ ਪ੍ਰੈਸ਼ਰ ਗਰੁੱਪ ਖਤਮ ਹੋ ਗਿਆ ਤੇ ਤੁਹਾਡੀ ਤੇ ਜਿਹੜੀ ਤੁਸੀਂ ਕਿਸਾਨਾਂ ਦੇ ਹਿੱਤਾਂ ਦੀ ਨੁਮਾਇੰਦਗੀ ਕਰਨ ਦੀ ਜਿਹੜੀ ਤੁਹਾਡੀ ਪੋਜੀਸ਼ਨ ਸੀ ਉਹ ਤਾਂ ਇਰੋਡ ਹੋ ਗਈ, ਉਹ ਤਾਂ ਖਤਮ ਹੋ ਗਈ। ਸੋ ਇਸ ਕਰਕੇ ਮੈਂ ਜਾਤੀ ਤੌਰ ਤੇ ਕੋਈ ਮੈਨੂੰ ਨਹੀਂ ਲੱਗਦਾ ਕਿ ਬਹੁਤ ਵੱਡੀ ਪੋਲੀਟੀਕਲ ਫੋਰਸ ਐਸਐਸਐਮ ਪੰਜਾਬ ਵਿੱਚ ਬਣੇ। ਇਹ ਜਦੋਂ ਹੁਣ ਮੈਂ ਗੱਲ ਕਰ ਰਿਹਾ, ਇੱਥੇ ਤਾਂ ਸਭ ਤੋਂ ਵੱਡਾ ਡਰ ਹੈ, ਜਿਸ ਡਰ ਦਾ ਜ਼ਿਕਰ ਥੋੜਾ ਬਹੁਤਾ ਹਰਜਿੰਦਰ ਸਿੰਘ ਉਹਨਾਂ ਨੇ ਕੀਤਾ ਸੀ, ਜੇ ਕੱਲ ਨੂੰ ਐਸਐਸਐਮ ਹਾਰ ਜਾਂਦੀ ਹੈ ਉਹਦੇ ਮੈਨੇ ਕੀ ਕੱਢੇ ਜਾਣਗੇ। ਤੁਹਾਨੂੰ ਮੈਂ ਦੱਸਾਂ ਕਿ ਅੱਜ ਤੋਂ 3-4 ਮਹੀਨੇ ਪਹਿਲਾਂ ਇੱਕ ਸਰਵੇ ਹੋਇਆ, ਜਿਸ ਸਰਵੇ ਵਿੱਚ ਇਹ ਕਿਹਾ ਗਿਆ ਕਿ ਉਦੋਂ ਸੰਘਰਸ਼ ਚੱਲਦਾ ਸੀ, ਕਾਨੂੰਨ ਵਾਪਸ ਨਹੀਂ ਸੀ ਲਏ। ਉੱਥੇ ਇਹ ਗੱਲ ਉੱਭਰ ਕੇ ਸਾਹਮਣੇ ਆਈ ਕਿ ਘੱਟੋ ਘੱਟ 100 ਸੀਟਾਂ ਵਿੱਚ ਬੀਜੇਪੀ ਦੀਆਂ ਲੋਕ ਸਭਾ ਸੀਟਾਂ ਵਿੱਚ ਸੰਯੁਕਤ ਕਿਸਾਨ ਮੋਰਚਾ 100 ਸੀਟਾਂ ਤੇ ਬੀਜੇਪੀ ਨੂੰ ਹਰਾਉਣ ਦੀ ਸਮਰੱਥਾ ਰੱਖਦਾ ਹੈ। ਜਿਹੜਾ 100 ਸੀਟਾਂ ਦਾ ਸੰਭਾਵੀ ਤੌਰ ਤੇ ਬੀਜੇਪੀ ਨੂੰ ਨੁਕਸਾਨ ਹੋਣਾ ਸੀ, ਪਲੀਜ਼ ਨੋਟ, ਉਹਨਾਂ ਕਰਕੇ ਕਾਨੂੰਨ ਵਾਪਸ ਲੈ ਗਏ ਨੇ। ਉਹ ਮੇਜਰ ਫੈਕਟਰ ਹੈ। ਹੁਣ ਇਹ ਨਾ ਕਿਉਂ ਕਿ ਮੈਂ ਕਿਸਾਨਾਂ ਨੂੰ ਕ੍ਰੈਡਿਟ ਨਹੀਂ ਦੇ ਰਿਹਾ। ਮੈਂ ਇਹ ਗੱਲ ਪਹਿਲਾਂ ਬਾਰ-ਬਾਰ ਕਹਿ ਚੁੱਕਿਆ ਕਿ ਜਿਸ ਵਧੀਆ ਤਰੀਕੇ ਨਾਲ ਕਿਸਾਨਾਂ ਨੇ ਸੰਘਰਸ਼ ਚਲਾਇਆ ਤੇ ਉਹਦਾ ਕ੍ਰੈਡਿਟ ਅਸੀਂ ਬਾਰ-ਬਾਰ ਉਹਨਾਂ ਨੂੰ ਦਿੰਦੇ ਹਾਂ। ਪਰ ਮੈਂ ਇਹ ਵੀ ਕਹਿ ਰਿਹਾ ਕਿ ਇਹ ਸਾਰੀਆਂ ਗੱਲਾਂ ਦੇ ਬਾਵਜੂਦ ਕੇਂਦਰ ਦੀ ਸਰਕਾਰ ਸ਼ਾਇਦ ਨਾ ਝੁਕਦੀ, ਜੇਕਰ ਕੇਂਦਰ ਦੀ ਸਰਕਾਰ ਨੂੰ ਇਸ ਗੱਲ ਦਾ ਅਹਿਸਾਸ ਨਾ ਹੁੰਦਾ ਕਿ ਅਸੀਂ ਘੱਟੋ ਘੱਟ 100 ਸੀਟਾਂ ਤੇ ਹਾਰ ਸਕਦੇ ਹਾਂ ਜੇ ਯੂਪੀ ਦੀ ਇਲੈਕਸ਼ਨ ਨਾ ਹੁੰਦੀ। ਠੀਕ ਹੈ ਜੀ। ਸੋ ਹੁਣ ਚੱਕਰ ਇਹ ਹੈ ਜਿਹੜੀ ਏਡੀ ਵੱਡੀ, ਇਹ ਵੀ ਇੱਕ ਤਰ੍ਹਾਂ ਦੀ ਤੁਸੀਂ ਕਹ ਲਓ ਨਾ ਕਿ ਇਹ ਕਿਸਾਨ ਜਥੇਬੰਦੀਆਂ ਨੈਸ਼ਨਲ ਪੋਲਿਟਿਕਸ ਵਿੱਚ ਪ੍ਰੈਸ਼ਰ ਗਰੁੱਪ ਬਣ ਗਈਆਂ। ਕਿਸਾਨ ਜਥੇਬੰਦੀਆਂ ਮੁਲਕ ਦੀ, ਜਿਸ ਮੋਦੀ ਸਰਕਾਰ ਨੂੰ ਕਿਸੇ ਗਰੁੱਪ ਦੀ ਕੈਪੈਸਿਟੀ ਹੈ ਨਹੀਂ ਗੀ ਉਹਦੀ ਵਰਕਿੰਗ ਨੂੰ ਪ੍ਰਭਾਵਿਤ ਕਰਨ ਦੀ, ਉਸ ਸਰਕਾਰ ਦੀ ਵਰਕਿੰਗ ਨੂੰ ਪ੍ਰਭਾਵਿਤ ਕੀਤਾ ਐਸਕੇਐਮ ਨੇ ਐਜ਼ ਪ੍ਰੈਸ਼ਰ ਗਰੁੱਪ ਬਣ ਕੇ। ਹੁਣ ਕੱਲ ਨੂੰ ਜੇ ਪੰਜਾਬ ਵਿੱਚ ਐਸਐਸਐਮ ਹਾਰ ਜਾਂਦਾ ਹੈ ਤੇ ਫਿਰ ਬੀਜੇਪੀ ਨੇ, ਪਲੀਜ਼ ਮੇਰੀ ਗੱਲ ਨੋਟ ਕਰ ਲਓ, ਬੀਜੇਪੀ ਨੇ ਕੋਈ ਕਸਰ ਨਹੀਂ ਛੱਡਣੀ ਇਸ ਗੱਲ ਦਾ ਪ੍ਰੋਪੇਗੇਟ ਕਰਨ ਲਈ ਕਿ ਜਿਹੜੇ ਚਲੋ ਅਸੀਂ ਤਾਂ 3 ਕਾਨੂੰਨ ਵਾਪਸ ਲੈ ਲਏ, ਉਹ ਕਹਿਣਗੇ ਅਸੀਂ ਤੇ ਚਲੋ ਕਾਨੂੰਨ ਵਾਪਸ ਲੈ ਲਏ, ਪਰੰਤੂ ਪੰਜਾਬ ਵਿੱਚ ਇਹਨਾਂ ਲੋਕਾਂ ਨਾਲ ਤਾਂ ਕੋਈ ਵੀ ਨਹੀਂ ਹੈਗਾ। ਇਹ ਗੱਲ ਬੀਜੇਪੀ ਸੈੱਲ ਕਰੇਗੀ, ਇਹ ਗੱਲ ਬੀਜੇਪੀ ਪ੍ਰੋਪੇਗੇਟ ਕਰੇਗੀ 2024 ਦੀ ਇਲੈਕਸ਼ਨ ਵਿੱਚ। ਸੋ ਸਭ ਤੋਂ ਵੱਡਾ ਡਰ ਇਹ ਹੈ ਜੀ। ਸੋ ਅੱਛਾ, ਹੁਣ ਤੁਸੀਂ ਇਹ ਕਹੋਗੇ ਕਿ ਅਸੀਂ ਕਿਸਾਨਾਂ ਨੂੰ ਏਡਾ ਵੱਡਾ ਕ੍ਰੈਡਿਟ ਦਿੰਦੇ ਆ ਤੇ ਫਿਰ ਮੈਂ ਏਦਾਂ ਦੀ ਕਨਕਲੂਜਨ ਕਿਉਂ ਡਰਾ ਕਰ ਰਿਹਾ। 2 ਮਿੰਟ ਮੈਨੂੰ ਹੋਰ ਬੋਲਣ ਦਿਓ। ਹਾਂਜੀ। ਬੀਜੇਪੀ ਨੇ ਬੜੇ ਥੋੜੇ ਜਿਹੇ ਸਮੇਂ 'ਚ, ਹਰਜਿੰਦਰ ਸਿੰਘ ਉਹਨੇ ਜਾਣਦੇ ਨੇ, 2 ਸੀਟਾਂ ਤੋਂ 302 ਸੀਟਾਂ ਤੇ 303 ਸੀਟਾਂ ਤੇ ਪਹੁੰਚੇ ਨੇ। 2 ਸੀਟਾਂ ਲੋਕ ਸਭਾ ਤੋਂ 302 ਤੇ ਪਹੁੰਚੇ ਨੇ। ਬੀਜੇਪੀ ਜਦੋਂ 1980 ਚ ਬਣੀ ਸੀਗੀ ਤੇ ਇਹਨਾਂ ਦਾ ਜਿਹੜਾ ਪ੍ਰੋਗਰਾਮ ਸੀ ਗਾਂਧੀਅਨ ਸੋਸ਼ਲਿਜ਼ਮ ਸੀਗਾ। ਤੇ ਫਿਰ ਜਿਵੇਂ ਮੰਦਰ ਦੇ ਮੁੱਦੇ ਨੂੰ ਆਧਾਰ ਬਣਾ ਕੇ ਬੀਜੇਪੀ ਇੰਡੀਆ ਵਿੱਚ ਐਕਸਪੈਂਡ ਹੋਈ ਹੈ। ਹੁਣ ਜੇ ਤੁਸੀਂ ਨਾ ਬਿਲਕੁਲ ਆਪਾਂ 2-4 ਸੈਂਟੈਂਸ ਵਿੱਚ ਵੀ ਗੱਲ ਕਰਨੀ ਹੋਵੇ ਨਾ, ਬੀਜੇਪੀ ਨੇ ਮੰਦਰ ਨੂੰ ਵਰਤਿਆ ਆਪਣੇ ਸਪੋਰਟ ਬੇਸ ਨੂੰ ਐਕਸਪੈਂਡ ਕਰਨ ਲਈ, ਬੀਜੇਪੀ ਨੇ ਪਰਫਾਰਮੈਂਸ ਨੂੰ ਵਰਤਿਆ ਆਪਣੇ ਸਪੋਰਟ ਬੇਸ ਨੂੰ ਐਕਸਪੈਂਡ ਕਰਨ ਲਈ, ਬੀਜੇਪੀ ਨੇ ਮੋਦੀ ਦੇ ਪਰਸੋਨਾ ਨੂੰ ਵਰਤਿਆ ਆਪਣੇ ਸਪੋਰਟ ਬੇਸ ਨੂੰ ਐਕਸਪੈਂਡ ਕਰਨ ਲਈ, ਬੀਜੇਪੀ ਨੇ ਅਗਲੀਆਂ 2 ਗੱਲਾਂ ਧਿਆਨ ਨਾਲ ਸੁਣਿਓ, ਬੀਜੇਪੀ ਨੇ ਮਹਾਤਮਾ ਗਾਂਧੀ ਜਿਸ ਦੀ ਆਈਡੀਓਲੋਜੀ ਆਰਐਸਐਸ ਦੀ ਆਈਡੀਓਲੋਜੀ ਨਾਲ ਕਿਤੇ ਮੇਲ ਨਹੀਂ ਖਾਂਦੀ, ਬੀਜੇਪੀ ਨੇ ਉਸ ਗਾਂਧੀ ਨੂੰ ਓਨ ਕਰ ਲਿਆ। ਬੀਜੇਪੀ ਨੇ ਜਿਹੜਾ BR ਅੰਬੇਦਕਰ, ਜਿਹਦੀਆਂ ਸਭ ਤੋਂ ਵੱਡੀਆਂ ਕੰਟਰਾਡਿਕਸ਼ਨਸ ਆਰਐਸਐਸ ਨਾਲ ਸੀਗੀਆਂ, ਬੀਜੇਪੀ ਨੇ BR ਅੰਬੇਦਕਰ ਨੂੰ ਓਨ ਕਰ ਲਿਆ।
ਦੱਸਣਾ ਮੈਂ ਤੁਹਾਨੂੰ ਇਹ ਚਾਹੁੰਦਾ, ਜਦੋਂ ਕੋਈ ਪਾਰਟੀ ਐਕਸਪੈਂਡ ਕਰਦੀ ਹੈ ਕਿਸ ਕਿਸਮ ਦੇ ਹੱਥਕੰਡੇ ਵਰਤਦੀ ਹੈ, ਕਿਸ ਕਿਸਮ ਦੇ ਇਮੇਜ ਕ੍ਰੀਏਟ ਕਰਦੀ ਹੈ। ਹੁਣ ਜੇ ਆਪਾਂ ਤਾਂ ਇਹ ਨਹੀਂ ਕਹਿੰਦੇ ਕਿ SSM ਉਸ ਕਿਸਮ ਦੇ ਹੱਥਕੰਡੇ ਵਰਤੇ, ਪਰੰਤੂ ਇਹ ਤਾਂ ਸੱਚ ਹੈ ਨਾ ਕਿ SSM ਨੂੰ ਪੰਜਾਬ ਦੀ ਲੋਕਾਂ ਦੀ ਨੁਮਾਇੰਦਗੀ ਕਰਨ ਵਾਲੀ ਪਾਰਟੀ ਬਣਨ ਲਈ ਇਹਨਾਂ ਚੋਂ ਕੁਝ ਚੰਗੀਆਂ ਚੀਜ਼ਾਂ ਦੀ ਲੋੜ ਸੀ, ਉਹਨਾਂ ਤੇ ਕੰਮ ਨਹੀਂ ਹੋਇਆ। ਇਸ ਕਰਕੇ ਮੈਨੂੰ ਜਾਤੀ ਤੌਰ ਤੇ ਇਹ ਲੱਗਦਾ ਹੈ ਕਿ ਬਹੁਤ ਵੱਡੀ ਜਿੱਤ SSM ਨੂੰ ਪੰਜਾਬ ਦੀਆਂ 2022 ਦੀਆਂ ਇਲੈਕਸ਼ਨਾਂ ਵਿੱਚ ਹੋਵੇ। ਜਿਹੜੀ ਤੁਸੀਂ ਸਵਾਲ ਕਹਿੰਦੇ ਸੀ, ਪ੍ਰੋਗਰਾਮ ਆਈਡਲੀ ਇਸ ਤਰੀਕੇ ਨਾਲ ਬਣਨਾ ਚਾਹੀਦਾ, ਪਰ ਅਜੇ ਤੱਕ SSM ਦਾ ਦਲਿਤਾਂ ਦਾ ਕੀ ਏਜੰਡਾ ਹੈ, ਕਿਸਾਨ ਮਜ਼ਦੂਰ ਲਈ ਕੀ ਏਜੰਡਾ ਹੈ। ਜੇ SSM ਪਾਵਰ 'ਚ ਆ ਜਾਵੇ ਤੇ ਜਿਹੜਾ ਵਾਅਦਾ ਕੈਪਟਨ ਅਮਰਿੰਦਰ ਸਿੰਘ ਨੇ 2017 ਵਿੱਚ ਕੀਤਾ ਸੀ ਕਰਜ਼ੇ ਮਾਫੀ ਦਾ, ਇਹ ਕਰ ਦੇਣਗੇ? ਮਾਈ ਆਨਸਰ ਇਜ਼ ਨੋ। ਜੇ ਮੈਂ ਤੁਹਾਨੂੰ ਬਿਲਕੁਲ ਹੋਰ ਗੱਲ ਕਰਨਾ, SSM 2022 ਚ ਪਾਵਰ ਚ ਆ ਕੇ 5 ਸਾਲ ਪਾਵਰ ਚ ਰਹਿ ਜਾਵੇ, ਕਿਸਾਨਾਂ ਦਾ ਕਰਜ਼ਾ, ਜਿੰਨਾ ਕੁ ਕਰਜ਼ਾ ਕੈਪਟਨ ਅਮਰਿੰਦਰ ਸਿੰਘ ਨੇ ਬਾਅਦ ਚ ਚੰਨੀ ਨੇ 4,500 ਕਰੋੜ ਦਾ ਉਹਨੇ ਕੀਤਾ ਸੀ, 10,000 ਕਰੋੜ ਤੋਂ ਵੱਧ ਪੈਸਾ ਕੱਢ ਨਹੀਂ ਸਕਦੀ ਆਉਣ ਵਾਲੇ 5 ਸਾਲਾਂ ਚ ਪਰ ਐਨਮ, ਤੇ ਜਦ ਕਿ ਕਿਸਾਨਾਂ ਦਾ ਕਰਜ਼ਾ 1,30,000 ਕਰੋੜ ਦੇ ਬਰਾਬਰ ਦੱਸਦੇ ਨੇ। ਸੋ ਇਹ ਜਿਹੜੀਆਂ ਚੀਜ਼ਾਂ ਨੇ ਨਾ, ਇਹ ਬੜੇ ਜਿਹਨੂੰ ਆਪਾਂ ਕਹਿੰਦੇ ਹਾਂ ਵੱਡੇ ਸਵਾਲ ਨੇ। ਇਹਨਾਂ ਵੱਡੇ ਸਵਾਲਾਂ ਦਾ ਕੋਈ ਆਸਾਨ ਜਵਾਬ ਨਹੀਂ ਹੈਗਾ। ਬਣਦਾ ਇਹ ਸੀ ਸਾਰੇ ਜਥੇਬੰਦੀਆਂ ਬੈਠ ਕੇ ਵਿਚਾਰ ਵਟਾਂਦਰਾ ਕਰਦੀਆਂ, ਜਿਸ ਗੱਲ ਤੋਂ ਆਪਾਂ ਇਨਕਾਰ ਨਹੀਂ ਕਰ ਸਕਦੇ। ਕਿਹੜੀ ਗੱਲ ਤੋਂ ਇਨਕਾਰ ਨਹੀਂ ਕਰ ਸਕਦੇ? ਕਿ ਪੰਜਾਬ ਦੀ ਜਿਹੜੀ ਗਵਰਨੈਂਸ ਹੈ ਉਹ ਵਰਸ ਕਿਸਮ ਦੀ ਗਵਰਨੈਂਸ ਹੈ। ਉਸ ਵਰਸ ਕਿਸਮ ਦੀ ਗਵਰਨੈਂਸ ਨੂੰ ਕਲੀਨ ਕਰਨ ਲਈ ਕਿਸਾਨਾਂ ਵਰਗੇ ਜਥੇਬੰਦੀਆਂ ਜਿਹੜੀਆਂ ਕਮਿਟਡ ਨੇ, ਜਿਹੜੀਆਂ ਇਮਾਨਦਾਰ ਨੇ, ਉਹਨਾਂ ਦੀ ਲੋੜ ਸੀਗੀ। ਪਰੰਤੂ ਪੋਲਿਟਿਕਸ ਹੈਜ਼ ਇਟਸ ਓਨ ਸਪੈਸੀਫਿਸਿਟੀਜ਼। ਹੁਣ ਤੁਸੀਂ ਕਹੋਗੇ ਨਾ ਕਿ ਮੈਂ ਕੋਈ ਨਵੀਂ ਕਰ ਰਿਹਾ ਕਿ ਪੋਲੀਟਿਕਲ ਸਾਇੰਸ ਦਾ, ਪੋਲਿਟਿਕਸ ਦੀ ਇੱਕ ਆਪਣੀ ਆਟੋਨਮੀ ਹੈ। ਪੋਲਿਟਿਕਸ ਇੱਕ ਆਪਣੇ ਤਰੀਕੇ ਨਾਲ ਚੱਲਦੀ ਹੈ ਜੀ। ਹੁਣ ਦੇਖੋ ਨਾ, ਜਿੱਡੀ ਵੱਡੀ ਕੁਰਬਾਨੀ ਕਿਸਾਨਾਂ ਦੀ, ਜਿੱਡਾ ਵੱਡਾ ਸੰਘਰਸ਼ ਪੰਜਾਬ ਦੇ ਲੋਕਾਂ ਦਾ, ਸਾਰੀ ਦੁਨੀਆ ਨੇ ਇਹਨਾਂ ਨੂੰ ਸਪੋਰਟ ਕੀਤਾ। ਹੁਣ ਜਿੱਦਾਂ ਮੈਂ ਡਿਫਿਕਟ ਕਰ ਰਿਹਾ, ਜਿਹੜੇ ਮੈਨੂੰ ਖਤਰੇ ਨਜ਼ਰ ਆ ਰਹੇ ਨੇ, ਤੇ ਜੇ ਰੱਬ ਨਾ ਕਰੇ ਮੈਂ ਸੱਚ ਹਾਂ, ਮੈਂ ਰੱਬ ਆਈ ਵਿਸ਼ ਕਿ ਆਈ ਐਮ ਪ੍ਰੂਵਡ ਰੋਂਗ, ਤੇ ਫਿਰ ਤੁਸੀਂ ਉਹਦੇ ਕਨਸੀਕੁਐਂਸ ਸੋਚ ਲਓ। ਡਾਕਟਰ ਸਾਹਿਬ ਆ ਰਹੇ ਤੁਹਾਡੇ, ਤੁਸੀਂ ਬੜੀਆਂ ਖੁੱਲ ਕੇ ਗੱਲਾਂ ਕੀਤੀਆਂ। ਹਰਜਿੰਦਰ ਸਿੰਘ ਜੀ, ਮੈਂ ਆਉਣਾ ਜਸਟ ਇੱਕ ਗੱਲ, ਮਤਲਬ ਜਿਹੜੀ ਪੁਆਇੰਟ ਆਫ ਜਿਹੜੀ ਤੁਸੀਂ ਬੜੀ ਠੋਕ ਕੇ ਗਈ ਹੈ ਕਿ ਸੰਯੁਕਤ ਕਿਸਾਨ ਮੋਰਚੇ ਤੋਂ ਸੰਯੁਕਤ ਸਮਾਜ ਮੋਰਚਾ, ਜਿਹਨੂੰ ਸਾਂਝਾ ਸਮਾਜ ਮੋਰਚਾ ਬਣਾ, ਮਤਲਬ ਇੱਕ ਯੂਨੀਅਨ ਜਿਹੜੀ ਸੰਘਰਸ਼ ਕਰਦੀ ਸੀ, ਉਹ ਪੋਲੀਟੀਕਲ ਪਾਰਟੀ ਬਣੀ ਹੈ, ਉਹਨੂੰ ਟਾਈਮ ਨਹੀਂ ਮਿਲਿਆ, ਉਹਦੇ ਮੁੱਦੇ ਕਿਸਾਨੀ ਦੇ ਮੁੱਦੇ ਨਹੀਂ ਰਹਿਣਗੇ। ਠੀਕ ਹੈ ਜੀ। ਇਹਦੇ ਜਿਹੜੀ ਵਿਚਲੀ ਗੱਲ ਨਿਕਲ ਰਹੀ ਹੈ, ਕੀ ਪੋਲੀਟੀਕਲ ਪਾਰਟੀ ਬਣ ਕੇ ਵੀ ਉਹ ਆਪਣੀ ਦਬਾਅ ਪਾਉਣ ਦੀ ਰਾਜਨੀਤੀ ਜਾਂ ਦਬਾਅ ਪਾਉਣ ਦੀ ਸਟ੍ਰੈਟਜੀ ਜਾਰੀ ਰੱਖਣਗੇ? ਹਾਂਜੀ ਹਰਜਿੰਦਰ ਸਿੰਘ ਜੀ। ਇਹਦੇ 'ਚ ਮੇਰਾ ਖਿਆਲ ਸਾਰੇ ਆਪਾਂ ਸਮਝਦੇ ਹਾਂ ਉਸ ਗੱਲ ਨੂੰ ਜਿਹੜੀ ਆਪਾਂ ਗੱਲ ਕਰ ਰਹੇ ਹਾਂ, ਆਪਣੇ ਐਗਰੀਮੈਂਟ ਵੀ ਹੈ। ਤੇ ਮੈਂ ਇਹਦੇ 'ਚ ਥੋੜਾ ਜਿਹਾ ਫੁੱਟਨੋਟ ਹੀ ਐਡ ਕਰੂੰਗਾ ਜੋ ਕੁਲਦੀਪ ਸਿੰਘ ਉਹਨਾਂ ਨੇ ਗੱਲ ਕਹੀ ਹੈ। ਉਹ ਇਹ ਆ ਵੀ ਇੱਕ ਤਾਂ ਇਹ ਆ ਵੀ ਇਹਨਾਂ ਨੂੰ ਨਾ ਆਪਣਾ ਏਜੰਡਾ ਵਿਸ਼ਾਲ ਕਰਨਾ ਪਊਗਾ, ਤੇ ਇਹ ਨਹੀਂ ਕਿ ਕਿਸਾਨੀ ਮੁੱਦੇ ਨਹੀਂ ਰਹਿਣਗੇ ਏਜੰਡੇ ਦਾ, ਉਹ ਵੀ ਰਹਿਣਗੇ, ਪਰ ਸਿਰਫ ਉਹ ਹੀ ਨਹੀਂ ਰਹਿਣਗੇ। ਤੇ ਦੂਸਰਾ ਇਹ ਹੈ ਕਿ ਮੁੱਦਿਆਂ ਤੋਂ ਇਲਾਵਾ ਇਹਨਾਂ ਨੂੰ ਜਿਹੜੇ ਵੱਖ-ਵੱਖ ਸੈਕਸ਼ਨ ਦੇ ਲੀਡਰ ਨੇ ਜਾਂ ਕੰਮ ਕਰਦੇ ਲੋਕ ਨੇ ਜਾਂ ਜਿਨ੍ਹਾਂ ਦੀ ਕ੍ਰੈਡੀਬਿਲਿਟੀ ਆ, ਉਹ ਵੀ ਨਾਲ ਆਪਣੇ ਲੈਣੇ ਪੈਣਗੇ। ਤੇ ਤੀਸਰੀ ਗੱਲ ਇਹ ਆ ਵੀ ਜਿਹੜੀ ਬਾਕੀ ਦੀਆਂ ਯੂਨੀਅਨਾਂ ਨੇ ਜਿਨ੍ਹਾਂ ਨੇ ਇਹ SSM ਦਾ ਹਿੱਸਾ ਨਹੀਂ ਬਣੀਆਂ, ਉਹਨਾਂ ਦੇ ਨਾਲ ਇਹਨਾਂ ਨੂੰ ਬਹੁਤ ਨੇੜ ਦੇ ਤੌਰ ਤੇ ਕੰਮ ਕਰਨਾ ਪਏਗਾ। ਔਰ ਉਹਦੇ 'ਚ ਚੰਗੀ ਗੱਲ ਇੱਕ ਇਹ ਆ ਕਿ ਚਾਹੇ ਉਹਨਾਂ ਨੇ ਹਿੱਸਾ ਨਹੀਂ ਬਣੀਆਂ ਉਹ SSM ਦਾ, ਉਹ ਦੂਸਰੀਆਂ ਯੂਨੀਅਨਾਂ, ਪਰ ਉਹਨਾਂ ਨੇ ਆਪਣੇ ਕੇਡਰ ਨੂੰ ਕੋਈ ਇਸ ਤਰ੍ਹਾਂ ਦੀ ਡਾਇਰੈਕਸ਼ਨ ਨਹੀਂ ਕਿ ਉਹ SSM ਨੂੰ ਵੋਟਾਂ ਨਾ ਪਾਉਣ। ਹਾਂ, ਉਹ ਹਿੱਸਾ ਨਹੀਂ ਲੈ ਰਹੇ,
ਪਰ ਲੱਗਦਾ ਹੈ ਵੀ ਜੇ ਕਾਮਨ ਸੈਂਸ ਪ੍ਰਵੇਲ ਕਰਦੀ ਹੈ ਤਾਂ ਲਾਰਜ ਸੈਕਸ਼ਨ ਜਿਹੜਾ ਕਿਸਾਨਾਂ ਦਾ, ਚਾਹੇ ਉਹ ਉਹਨਾਂ ਦੇ ਯੂਨੀਅਨ ਦੇ ਮੈਂਬਰ ਵੀ ਨੇ, ਉਹ ਵੋਟਾਂ SSM ਨੂੰ ਪਾਉਣ ਦੀ ਉਹਨਾਂ ਦੀ ਸੰਭਾਵਨਾ ਜ਼ਿਆਦਾ, ਜੋ ਮੈਂ ਸਮਝਦਾ। ਤੇ ਇਹਨਾਂ ਨੂੰ ਕੰਮ ਵੀ ਕਰਨਾ ਚਾਹੀਦਾ ਉਸ ਡਾਇਰੈਕਸ਼ਨ ਦੇ ਵਿੱਚ। ਬਾਕੀ ਉਹਦੇ 'ਚ ਇਹ ਆ ਕਿ ਮੈਂ ਅੱਜ ਸਵੇਰੇ ਜੋਗਿੰਦਰ ਯਾਦਵ ਹੋਣਾ ਦਾ ਵੀ YouTube ਤੇ ਦੇਖ ਰਿਹਾ ਸੀਗਾ ਕਿ ਕੱਲ ਜਿਹੜੀ SKM ਦੀ ਮੀਟਿੰਗ ਹੋਈ ਹੈ, ਉਹਦੇ 'ਚ ਉਹਨਾਂ ਨੇ ਕਲੀਅਰ ਆਪਣੀ ਜਿਹੜੀ ਪੋਜੀਸ਼ਨ ਹੈ ਉਹ ਸਟੇਟ ਕੀਤੀ ਹੈ ਕਿ ਜਿਹੜੀ ਵੀ ਕੋਈ ਨਵੀਂ ਪੋਲੀਟੀਕਲ ਪਾਰਟੀ ਬਣਦੀ ਹੈ ਕਿਸਾਨਾਂ 'ਚੋਂ, ਤੇ ਉਹ ਸਿਆਸਤ ਦੇ ਵਿੱਚ ਇਲੈਕਟੋਰਲ ਪ੍ਰੋਸੈਸ ਦੇ ਵਿੱਚ ਹਿੱਸਾ ਲੈਂਦੀ ਹੈ, ਉਹ SKM ਦਾ ਹਿੱਸਾ ਨਹੀਂ ਰਹਿਣਗੇ। ਠੀਕ ਹੈ, ਉਹਦੇ ਵਿੱਚ ਇਹ ਉਹ ਚੀਜ਼ ਨੂੰ ਜਿਹੜਾ ਰਿਸਕ, ਜਿਵੇਂ ਕੁਲਦੀਪ ਸਿੰਘ ਉਹਨਾਂ ਨੇ ਵੀ ਗੱਲ ਕਹੀ ਆ, ਆਪਾਂ ਅਵੇਅਰ ਹਾਂ, ਜੇ ਇਹਨਾਂ ਦੀ ਪਰਫਾਰਮੈਂਸ ਨਹੀਂ ਚੰਗੀ ਹੁੰਦੀ ਤਾਂ ਉਹ ਆਲ ਇੰਡੀਆ ਲੈਵਲ ਦੇ ਉੱਤੇ ਉਹ ਇੱਕ ਬਹੁਤ ਵੱਡਾ ਰਿਸਕ ਆ। ਤੇ ਉਹਦੇ ਵਿੱਚ ਇਹ ਹੋ ਸਕਦਾ ਹੈ ਕਿ ਜਿਹੜੇ ਬਾਕੀ ਦੀਆਂ ਜਥੇਬੰਦੀਆਂ ਨੇ 400 ਦੇ ਕਰੀਬ ਨੇ, ਉਹ ਫੋਰਮ SKM ਅਜੇ ਹੈ ਤੇ ਉਹ ਕਮਜ਼ੋਰ ਵੀ ਨਹੀਂ ਹੋਇਆ। ਇਹ ਚਾਹੇ ਹਿੱਸਾ ਲੈ ਰਹੇ ਨੇ, ਹਿੱਸਾ ਲੈ ਕੇ ਇਹਦਾ ਮਤਲਬ ਇਹ ਨਹੀਂ ਕਿ SKM ਨੂੰ ਸਪੋਰਟ ਨਹੀਂ ਕਰੇਗਾ, ਚਾਹੇ ਉਹ ਡਿਸੀਜਨ ਮੇਕਿੰਗ ਦਾ ਪਾਰਟ ਨਹੀਂ ਹੋਏਗਾ। ਜੇ ਕੱਲ ਨੂੰ ਕੋਈ ਵੀ ਮੋਰਚਾ ਦੁਬਾਰੇ ਉਹ ਲਾਉਂਦੇ ਨੇ ਜਾਂ ਕੋਈ ਐਜੀਟੇਸ਼ਨ ਕਰਦੇ ਨੇ, ਪਰ ਇਹਨਾਂ ਦੀ ਸਪੋਰਟ ਉਹਨਾਂ ਨੂੰ ਰਹੇਗੀ। ਸੋ ਮੈਂ ਇਹ ਸਮਝਦਾ। ਤੇ ਦੂਸਰਾ ਇਹ ਆ ਵੀ ਜੇ ਕੁਆਇਟ ਪੋਸੀਬਲ ਬਈ ਇਹ ਜੇ ਫਰਜ਼ ਕਰੋ ਇਹ ਆਪਣੇ ਆਪ ਆਪਣਾ ਦਾਇਰਾ, ਆਪਣਾ ਬੇਸ ਆ, ਇਹ ਵਿਸ਼ਾਲ ਜਾਂ ਵੱਡਾ ਨਹੀਂ ਬਣਾ ਸਕਦੇ ਕਿਉਂਕਿ ਟਾਈਮ ਦੀ ਲੋੜ ਆ ਜਾਂ ਬੜੀ ਘਾਟ ਆ ਤੇ ਬੜੇ ਕਈ ਹੋਰ ਕੰਸਟ੍ਰੇਂਟ ਨੇ। ਤੇ ਜੇ ਇਹ ਇੱਕ ਰੀਜ਼ਨੇਬਲ ਨੰਬਰ ਆਫ ਸੀਟਸ ਵੀ ਲੈ ਜਾਂਦੇ ਨੇ, ਜਿਹਦੇ ਨਾਲ ਇੱਕ ਇਫੈਕਟਿਵ ਗਰੁੱਪ ਵੀ ਅਸੈਂਬਲੀ ਦੇ ਵਿੱਚ ਬਣ ਜਾਂਦੇ ਨੇ, ਤਾਂ ਉੱਥੇ ਵੀ ਇਹ ਇੱਕ ਆਪਣਾ ਉਸਾਰੂ ਪੱਖ ਆ ਜਿਹੜਾ ਉਹ ਪਲੇ ਕਰ ਸਕਦੇ ਨੇ। ਸੋ ਮੈਨੂੰ ਇਹ ਲੱਗਦਾ ਵੀ ਜਦੋਂ ਹੁਣ ਇਹਨਾਂ ਨੇ ਇੱਕ ਫੈਸਲਾ ਲੈ ਲਿਆ, ਉਸ ਪਾਸੇ ਨੂੰ ਤੁਰ ਪਏ ਨੇ, ਤੇ ਜਿਹਦੀ ਲੋੜ ਵੀ ਅਸੀਂ ਸਮਝਦੇ ਹਾਂ ਕਿ ਪੰਜਾਬ ਦੇ ਵਿੱਚ ਇੱਕ ਪੰਜਾਬ ਸੈਂਟਰਿਕ ਪਾਰਟੀ ਦੀ ਲੋੜ ਵੀ ਹੈ, ਜਿਹਦੀ ਕ੍ਰੈਡੀਬਿਲਿਟੀ ਵੀ ਹੋਵੇ, ਤਾਂ ਮੈਨੂੰ ਲੱਗਦਾ ਹੈ ਕਿ ਜੇ ਉਹ ਕੁਛ ਚੀਜ਼ਾਂ ਜਿਹੜੀਆਂ ਆਪਾਂ ਡਿਸਕਸ ਕਰਦੇ ਹਾਂ ਉਹਨਾਂ ਨੂੰ ਉਹ ਧਿਆਨ 'ਚ ਰੱਖ ਕੇ ਅੱਗੇ ਤੁਰਦੇ ਨੇ, ਤਾਂ ਉਹ ਕਈ ਕਦਮ ਪੁੱਟ ਸਕਦੇ ਨੇ ਇਨ ਦਾ ਰਾਈਟ ਡਾਇਰੈਕਸ਼ਨ। ਮੈਂ ਇਹ ਸਮਝਦਾ। ਬਾਕੀ ਇਹ ਤੇ ਵੱਖਰੀ ਗੱਲਬਾਤ ਵੀ ਆਪਾਂ ਕਰਾਂਗੇ ਵੀ ਜਿਹੜਾ ਪੋਲੀਟੀਕਲ ਪਾਰਟੀਜ਼ ਦਾ ਕੀ ਰੋਲ ਰਿਹਾ ਪੰਜਾਬ ਦੇ ਵਿੱਚ। ਤੇ ਮੇਰੇ ਖਿਆਲ ਨਾਲ ਆਪਣਾ 1 ਘੰਟੇ ਤੋਂ ਜ਼ਿਆਦਾ ਹੋ ਗਿਆ, ਆਪਾਂ ਗੱਲ ਮੁਕਾ ਦਈਏ। ਮੈਂ ਕਨਕਲੂਡ ਕਰ ਲੈਂਦਾ, ਤੁਹਾਡੇ ਜਿਹੜੇ 5 ਪੁਆਇੰਟਸ ਨੇ ਇਸ ਮੁੱਦੇ ਤੋਂ ਨਿਕਲੇ। ਪਰ ਇਸ ਤੋਂ ਬਾਅਦ ਵੀ ਅਸੀਂ ਜਿਹੜੀ ਇੱਕ ਛੋਟਾ ਸੈਸ਼ਨ ਕਰਦੇ ਹਾਂ ਚੈਨਲ ਤੇ, ਜਿਸ 'ਚ ਇੱਕ ਸਮਰੀ ਜਿਹੜੀ ਹੈ ਰਿਪੋਰਟ ਉਹ ਸਾਹਮਣੇ ਰੱਖੀ ਜਾਏਗੀ। ਹਾਂਜੀ, ਤੁਸੀਂ ਕੁਛ ਮੈਂ ਸਮਝ ਗਿਆ ਤੁਸੀਂ ਜੋ ਕਹਿ ਰਹੇ ਆ, ਕਨਕਲੂਡ ਕਰਨਾ ਚਾਹੁੰਦੇ ਅੱਗੇ ਕੁਛ? ਮੇਰਾ ਕੁਲਦੀਪ ਸਿੰਘ, ਹਾਂਜੀ ਕੁਲਦੀਪ ਸਿੰਘ ਉਹਨਾਂ ਨੇ, ਮੈਂ ਉੱਥੇ ਆ ਰਿਹਾ। ਉਹਨਾਂ ਨੇ ਜਿਹੜੀ 2-3 ਗੱਲਾਂ ਸ਼ੁਰੂ ਬਹੁਤ ਜਿਹੜੀ ਕੀਤੀ ਨਾ, ਪੋਲੀਟੀਕਲ ਪਾਰਟੀ ਦੀ ਲੋੜ ਸੀ, ਖਾਸ ਕਰਕੇ ਤੁਸੀਂ ਬਹੁਤ ਐਮਫੈਸਿਕ ਵਰਡ ਦਿੱਤਾ ਕਮਿਟਮੈਂਟ, ਕਿ ਜਿਹੜੀਆਂ ਮੌਜੂਦਾ ਪਾਰਟੀਆਂ ਨੇ ਉਹਨਾਂ ਦੀ ਪੰਜਾਬ ਨਾਲ ਕੋਈ ਕਮਿਟਮੈਂਟ ਨਹੀਂ ਸੀ। ਸਵਾਲ ਉਹ 'ਚ ਇਹ ਵੀ ਨਿਕਲਦਾ ਵੀ ਆਪਾਂ ਇਹ ਮੰਨ ਕੇ ਚੱਲਦੇ ਹਾਂ ਵੀ ਜਿਹੜਾ ਸੰਯੁਕਤ ਕਿਸਾਨ ਮੋਰਚਾ, ਇਹਦੀ ਕਮਿਟਮੈਂਟ ਰਿਲੇਟਿਵਲੀ ਬਾਕੀਆਂ ਪਾਰਟੀਆਂ ਨਾਲੋਂ ਜ਼ਿਆਦਾ ਹੋਏਗੀ। ਦੂਜੇ ਬੰਨੇ ਤੁਸੀਂ ਇਹ ਵੀ ਖਦਸ਼ਾ ਜ਼ਾਹਿਰ ਕੀਤਾ ਹੈ ਕਿ ਜਿਹੜਾ ਇਹਨਾਂ ਦਾ ਪ੍ਰੈਸ਼ਰ ਟੈਕਟ ਸੀ, ਦਬਾਅ ਸੀ, ਜਿਸ ਰਣਨੀਤੀ ਦੇ ਨਾਲ ਇਹਨਾਂ ਨੇ ਬਿੱਲ ਪਾਸ ਕਰਵਾਏ, ਔਰ ਇਸ ਦਬਾਅ ਦੇ ਹੇਠ ਹੀ ਇਹ BJP ਦੀਆਂ UP ਦੇ ਵਿੱਚ ਸੀਟਾਂ ਨੂੰ ਵੀ ਇਫੈਕਟ ਕਰ ਸਕਦੇ ਸੀ। ਹੁਣ ਕਿਉਂਕਿ ਇਹ ਪੋਲੀਟੀਕਲ ਪਾਰਟੀ ਆਪ ਮੈਦਾਨ ਵਿੱਚ ਆ ਗਏ ਨੇ, ਇਹਨਾਂ ਦੇ ਮੇਨ ਮੁੱਦੇ ਘਟ ਜਾਣਗੇ। ਇਹ ਮਤਲਬ ਆਪਣੇ ਫੋਕਸ ਆਈਡੀਆ ਤੋਂ ਪਿੱਛੇ ਹੋ ਗਏ। ਬਾਕੀ ਦੇ ਵਕਤ ਦੀ ਕਸੌਟੀ ਤੇ ਆਪਾਂ ਚੈੱਕ ਕਰਾਂਗੇ ਵੀ ਇਹਨਾਂ ਨਾਲ ਇਸ ਪੋਲੀਟੀਕਲ ਪਾਰਟੀ ਦੇ ਵਿੱਚ ਬਣ ਕੇ ਕੀ ਹੁੰਦਾ। ਤੀਜਾ ਇਹ ਵੀ ਤੁਸੀਂ ਕਿਹਾ ਵੀ ਟਾਈਮ ਬਹੁਤ ਘੱਟ ਹੈ ਇਹਨਾਂ ਨੂੰ ਆਪਣੀ ਪਾਰਟੀ ਬਣਾਉਣ ਦੇ ਵਿੱਚ, ਲੋਕ ਮੁੱਦੇ ਲੋਕਾਂ ਤੱਕ ਲੈ ਕੇ ਜਾਣ ਦੇ ਵਿੱਚ, ਵਾਈਡਰ ਮਾਸ ਬੇਸ ਜਿਹੜਾ ਦੂਜੇ ਪੋਲੀਟੀਕਲ ਇਸ਼ੂਜ਼ ਤੇ ਆ, ਉਹਦਾ ਸ਼ਾਇਦ ਟਾਈਮ ਨਹੀਂ ਮਿਲਿਆ। ਹਾਂਜੀ, ਜਾਂਦੇ ਜਾਂਦੇ ਕੁਝ ਹੋਰ ਕਹਿਣਾ ਚਾਹੁੰਦੇ ਸਰ? ਨਹੀਂ, ਇਹ ਆਪਣੇ ਸਿੱਖੋ, ਅੱਜ ਜਦੋਂ ਆਪਾਂ ਗੱਲ ਕਰ ਰਹੇ ਹਾਂ, UP ਦੀ ਇਲੈਕਸ਼ਨ ਹੋਣੀ ਹੈ, ਜਿਹੜੀ ਕਿਸਾਨਾਂ ਦੇ ਸੰਘਰਸ਼ ਦਾ ਪ੍ਰਭਾਵ UP ਵਿੱਚ ਪਏਗਾ, ਉੱਤਰਾਖੰਡ ਵਿੱਚ ਪਏਗਾ। ਮੈਂ ਤਾਂ ਖਦਸ਼ਾ ਇਹ ਜ਼ਾਹਰ ਕੀਤਾ ਸੀ, ਜੇ ਕੱਲ ਨੂੰ ਇਹ ਗਰੁੱਪ ਹਾਰ ਜਾਂਦਾ ਹੈ, ਫਿਰ ਜਿਹੜੀ ਇਹਨਾਂ ਦੀ ਅਪੀਲ ਆ ਉਹ ਬਲੰਟ ਹੋਏਗੀ। ਮੈਂ ਕਿਹਾ ਸੀ, ਅੱਜ ਜਦੋਂ UP ਦੀ ਇਲੈਕਸ਼ਨ ਹੋਣ ਜਾ ਰਹੀ ਹੈ, ਜਿਹੜੀ ਕਿਸਾਨਾਂ ਦੀ ਜਿੱਤ ਹੈ, ਇਸ ਜਿੱਤ ਦਾ ਦੀ ਜਿਹੜੀ ਗੂੰਜ ਹੈ ਉਹ UP 'ਚ ਪਏਗੀ, ਉੱਤਰਾਖੰਡ 'ਚ ਪਏਗੀ, ਪੰਜਾਬ 'ਚ ਪਏਗੀ। ਉਹ ਦੋ ਅਲੱਗ-ਅਲੱਗ ਚੀਜ਼ਾਂ ਨੇ। ਮੈਂ ਤੁਹਾਨੂੰ ਇਹ ਵੀ ਕਹਿ ਦਿਆਂ, ਇੱਕ ਪੋਜ਼ੀਟਿਵ ਗੱਲ ਉਹ ਇਹ ਹੈ ਕਿ
ਸਾਡੇ ਦਿਮਾਗ 'ਚ ਬਾਰ-ਬਾਰ ਇਹ ਗੱਲ ਆਉਂਦੀ ਹੈ ਕਿ ਜੇ ਫਾਰ ਐਗਜ਼ਾਮਪਲ ਰੱਬ ਨਾ ਕਰੇ ਕੱਲ੍ਹ ਨੂੰ ਕਿਸਾਨਾਂ ਦੀ ਜਥੇਬੰਦੀ ਪੰਜਾਬ 'ਚ ਹਾਰ ਜਾਂਦੀ ਹੈ ਤੇ ਜਿਹੜਾ ਕਿਸਾਨ ਜਥੇਬੰਦੀਆਂ ਦਾ ਪ੍ਰੈਸ਼ਰ ਗਰੁੱਪ ਆ ਉਹਦੀ ਕੀ ਫੇਟ ਹੋਏਗੀ। ਉਹਦੇ ਸੰਬੰਧ ਵਿੱਚ ਮੈਂ ਇਹ ਕਹਿਣੀ ਚਾਹੁੰਦਾ ਕਿ ਫਿਰ ਹੋਣਾ ਕੀ ਹੈ। ਜਿਹੜੀ ਜੋਗਿੰਦਰ ਸਿੰਘ ਉਗਰਾਹਾਂ ਦੀ ਜਥੇਬੰਦੀ ਹੈ ਉਹ ਪੰਜਾਬ ਵਿੱਚ ਸਭ ਤੋਂ ਵੱਡੀ ਜਥੇਬੰਦੀ ਉਹ ਹੈ ਤੇ ਐਂਡ ਇਸ ਮੁੱਦੇ ਤੇ ਬਿਲਕੁਲ ਉਹ ਕਲੀਅਰ ਨੇ। ਪੰਜਾਬ ਵਿੱਚ ਕਿਸਾਨ ਜਥੇਬੰਦੀਆਂ ਦੇ ਗਰੁੱਪ ਉਗਰਾਹਾਂ ਦੀ ਜਥੇਬੰਦੀ ਦੇ ਐਕਸਪੈਂਡ ਕਰਨਗੇ ਤੇ ਕਿਸਾਨ ਉਗਰਾਹਾਂ ਦੇ ਹੁੰਦੇ ਹੋਏ ਜਿਹੜਾ ਸੰਯੁਕਤ ਕਿਸਾਨ ਮੋਰਚਾ ਨੈਸ਼ਨਲ ਲੈਵਲ ਤੇ ਹੈਗਾ ਉਹ ਇੰਟੈਕਟ ਰਹੇਗਾ। ਉੱਥੇ ਕਿਸਾਨਾਂ ਦਾ ਪ੍ਰੈਸ਼ਰ ਗਰੁੱਪ ਰਹੇਗਾ। ਰਾਤ ਨੂੰ ਤੇ ਬਿਲਕੁਲ ਕਲੀਅਰ ਨੇ ਇਸ ਮੁੱਦੇ ਤੇ। ਹਾਂ, ਇਹ ਗੱਲ ਜ਼ਰੂਰ ਹੋਏਗੀ ਜਿਹੜੇ ਗਰੁੱਪ ਚੋਣਾਂ ਲੜ ਕੇ ਜੇ ਸਕਸੈਸ ਨਹੀਂ ਹਾਸਲ ਕਰਦੇ ਫਿਰ ਜਿਹੜੀ ਜੋਗਿੰਦਰ ਸਿੰਘ ਉਗਰਾਹਾਂ ਧੜੇ ਦੀ ਜਿੱਤ ਹੋਏਗੀ, ਜਿਹੜਾ ਉਹਨਾਂ ਦਾ ਅਪਰ ਹੈਂਡ ਹੋਏਗਾ, ਉਹਦੇ ਹੁੰਦਿਆਂ ਹੋਇਆਂ ਇਹਨਾਂ ਗਰੁੱਪਾਂ ਦੀ ਪੰਜਾਬ 'ਚ ਫੋਲੋਇੰਗ ਘਟ ਜਾਏਗੀ, ਉਹ ਸ਼ੋਰ ਹੈ। ਪਰੰਤੂ ਕਿਸਾਨ ਜਥੇਬੰਦੀਆਂ ਦਾ ਪ੍ਰੈਸ਼ਰ ਗਰੁੱਪਸ ਇੰਟੈਕਟ ਰਹੇਗਾ ਜੀ। ਸੋ ਇਹ ਮੇਰੀ ਸੋਚ ਹੈਗੀ ਇਸ ਮੁੱਦੇ ਤੇ। ਜਸਵੰਤ ਸਿੰਘ ਉਹਨਾਂ ਨੇ ਜੋ ਹਰਿਆਣੇ ਤੋਂ ਨੇ ਉਹਨਾਂ ਨੇ ਵੀ ਇਹ ਮਤਲਬ ਕਿਹਾ ਕਿ ਕੱਲ ਐਸਕੇਐਮ ਨੇ ਕਲੈਰੀਫਾਈ ਕਰ ਦਿੱਤਾ ਕਿ ਉਹਨਾਂ ਦਾ ਯੂਨੀਫਾਈਡ ਕਿਸਾਨ ਫਰੰਟ ਨਹੀਂ ਹੈ। ਹੁਣ ਇਹ ਮੈਨੂੰ ਨਹੀਂ ਪਤਾ ਇਹ ਉਹ ਕਿਸ ਕੰਟੈਕਸਟ ਕਹਿ ਰਹੇ, ਪਰ ਮੈਨੂੰ ਲੱਗਾ ਤੁਹਾਡੀ ਇਸੇ ਗੱਲਬਾਤ ਤੋਂ ਬਾਅਦ ਕਹੇ ਸੀ ਵੀ ਕਿਸਾਨ ਜਿਹੜਾ ਫਰੰਟ ਹੈ ਉਹਨਾਂ ਦਾ ਦਬਾਅ ਜਿਹੜਾ ਪ੍ਰੈਸ਼ਰ ਗਰੁੱਪ ਹੈ ਉਹ ਤੇ ਰਹੇਗਾ ਔਰ ਸੰਯੁਕਤ ਸਮਾਜ ਮੋਰਚਾ ਜਿਹੜਾ ਕਿ ਐਸਐਸਐਮ ਪਾਰਟੀ ਹੈ ਉਹ ਵੱਖਰੇ ਤੌਰ ਤੇ ਵਿਚਰੇਗੀ। ਸੋ ਜਿਹੜੀ ਮੁੱਖ ਦੀ ਗੱਲ ਇਹ ਹੈ ਕਿ ਪੰਜਾਬ ਨੂੰ ਇੱਕ ਨਵੀਂ ਪੋਲੀਟੀਕਲ ਪਾਰਟੀ ਮਿਲੀ ਹੈ। ਉਹ ਹੁਣ ਚਲੋ ਪੋਲੀਟੀਕਲ ਪਾਰਟੀ ਚੋਣਾਂ ਦੇ ਵਿੱਚ ਹੈ ਤੇ ਜਿੱਦਾਂ ਗੱਲਬਾਤ ਦੇ ਵਿੱਚ ਹਰਜਿੰਦਰ ਸਿੰਘ ਨੇ ਵੀ ਕਿਹਾ ਵੀ ਜਿਹੜੇ ਵੱਖ-ਵੱਖ ਧੜਿਆਂ ਦੇ ਵਿੱਚ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਨੇ, ਇੰਟੈਲੈਕਚੁਅਲਸ ਨੇ, ਪੜ੍ਹੇ ਲਿਖੇ ਨੇ, ਬੁੱਧੀਜੀਵੀ ਨੇ, ਜੇ ਚਾਹੇ ਉਹ ਜਿਸ ਵੱਖ-ਵੱਖ ਸੰਸਥਾਵਾਂ 'ਚ ਕੰਮ ਕਰ ਰਹੇ ਆ, ਉਹਨਾਂ ਦੀ ਹੁਣ ਲੋੜ ਹੈ ਕਿ ਉਹ ਇਸ ਨਵੀਂ ਪੋਲੀਟੀਕਲ ਪਾਰਟੀ ਨਾਲ ਤੁਰਨ। ਜਿਹੜਾ ਜ਼ਰੂਰਤ ਸੀ ਪੋਲੀਟੀਕਲ ਪਾਰਟੀ ਦੀ, ਉਹ ਜਿਹੜੀ ਕੁਲਦੀਪ ਸਿੰਘ ਨੇ ਸ਼ੁਰੂ 'ਚ ਦੱਸੀ ਕਿ ਲੋੜ ਸੀ ਇੱਕ ਕਮਿਟਡ ਪੰਜਾਬ ਲਈ ਪਾਰਟੀ। ਹੁਣ ਇਹ ਆਉਣ ਵਾਲੇ ਸਮੇਂ 'ਚ ਵੇਖਿਆ ਜਾਵੇਗਾ ਕਿ ਇਹ ਪੰਜਾਬ ਦੀ ਰੀਜਨਲ ਪਾਰਟੀ ਬਣਦੀ ਹੈ ਜੋ ਇੱਥੋਂ ਦੇ ਮੁੱਦੇ ਲੈ ਕੇ ਅੱਗੇ ਚੱਲਦੀ ਹੈ ਜਾਂ ਮੇਰੇ ਨਾਲ ਇਹ ਐਡ ਕਰ ਦਿਓ 2 ਸੈਂਟੈਂਸ। ਮੇਰੀ ਅਸੈਸਮੈਂਟ ਮੁਤਾਬਕ ਉਹ ਲੋੜ ਪੂਰੀ ਨਹੀਂ ਹੋਈ, ਇਹ ਸੈਂਟੈਂਸ ਕਹਿ ਦਿਓ। ਹਾਂਜੀ, ਜੋ ਮੇਰੀ ਅਸੈਸਮੈਂਟ ਠੀਕ। ਅਜੇ ਇਹਦਾ ਮਤਲਬ ਪੰਜਾਬ ਦੇ ਵਿੱਚ ਅਜੇ ਵੀ ਖਲਾ ਆ ਵੀ ਇੱਕ ਸਾਨੂੰ ਪੰਜਾਬ ਬੇਸਡ ਕਮਿਟਡ ਪੋਲੀਟੀਕਲ ਪਾਰਟੀ ਦੀ ਲੋੜ ਹੈ। ਤੁਸੀਂ ਇਹ ਕਹਿਣਾ ਚਾਹੁੰਦੇ? ਨਹੀਂ, ਉਹਨਾਂ ਦੇ ਮੇਰਾ ਖਿਆਲ ਹੈ ਕੁਲਦੀਪ ਸਿੰਘ ਉਹਨਾਂ ਦਾ ਜਿਹੜਾ ਖਦਸ਼ਾ ਨਾ ਤੇ ਡਰ ਹੈ ਉਹ ਆਪਣਾ ਸਾਰਿਆਂ ਦਾ ਹੀ ਹੈ ਕਿ ਜਿਹੜੀ ਲੋੜ ਆ ਪਾਰਟੀ ਦੀ, ਕੁਐਸਚਨ ਇਹ ਆ ਵੀ ਇਹ ਇੱਕ ਜਿਹੜਾ ਇੰਟਰਸਟ ਗਰੁੱਪ ਆ ਇਹ ਨੇ ਜੇ ਪਾਰਟੀ ਬਣਨਾ ਤਾਂ ਉਹ ਕਰਨਾ ਪੈਣਾ, ਉਹ ਅਜੇ ਨਹੀਂ ਹੋਇਆ। ਠੀਕ ਹੈ ਜੀ। ਸੰਯੁਕਤ ਕਿਸਾਨ ਮੋਰਚੇ 'ਚ ਇਸ ਕਿਸਮ ਦੀ ਪੋਟੈਂਸ਼ੀਅਲ ਸੀਗੀ, ਇਸ ਕਿਸਮ ਦਾ ਸਤਿਕਾਰ ਉਹਨਾਂ ਨੂੰ ਮਿਲ ਗਿਆ ਸੀ ਕਿ ਪੰਜਾਬ ਵਿੱਚ ਇੱਕ ਨਵੀਂ ਪਾਰਟੀ ਬਣਾ ਕੇ ਬਦਲਵਾਂ ਰੂਪ ਪੇਸ਼ ਕਰਦੇ। ਪਰੰਤੂ ਉਸ ਬਦਲਾਅ ਲਈ ਸਕਸੈਸਫੁਲ ਹੋਣ ਲਈ ਜਿਹੜਾ ਕੁਝ ਕਰਨਾ ਬਣਦਾ ਸੀ ਉਹ ਨਹੀਂ ਕੀਤਾ ਗਿਆ, ਉਹਦੇ ਲਈ ਸਮਾਂ ਨਹੀਂ ਮਿਲਿਆ। ਇਹਦੇ ਹੁੰਦਿਆਂ ਹੋਇਆਂ ਐਸਐਸਐਮ ਨੂੰ ਕਿੱਡੀ ਕੁ ਜਿੱਤ ਪ੍ਰਾਪਤ ਹੁੰਦੀ ਆ, ਇਹਦੇ ਬਾਰੇ ਮੇਰੀਆਂ ਰਿਜ਼ਰਵੇਸ਼ਨ ਹੈਗੀਆਂ ਨੇ। ਪਰੰਤੂ ਇਸ ਗੱਲ ਤੇ ਆਪਾਂ ਬਿਲਕੁਲ ਕਲੀਅਰ ਹਾਂ ਕਿ ਜੋ ਟ੍ਰੈਡੀਸ਼ਨਲ ਪਾਰਟੀਆਂ ਦੀ ਫੇਲਿਅਰ ਆ ਉਹਦੇ ਹੁੰਦਿਆਂ ਹੋਇਆਂ ਉਸ ਕਿਸਮ ਦੀ ਪਾਰਟੀ ਜਿਸ ਕਿਸਮ ਦੀ ਗੁੱਡਵਿਲ ਪੰਜਾਬ ਕਿਸਾਨ ਸੰਘਰਸ਼ ਦੌਰਾਨ ਜਥੇਬੰਦੀਆਂ ਨੂੰ ਮਿਲੀ, ਇਸ ਕਿਸਮ ਦੀ ਲੜਨ ਵਾਲੀ ਕਮਿਟਡ ਇਮਾਨਦਾਰ ਪਾਰਟੀ ਪੰਜਾਬ ਵਿੱਚ ਬਣਦੀ, ਇਸ ਗੱਲ ਦੀ ਲੋੜ ਸੀਗੀ, ਹੈਗੀ ਹੈ। ਠੀਕ ਹੈ ਜੀ, ਬਿਲਕੁਲ ਠੀਕ ਹੈ ਜੀ। ਸਾਨੂੰ ਜਿਹੜਾ ਇੱਕ ਸੁਨੇਹਾ ਵੀ ਆਇਆ ਕਿ ਰੀਜਨਲ ਪਾਰਟੀ ਦੀ ਹੋਂਦ ਬਹੁਤ ਜ਼ਰੂਰੀ ਹੈ ਕਿਉਂਕਿ ਪੰਜਾਬ ਦੀ ਨਬਜ਼ ਉਹੀ ਪਛਾਣ ਸਕਦੇ ਨੇ। ਸੋ ਕੁਲਦੀਪ ਸਿੰਘ ਜੀ ਬਹੁਤ ਬਹੁਤ ਸ਼ੁਕਰਗੁਜ਼ਾਰ, ਸਾਡਾ ਟਾਈਮ ਕਾਫੀ ਹੋ ਗਿਆ ਤੇ ਅਸੀਂ ਕੋਸ਼ਿਸ਼ ਕਰਾਂਗੇ ਜੀ ਤੁਹਾਡੇ ਨਾਲ ਹੋਰ ਵੀ ਜਿਹੜੀ ਕਿ ਪੂਰੀ ਸਟੇਟ ਫਾਰਵਰਡ ਜਿਹੜੀ ਪੰਜਾਬ ਦਾ ਪੋਲੀਟੀਕਲ ਮਾਹੌਲ ਹੈ ਉਹ ਗੱਲ ਜ਼ਰੂਰ ਕੀਤੀ ਜਾਏ। ਖਾਸ ਕਰਕੇ ਜਿਹੜੇ ਪ੍ਰਦੇਸ਼ਾਂ 'ਚ ਬੈਠੇ ਨੇ, ਅਸੀਂ ਧਰਤੀ ਦੇ ਬਿਲਕੁਲ ਕੀ ਕਹਿੰਦੇ ਦੱਖਣੀ ਧਰੁਵ ਦੇ ਕੋਲ ਬੈਠੇ ਹਾਂ ਤੇ ਸਾਨੂੰ ਜੇ ਤੁਸੀਂ ਉੱਥੋਂ ਦੇ ਜਿਹੜੇ ਜੋ ਤੁਹਾਡੇ ਨਾਲ ਹੱਡ ਬੀਤੀ ਹੁੰਦੀ ਹੈ ਉਹ ਮਾਹੌਲ ਦੱਸੋਗੇ ਤੇ ਛੇਤੀ ਹੀ ਅਸੀਂ ਕੁਝ ਦਿਨਾਂ ਦੇ ਵਿੱਚ ਤੁਹਾਡੇ ਨਾਲ ਫਿਰ ਗੱਲਬਾਤ ਕਰਾਂਗੇ। ਮਿਹਰਬਾਨੀ, ਸ਼ੁਕਰੀਆ। ਇਹਨਾਂ ਨੇ ਸਾਨੂੰ ਆਪਣੇ ਅੱਤ ਦੇ ਰੁਝੇਵਿਆਂ ਚੋਂ ਟਾਈਮ ਕੱਢ ਕੇ ਇੱਥੇ ਸੁਨੇਹੇ ਦਿੱਤੇ, ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਹਾਂ। ਤੇ ਜਿਹੜੇ ਬਾਅਦ ਦੇ ਵਿੱਚ ਵੀ ਸਾਨੂੰ ਸੁਨੇਹੇ ਪ੍ਰੋਗਰਾਮ ਦੇਖ ਕੇ ਦਿੰਦੇ ਨੇ ਜਾਂ YouTube ਤੇ ਦੇਖ ਕੇ ਦਿੰਦੇ ਨੇ, ਅਸੀਂ ਉਹਨਾਂ ਦੇ ਅਗਲੇ ਪ੍ਰੋਗਰਾਮ ਦੇ ਵਿੱਚ ਸਵਾਲ ਲੈ ਕੇ ਆਉਣ ਦੀ ਕੋਸ਼ਿਸ਼ ਕਰਾਂਗੇ। ਉਹਨਾਂ ਚਿਰ ਅਗਲੇ ਪ੍ਰੋਗਰਾਮ ਤੱਕ ਤੁਹਾਡਾ ਸਾਰਿਆਂ ਦਾ ਧੰਨਵਾਦ। ਇੱਥੇ ਰਾਤ ਪੈ ਗਈ ਹੈ, ਗੁੱਡ ਨਾਈਟ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।